ਸਤਨਾਮ ਸ਼੍ਰੀ ਵਾਹਿਗੁਰੂ ਜੀ। ਡੰਡੌਤ ਬੰਦਨ ਅਨਕ ਬਾਰ, ਸਰਬ ਕਲਾ ਸਮਰੱਥ। ਡੋਲਨ ਤੇ ਰੱਖੋ ਪ੍ਰਭੂ, ਨਾਨਕ ਦੇ ਕਰ ਹੱਥ। ਦੀਨ ਦਰਦ ਦੁਖ ਭੰਜਨਾ, ਘਟ ਘਟ ਨਾਥ ਅਨਾਥ। शरण तुम्हारी आयो, नानक के प्रभ साथ। मैं गरीब सच टेक, तू मेरे सतगुर पूरे। देख तुम्हारा दर्शनो, मेरा मन धीरे। सतनाम श्री वाहिगुरु जी। श्लोक। यार मीत सुन साजन हो, बिन हर छूटन नाहे। नानक तिह बंधन कटे, गुर की चरनी पाहे। यार मीत सुन साजन हो। वाहिगुरु जी का खालसा, वाहिगुरु जी की फतेह। गरीब नवाज पतत पावन, ਭਗਤ ਵੈਸ਼ਲ ਕਿਰਪਾ ਦੇ ਖਜ਼ਾਨੇ ਸਤਿਗੁਰੂ ਦਸਾਂ ਪਾਤਸ਼ਾਹੀਆਂ ਦੇ ਹਿਰਦਾ ਸਰੂਪ ਚਵਰ ਤਖਤ ਛਤਰ ਦੇ ਮਾਲਕ ਜੁਗੋ ਜੁਗ ਅਟਲ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਜੀ ਨਿਵਾਜੀ ਪਰਮ ਸਨਮਾਨਯੋਗ ਗੁਰੂ ਕਾ ਰੂਪ ਖਾਲਸਾ ਸਾਧ ਸੰਗਤ ਜੀਓ। ਸਤਿਗੁਰਾਂ ਦੀ ਪਰਮ ਕਿਰਪਾਲਤਾ ਦਇਆਲਤਾ ਦਾ ਸਦਕਾ ਤੇ ਆਪ ਗੁਰੂ ਕੀ ਸੰਗਤ ਦੀ ਅਸੀਸ ਦੁਆਰਾ ਜੋ ਹਜ਼ੂਰ ਦੇ ਪਾਵਨ ਪਵਿੱਤਰ ਅੰਮ੍ਰਿਤਮਈ ਬਚਨਾਂ ਦੀ ਧੁਰ ਕੀ ਬਾਣੀ ਦੀ ਲੜੀਵਾਰ ਕਥਾ ਵਿਚਾਰ ਆਰੰਭ ਹੋਈ ਹੈ। ਹਜ਼ੂਰ ਦੀ ਕਿਰਪਾਲਤਾ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਅੰਗ 259 ਉੱਪਰ ਪਹੁੰਚੀ ਹੈ ਅਤੇ ਜੋ ਸਤਿਗੁਰੂ ਅਰਜਨ ਦੇਵ ਮਹਾਰਾਜ ਦੇ ਮੁਖਾਰਬਿੰਦ ਤੋਂ ਉਚਾਰੀ ਹੋਈ ਬਾਣੀ 52 ਅੱਖਰੀ ਹੈ ਗੌੜੀ ਰਾਗ ਅੰਦਰ। ਇਸ ਦੀਆਂ 42 ਪੌੜੀਆਂ ਦੀ ਵਿਚਾਰ ਹੁਣ ਤੱਕ ਹੋ ਚੁੱਕੀ ਹੈ। ਸਤਿਗੁਰੂ ਜੀ ਦੀ ਕਿਰਪਾ ਦੁਆਰਾ ਇਸ ਤੋਂ ਅੱਗੇ ਜੋ ਵਿਚਾਰ ਹੈ ਗੁਰੂ ਕਿਰਪਾ ਸਦਕਾ ਵਿਚਾਰੀਏ ਕਰੀਏ ਸੁਣੀਏ। ਹਜ਼ੂਰ ਫਰਮਾਉਂਦੇ ਨੇ ਸ਼ਲੋਕ। ਯਾਰ ਮੀਤ ਸੁਨ ਸਾਜਨ ਹੋ, ਬਿਨ ਹਰ ਛੂਟਣ ਨਾ ਹੈ। ਇਹ ਮੇਰੇ ਯਾਰ ਮਿੱਤਰ ਤੇ ਸੱਜਣੋ ਸੁਣੋ, ਭਾਵ ਜਗਿਆਸੂ ਜਨੋ, ਮਹਾਤਮਾ ਰੂਪ ਸਖੀਆਂ ਔਰ ਇਸ ਤਰ੍ਹਾਂ ਜਿਹੜੇ ਸੰਤ ਨੇ ਪੁੱਗੇ ਹੋਏ ਸਾਰਿਆਂ ਦੇ ਤਾਈਂ, ਜਾਂ ਇੰਝ ਕਹੋ ਕਿ ਸਤਿਗੁਰੂ ਮਹਾਰਾਜ ਸਿੱਖਾਂ ਨੂੰ ਆਪਣੇ ਯਾਰ ਮਿੱਤਰ ਤੇ ਸੱਜਣ ਕਹਿ ਰਹੇ ਹਨ ਉਪਦੇਸ਼ ਦਿੰਦੇ ਹੋਏ। ਜਿਵੇਂ ਕੋਈ 2 4 5 7 ਸੱਜਣ ਇੱਕ ਦੂਜੇ ਨਾਲ ਬੈਠ ਕੇ ਵਿਚਾਰਾਂ ਕਰਦੇ ਹੋਣ, ਗੱਲਾਂ ਬਾਤਾਂ ਕਰਦੇ ਹੋਣ ਤਾਂ ਉਹ ਕਹਿ ਦਿੰਦੇ ਵੀ ਯਾਰੋ ਸੁਣੋ, ਇਹ ਮਿੱਤਰੋ ਸੁਣੋ, ਇਹ ਸੱਜਣ ਜੀ ਸੁਣੋ। ਇਉਂ ਸਤਿਗੁਰੂ ਮਹਾਰਾਜ ਬੜੇ ਲਾਡ ਪਿਆਰ ਨਾਲ ਸਾਨੂੰ ਉਪਦੇਸ਼ ਦੇ ਰਹੇ ਨੇ ਕਿ ਇਹ ਯਾਰ ਮਿੱਤਰ ਤੇ ਸੱਜਣੋ ਸੁਣੋ, ਬਿਨ ਹਰ ਛੂਟਣ ਨਾ ਹੈ। ਜਿਹੜੀ ਮਾਇਆ ਹੈ ਬੜੀ ਪ੍ਰਬਲ ਹੈ, ਇਸ ਨੇ ਸਾਰੇ ਸੰਸਾਰ ਨੂੰ ਆਪਣੀ ਗ੍ਰਿਫਤ ਵਿੱਚ ਲਿਆ ਹੋਇਆ ਔਰ ਕਈ ਸਾਧਨ ਲੋਕਾਂ ਨੇ ਕੀਤੇ ਹਨ ਇਸ ਮਾਇਆ ਤੋਂ ਛੁੱਟਣ ਵਾਸਤੇ, ਇਸ ਦੇ ਪ੍ਰਭਾਵ ਨੂੰ ਖਤਮ ਕਰਨ ਵਾਸਤੇ। ਪਰ ਅਸੀਂ ਇਹ ਦੱਸਦੇ ਹਾਂ, ਤੁਹਾਨੂੰ ਸਲਾਹ ਦਿੰਦੇ ਹਾਂ ਕਿ ਬਿਨ ਹਰ ਛੂਟਣ ਨਾ ਹੈ। ਇਹਨਾਂ ਵਕਾਰਾਂ ਰੂਪੀ ਮਾਇਆ ਤੋਂ ਜਿਹੜੇ ਵਕਾਰ ਚੰਬੜੇ ਹੋਏ ਨੇ ਅਤੇ ਇਸ ਪ੍ਰਕਾਰ ਵੈਰ ਵਿਰੋਧ ਈਰਖਾ ਦਵੈਸ਼ ਇਹ ਸਾਰੀ ਜਿਹੜੀ ਮਾਇਆ ਚੰਬੜੀ ਹੋਈ ਹੈ, ਇਸ ਤੋਂ ਹੋਰ ਕਿਸੇ ਤਰੀਕੇ ਨਾਲ ਨਹੀਂ ਛੁੱਟਿਆ ਜਾਂਦਾ। ਬਿਨ ਹਰ ਛੂਟਣ ਨਾ ਹੈ। ਬਿਨਾਂ ਹਰੀ ਅਕਾਲ ਪੁਰਖ ਦੇ ਸਿਮਰਨ ਤੋਂ, ਹਰੀ ਅਕਾਲ ਪੁਰਖ ਦੀ ਸ਼ਰਨ ਵਿੱਚ ਆਉਣ ਤੋਂ ਬਗੈਰ ਛੁੱਟਣਾ ਨਹੀਂ ਹੋਵੇਗਾ। ਇਸ ਮਾਇਆ ਤੋਂ ਬੰਦ ਖਲਾਸੀ ਨਹੀਂ ਹੋ ਸਕਦੀ। ਨਾਨਕ ਤਿਹ ਬੰਧਨ ਕੱਟੇ, ਗੁਰ ਕੀ ਚਰਣੀ ਪਾਹੇ। ਸਤਿਗੁਰੂ ਅਰਜਨ ਦੇਵ ਮਹਾਰਾਜ ਸ਼ਲੋਕ ਫਰਮਾਉਂਦੇ ਨੇ, ਸ਼ਲੋਕ ਦੀ ਦੂਜੀ ਪੰਕਤੀ, ਕਿ ਜਿਹੜੇ ਗੁਰੂ ਮਹਾਰਾਜ ਦੀ ਚਰਨੀ ਪੈ ਜਾਂਦੇ ਆ, ਆਪਣੇ ਆਪ ਨੂੰ ਸਤਿਗੁਰਾਂ ਦੇ ਚਰਨੀ ਪਾ ਲੈਂਦੇ ਹਨ, ਤਿਹ ਬੰਧਨ ਕੱਟੇ, ਤਾਂ ਵਾਹਿਗੁਰੂ ਪਰਮਾਤਮਾ ਉਸ ਦੇ ਜੰਮਣ ਮਰਨ ਦੇ ਕਰਤਾ ਭੋਗਤਾ ਹੰਗਤਾ ਮਮਤਾ ਦੇ ਵਿਕਾਰਾਂ ਦੇ ਮਾਇਆ ਦੇ ਬੰਧਨ ਕੱਟ ਦਿੰਦੇ ਹਨ। ਉਸ ਦੇ ਬੰਧਨ ਕੱਟੇ ਗਏ ਜਿਹੜਾ ਸਤਿਗੁਰਾਂ ਦੀ ਚਰਨੀ ਪੈ ਜਾਂਦਾ। ਪਵੜੀ। ਯਈਆ ਯਤਨ ਕਰਤ ਬਹੁ ਵਿਧੀਆ। ਯਈਏ ਅੱਖਰ ਰਾਹੀਂ ਹਜ਼ੂਰ ਉਪਦੇਸ਼ ਦਿੰਦੇ ਨੇ ਕਿ ਜਿਹੜੇ ਲੋਕ ਵਾਹਿਗੁਰੂ ਦਾ ਸਿਮਰਨ ਛੱਡ ਕੇ
ਹੋਰ ਅਨੇਕਾਂ ਵਿਧੀ ਢੰਗ ਤਰੀਕਿਆਂ ਜੁਗਤੀਆਂ ਨਾਲ ਅਨੇਕਾਂ ਯਤਨ ਕਰਦੇ ਨੇ। ਜਿਵੇਂ ਯੋਗਾ ਅਭਿਆਸ ਕਰਨਾ ਹੈ, ਦਾਨ ਪੁੰਨ ਕਰਨਾ ਹੈ, ਤੀਰਥ ਇਸ਼ਨਾਨ ਕਰਨੇ ਹਨ, ਤੀਰਥ ਯਾਤਰਾ ਕਰਨੀ ਹੈ ਆਦਿਕ। ਸੋ ਨੇਤੀ ਧੋਤੀ ਕਰਮ ਆਦਿ ਕਰਦੇ ਨੇ। ਕਈ ਤਰ੍ਹਾਂ ਦੇ ਤਰੀਕੇ ਲੋਕ ਵਰਤਦੇ ਨੇ, ਬਹੁਤ ਵਿਧੀਆਂ ਬਹੁਤ ਢੰਗ ਤਰੀਕਿਆਂ ਨਾਲ ਜਿਹੜੇ ਯਤਨ ਕਰਦੇ ਨੇ। ਏਕ ਨਾਮ ਬਿਨ ਕਹਿ ਲਓ ਸਿੱਧੀਆਂ, ਸਿੱਧੀਆਂ ਦਾ ਅਰਥ ਹੈ ਕਾਮਯਾਬੀ। ਇੱਕ ਵਾਹਿਗੁਰੂ ਪਰਮਾਤਮਾ ਹੈ, ਉਸ ਦੇ ਨਾਮ ਤੋਂ ਬਗੈਰ ਕਹਿ ਲਓ ਸਿੱਧੀਆਂ, ਕਿੱਥੋਂ ਤੱਕ ਸਿੱਧੀ ਕਾਮਯਾਬੀ ਪ੍ਰਾਪਤ ਹੋਵੇਗੀ। ਤੇ ਕਿਸ ਤਰ੍ਹਾਂ ਸਿੱਧੀ ਪ੍ਰਾਪਤ ਹੋਵੇਗੀ ਵਾਹਿਗੁਰੂ ਦੇ ਨਾਮ ਤੋਂ ਬਗੈਰ, ਭਾਵ ਕਾਮਯਾਬੀ ਨਹੀਂ ਮਿਲੇਗੀ। ਵਾਹਿਗੁਰੂ ਦੇ ਨਾਮ ਨਾਲ ਜੁੜ ਕੇ ਹੀ ਕਾਮਯਾਬੀ ਮਿਲ ਸਕਦੀ ਹੈ। ਇਸ ਮਾਇਆ ਦੇ ਬੰਦੀਖਾਨੇ ਵਿੱਚੋਂ ਅਸੀਂ ਬੰਦ ਖਲਾਸੀ ਪ੍ਰਾਪਤ ਕਰ ਸਕਦੇ ਹਾਂ। ਯਾਹੂ ਯਤਨ ਕਰ ਹੋਤ ਛੁਟਾਰਾ, ਯਾਹੂ ਜਿਸ ਯਤਨ ਕਰਕੇ ਜੀਵ ਦਾ ਛੁਟਾਰਾ ਹੁੰਦਾ, ਬੰਦ ਖਲਾਸੀ ਹੁੰਦੀ ਹੈ, ਛੁਟਕਾਰਾ ਹੁੰਦਾ ਹੈ, ਜਿਸ ਯਤਨ ਕਰਕੇ ਜੀਵ ਛੁੱਟ ਸਕਦਾ ਹੈ। ਵਾਹੂ ਯਤਨ ਸਾਧ ਸੰਗਾਰਾ, ਉਹ ਜਿਹੜਾ ਯਤਨ ਹੈ ਉਹ ਕਿਹਾ ਹੈ ਸਾਧੂ ਜਨਾਂ ਦੀ ਸੰਗਤ ਵਿੱਚ ਰਹਿਣਾ, ਸਾਧ ਸਤਿਗੁਰਾਂ ਦੀ ਸੰਗਤ ਵਿੱਚ ਰਹਿਣਾ। ਸਤਿਗੁਰੂ ਦੀ ਸੰਗਤ ਹੈ, ਗੁਰੂ ਦੇ ਸ਼ਬਦ ਦੀ ਸੰਗਤ ਹੈ। ਇਸ ਤਰ੍ਹਾਂ ਮਨ ਕਰਕੇ ਸਤਿਗੁਰੂ ਦੇ ਸ਼ਬਦ ਨਾਲ, ਗੁਰੂ ਕੇ ਸ਼ਬਦ ਦੀ ਵਿਚਾਰ ਨਾਲ ਜੁੜੇ ਰਹਿਣਾ। ਸ੍ਰੇਸ਼ਟ ਜਨਾਂ ਗੁਰਮੁਖ ਪਿਆਰਿਆਂ ਦੀ ਸੰਗਤ ਵਿੱਚ ਰਹਿਣਾ। ਤੇ ਜਾਂ ਉਬਰਨ ਧਾਰੈ ਸਭ ਕੋਈ, ਭਾਵੇਂ ਸਭ ਕੋਈ ਮਨ ਵਿੱਚ ਧਾਰੀ ਬੈਠਾ ਹੈ ਕਿ ਇਸ ਮਾਇਆ ਤੋਂ ਉਬਰਨਾ ਹੈ। ਉਬਰਨਾ ਦਾ ਮਤਲਬ ਬਚਣਾ ਹੈ। ਸਭ ਕੋਈ ਭਾਵੇਂ ਹਿਰਦੇ ਅੰਦਰ ਧਾਰਨ ਕਰਦਾ ਇਸ ਖਿਆਲ ਨੂੰ ਕਿ ਇਸ ਮਾਇਆ ਤੋਂ ਕਿਵੇਂ ਬਚਿਆ ਜਾਏ, ਪਰ ਵਾਹੇ ਜਪੇ ਬਿਨ ਉਬਰ ਨਾ ਹੋ। ਉਸ ਪਰਮਾਤਮਾ ਦੇ ਸਿਮਰਨ ਤੋਂ ਬਗੈਰ, ਵਾਹਿਗੁਰੂ ਨੂੰ ਜਪੇ ਤੋਂ ਬਗੈਰ ਉਬਰ ਨਾ ਹੋ, ਨਹੀਂ ਬਚਿਆ ਜਾ ਸਕਦਾ ਹੈ, ਨਹੀਂ ਕੋਈ ਬਚ ਸਕੇਗਾ। ਯਾਹੂ ਤਰਨ ਤਾਰਨ ਸਮਰੱਥਾ, ਇਸ ਕਰਕੇ ਵਾਹਿਗੁਰੂ ਪਰਮਾਤਮਾ ਹੀ ਸੰਸਾਰ ਸਮੁੰਦਰ ਤੋਂ ਤਾਰਨ ਵਾਸਤੇ ਤਰਨ ਜਹਾਜ਼ ਰੂਪ ਹੈ। ਉਹੀ ਪਰਮਾਤਮਾ ਤਰਨ ਸੰਸਾਰ ਤੋਂ ਤਾਰਨ ਵਾਸਤੇ ਤਰਨ ਜਹਾਜ਼ ਰੂਪ ਹੈ ਤੇ ਤਾਰਨ ਵਾਸਤੇ ਸਮਰੱਥਾ ਰੱਖਦਾ, ਸਮਰੱਥਾਵਾਨ ਹੈ, ਜਹਾਜ਼ ਰੂਪ ਹੈ। ਰਾਖ ਲਿਓ ਨਿਰਗੁਣ ਨਰ ਨਾਥਾ, ਉਸ ਵਾਹਿਗੁਰੂ ਅੱਗੇ ਬੇਨਤੀ ਕਰਨੀ ਫੱਬਦੀ ਹੈ, ਕਰਨੀ ਚਾਹੀਦੀ ਹੈ ਕਿ ਹੇ ਮਾਇਆ ਦੇ ਸੁਭਾਵਾਂ ਤੋਂ, ਜਿਹੜੀ ਮਾਇਆ ਰਜੋ ਤਮੋ ਸਤੋ ਗੁਣ ਵਾਲੀ, ਇਸ ਮਾਇਆ ਦੇ ਸਾਰੇ ਪ੍ਰਭਾਵ ਤੋਂ ਰਹਿਤ ਵਾਹਿਗੁਰੂ, ਹੇ ਸਾਰੇ ਨਰਾਂ ਮਨੁੱਖਾਂ ਜੀਆਂ ਦੇ ਨਾਥ ਮਾਲਕ ਵਾਹਿਗੁਰੂ ਜੀ, ਸਾਨੂੰ ਰੱਖ ਲਓ, ਰੱਖ ਲਓ, ਬਚਾ ਲਓ, ਬਚਾ ਲਓ। ਮਨ ਬਚ ਕਰਮ ਜਿਹ ਆਪ ਜਨਾਈ, ਜਿਸ ਜੀਵ ਨੂੰ ਮਨ ਕਰਕੇ, ਬਚਨਾ ਕਰਕੇ, ਸਰੀਰਕ ਤੌਰ 'ਤੇ ਕਰਮਾਂ ਕਰਕੇ ਵਾਹਿਗੁਰੂ ਪਰਮਾਤਮਾ ਆਪ ਜਣਾ ਦਿੰਦਾ, ਸੂਝ ਬਖਸ਼ ਦਿੰਦਾ ਹੈ। ਨਾਨਕ ਤਿਹ ਮਤ ਪ੍ਰਗਟੀ ਆਈ, ਸਤਿਗੁਰੂ ਅਰਜਨ ਦੇਵ ਮਹਾਰਾਜ ਫਰਮਾਉਂਦੇ ਨੇ ਕਿ ਤਿਸ ਵਿਅਕਤੀ ਦੇ ਹਿਰਦੇ ਅੰਦਰ ਐਸੀ ਮਤ, ਅਕਲ, ਬੁੱਧ, ਸੂਝ ਬੂਝ ਪ੍ਰਗਟ ਹੋ ਆਉਂਦੀ ਹੈ, ਜਿਸ ਮਤ ਰਾਹੀਂ ਵਾਹਿਗੁਰੂ ਜਪਿਆ ਜਾਂਦਾ ਹੈ, ਜਿਸ ਮਤ ਰਾਹੀਂ ਇਸ ਮਾਇਆ ਦੇ ਪ੍ਰਭਾਵ ਤੋਂ ਬਚਿਆ ਜਾ ਸਕਦਾ, ਸੰਸਾਰ ਸਮੁੰਦਰ ਤੋਂ ਤਰਿਆ ਜਾ ਸਕਦਾ ਹੈ। ਸ਼ਲੋਕ, ਰੋਸ ਨ ਕਾਹੂ ਸੰਗ ਕਰੋ ਆਪਨ ਆਪ ਵਿਚਾਰ। ਅਸੀਂ ਕ੍ਰੋਧ ਦੇ ਅਧੀਨ ਹੋ ਕੇ ਲੋਕਾਂ ਦੇ ਗਲ ਪੈਂਦੇ ਹਾਂ, ਝਗੜੇ ਝਾਂਜੇ ਕਰਦੇ ਹਾਂ। ਸਤਿਗੁਰੂ ਮਹਾਰਾਜ ਕਹਿੰਦੇ ਭਾਈ ਕਿਸੇ ਦੇ ਨਾਲ ਰੋਸ ਗੁੱਸਾ ਬਿਲਕੁਲ ਨਾ ਕਰੋ। ਆਪਨ ਆਪ ਵਿਚਾਰ, ਆਪਣੇ ਆਪ ਵਿੱਚ ਵਿਚਾਰ ਕਰੋ, ਆਪਣੇ ਆਪੇ ਦੀ ਵਿਚਾਰ ਕਰੋ ਕਿ ਅਸੀਂ ਆਤਮਾ ਰੂਪ ਹਾਂ, ਦੂਜੇ ਦੇ ਅੰਦਰ ਵੀ ਪਰਮੇਸ਼ਰ ਦੀ ਅੰਸ਼ ਆਤਮਾ ਹੀ ਆ, ਸਾਰੇ ਮੇਰਾ ਹੀ ਰੂਪ ਨੇ। ਇਸ ਤਰ੍ਹਾਂ ਦੂਜਿਆਂ ਨੂੰ ਓਪਰੇ ਸਮਝ ਕੇ, ਬਗਾਨੇ ਸਮਝ ਕੇ, ਆਪਣੇ ਤੋਂ ਭਿੰਨ ਸਮਝ ਕੇ ਤੇ ਇਹ ਗੁੱਸਾ ਨਾ ਕਰੋ। ਆਪਨ ਆਪ ਵਿਚਾਰ, ਆਪਣੇ ਆਪ ਦੀ ਵਿਚਾਰ ਕਰੋ ਵੀ ਜੇ ਕੋਈ ਮੇਰੇ ਨਾਲ ਝਗੜਾ ਕਰਦਾ ਤੇ ਮੇਰੇ ਵਿੱਚ ਕੀ ਦੋਸ਼ ਹਨ। ਜਿਹੜੇ ਝਗੜੇ ਹੁੰਦੇ ਨੇ ਅਕਸਰ ਤੇ ਆਮ ਤੌਰ 'ਤੇ ਆਮ ਹਾਲਾਤਾਂ 'ਚ ਦੋਹੀਂ ਪਾਸੀ ਔਗਣ ਹੋਣ ਕਰਕੇ, ਦੋਸ਼ ਹੋਣ ਕਰਕੇ ਝਗੜਾ ਝਾਂਜਾ ਵੱਧਦਾ। ਕੁਛ ਕਾਰਨ ਐਸੇ ਹੁੰਦੇ ਨੇ ਕਈ ਥਾਵਾਂ 'ਤੇ ਵੀ ਇੱਕ ਵਿਅਕਤੀ ਦੇ ਹੀ ਮਾੜੇ ਕਰਮਾਂ ਕਰਕੇ ਝਗੜਾ ਹੁੰਦਾ। ਜਿਵੇਂ ਕਿਸੇ ਦੀ ਕੋਈ ਜਾਇਦਾਦ ਨਜਾਇਜ਼ ਦੱਬ ਲਏ ਤੇ ਅਗਲਾ ਅੱਗੋਂ ਲੜੇਗਾ ਹੀ ਕਿ ਮੇਰੀ ਜਾਇਦਾਦ ਨੂੰ ਕਿਉਂ ਦੱਬ ਰਹੇ, ਕਿਉਂ ਖੋਹ ਰਹੇ। ਇਸ ਪ੍ਰਕਾਰ ਪਰ ਹਜ਼ੂਰ ਕਹਿੰਦੇ ਨੇ ਆਪਣੇ ਆਪ ਦੀ ਵਿਚਾਰ ਵੀ ਜ਼ਰੂਰ ਕਰਨੀ ਚਾਹੀਦੀ। ਹੋਏ ਨਿਮਾਣਾ ਜਗ ਰਹੋ,
ਆਮ ਤੌਰ ਤੇ ਕ੍ਰੋਧ ਕਰਕੇ ਤੇ ਹੰਕਾਰ ਕਰਕੇ ਝਗੜੇ ਕਰਦੇ ਹਾਂ, ਅਸੀਂ ਦੂਜਿਆਂ ਨਾਲ ਗੁੱਸਾ ਕਰਦੇ ਹਾਂ। ਹਜ਼ੂਰ ਕਹਿੰਦੇ ਨਿਮਾਣਾ ਹੋ ਕੇ, ਹੰਕਾਰ ਛੱਡ ਕੇ ਜਗ ਦੁਨੀਆ ਦੇ ਅੰਦਰ, ਸੰਸਾਰ ਦੇ ਅੰਦਰ ਵਿਚਰੋ। ਸੋ ਨਾਨਕ ਨਦਰੀ ਪਾਰ। ਹਜ਼ੂਰ ਫਰਮਾਉਂਦੇ ਨੇ ਜੇ ਇੰਜ ਕਰਕੇ ਰਹੋਗੇ ਨਾ, ਨਿਮਾਣੇ ਬਣ ਕੇ, ਗਰੀਬੀ ਧਾਰ ਕੇ, ਤਾਂ ਵਾਹਿਗੁਰੂ ਜੋ ਨਦਰੀ ਹੈ, ਨਜ਼ਰ ਦਾ ਮਾਲਕ ਹੈ, ਪਰਮੇਸ਼ਰ ਮਿਹਰ ਦੀ ਨਜ਼ਰ ਕਰਨ ਵਾਲਾ, ਉਸ ਦੀ ਮਿਹਰ ਦੀ ਨਜ਼ਰ ਦੁਆਰਾ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਓਗੇ। ਪੌੜੀ। ਰਾਰਾ ਰੇਨ ਹੋਤ ਸਭ ਜਾ ਕੀ। ਇਸ ਪੰਕਤੀ ਦੇ ਅਰਥ ਕੁਛ ਵੱਖਰੇ ਵੱਖਰੇ ਢੰਗ ਨਾਲ ਵਿਦਵਾਨਾਂ ਮਹਾਂਪੁਰਸ਼ਾਂ ਦਾਨਿਆਂ ਕੀਤੇ ਹਨ। ਰਾਰੇ ਅੱਖਰ ਰਾਹੀਂ ਹਜ਼ੂਰ ਉਪਦੇਸ਼ ਦਿੰਦੇ ਨੇ ਕਿ ਜਿਹੜਾ ਸਭ ਜਾ ਕੀ, ਸਾਰੀਆਂ ਜਗ੍ਹਾ ਦੀ ਚਰਨ ਧੂੜ ਬਣ ਜਾਂਦਾ, ਸਾਰੀਆਂ ਜਗ੍ਹਾ 'ਤੇ ਸਭ ਥਾਈਂ ਰੇਣ ਹੋ ਜਾਂਦਾ। ਸੋ ਇਸ ਪ੍ਰਕਾਰ ਉਹ ਹੀ ਤਰਦਾ। ਇਸੇ ਤਰ੍ਹਾਂ ਜਾ ਕੀ ਰੱਬ ਦੇ ਜਿਹੜੇ ਜਨ ਹਨ, ਉਹਨਾਂ ਦੇ ਸਭਨਾਂ ਜਨਾਂ ਦੀ ਚਰਨ ਰੇਣ ਹੋ ਜਾਂਦਾ। ਔਰ ਇੰਜ ਵੀ ਅਰਥ ਕੀਤਾ ਸਿਆਣਿਆਂ ਨੇ, ਗੁਰਮੁਖ ਪਿਆਰਿਆਂ ਨੇ, ਰਾਰੇ ਅੱਖਰ ਰਾਹੀਂ ਉਪਦੇਸ਼ ਹੈ ਸਤਿਗੁਰੂ ਮਹਾਰਾਜ ਵੱਲੋਂ ਕਿ ਜਿਹੜਾ ਜਿਸ ਪਰਮਾਤਮਾ ਦੀ ਸਾਰੇ ਹੀ ਲੋਕ ਆਖਰ ਧੂੜ ਬਣ ਜਾਂਦੇ ਨੇ। ਜਿਹੜੇ ਸਤਿਗੁਰੂ ਮਹਾਰਾਜ ਹਨ, ਜਿਨ੍ਹਾਂ ਸਤਿਗੁਰਾਂ ਦੀ ਸਾਰਿਆਂ ਨੂੰ ਆਖਰ ਚਰਨ ਧੂੜ ਬਣਨਾ ਪੈਂਦਾ, ਕਿਉਂਕਿ ਸਤਿਗੁਰੂ ਵਿੱਚ ਗੁਣ ਹੀ ਇੰਨੇ ਹਨ, ਮਹਾਨ ਹੀ ਏਡੇ ਹਨ। ਸੱਚੇ ਪਾਤਸ਼ਾਹ ਅਕਾਲ ਪੁਰਖ ਹੀ ਏਡਾ ਮਹਾਨ ਹੈ, ਸਭਨਾਂ ਨੂੰ ਉਸ ਦੀ ਧੂੜ ਤਾਂ ਬਣਨਾ ਹੀ ਪੈਂਦਾ। ਤਜ ਅਭਿਮਾਨ ਛੁੱਟੈ ਤੇਰੀ ਬਾਕੀ। ਤਾਂ ਜਿਉਂਦਾ ਹੀ ਇਹ ਜੀਵ ਆਪਣੇ ਹਿਰਦੇ ਅੰਦਰੋਂ ਜੇ ਤੂੰ ਅਭਿਮਾਨ ਛੱਡ ਦਵੇਂ, ਜਿਸ ਪਰਮਾਤਮਾ ਦੀ ਸ਼ਰਨ ਪੈਣਾ ਹੀ ਪੈਣਾ, ਧੂੜ ਬਣਨਾ ਹੀ ਪੈਣਾ, ਤੋ ਉਹ ਜਿਉਂਦਿਆਂ ਹੀ ਉਸ ਦੇ ਅੱਗੇ ਆਪਣਾ ਅਭਿਮਾਨ, ਹਿਰਦੇ ਦਾ ਹੰਕਾਰ ਛੱਡ ਦੇ ਤੇ ਛੁੱਟੈ ਤੇਰੀ ਬਾਕੀ। ਜੇ ਜਿਉਂਦਾ ਹੀ ਹੰਕਾਰ ਹੁਣੇ ਹੀ ਛੱਡ ਦਵੇਂ ਤਾਂ ਤੇਰੀ ਜਿਹੜੀ ਕਰਮਾਂ ਦੀ ਬਾਕੀ ਆ ਨਾ, ਲੇਖਾ ਜੋਖਾ, ਹਿਸਾਬ ਕਿਤਾਬ, ਉਸ ਤੋਂ ਤੂੰ ਛੁੱਟ ਜਾਏਗਾ, ਭਾਵ ਉਹ ਲੇਖਾ ਮੁੱਕ ਜਾਏਗਾ। ਰਣ ਦਰਗਹਿ ਤਉ ਸੀਝੈ ਭਾਈ। ਇਹ ਜਿਹੜਾ ਸੰਸਾਰ ਹੈ, ਇੱਕ ਜੰਗ ਦਾ ਅਖਾੜਾ ਹੈ। ਵਿਕਾਰਾਂ ਦੇ ਨਾਲ ਜੰਗ ਕਰੀਦੀ ਹੈ, ਗੁਰਮੁਖ ਪਿਆਰੇ ਕਰਦੇ ਨੇ। ਇਸ ਜਗਤ ਰੂਪੀ ਰਣ ਅਖਾੜਾ ਜਿਹੜਾ ਜੰਗ ਦਾ ਹੈ, ਇਹਦੇ ਵਿੱਚ ਵੀ ਤੇ ਵਾਹਿਗੁਰੂ ਦੀ ਦਰਗਾਹ ਵਿੱਚ ਵੀ ਸੀਝੈ ਭਾਈ, ਤਾਂ ਤੂੰ ਕਾਮਯਾਬ ਹੋਵੇਗਾ। ਇਸ ਦੁਨੀਆ ਵਿੱਚ ਵਿਕਾਰਾਂ ਦੀ ਜੰਗ ਵਿੱਚ ਜੰਗ ਕਰਕੇ, ਲੜ ਕੇ, ਜਿੱਤ ਕੇ ਤੂੰ ਕਾਮਯਾਬ ਹੋ ਕੇ ਵਾਹਿਗੁਰੂ ਦੇ ਦਰਬਾਰ ਵਿੱਚ ਪ੍ਰਵਾਨ ਹੋਏਗਾ। ਕਿਸ ਤਰ੍ਹਾਂ ਜੋ ਗੁਰਮੁਖ ਰਾਮ ਨਾਮ ਲਿਵਲਾਏ। ਜੋ ਜਦੋਂ ਗੁਰਾਂ ਦੇ ਸਨਮੁਖ ਹੋ ਕੇ ਰਾਮ ਰਮੇ ਹੋਏ ਪਰਮੇਸ਼ਰ ਦੇ ਨਾਮ ਵਿੱਚ ਲਿਵ ਲਾਈ ਹੋਵੇਗੀ, ਪਰਮਾਤਮਾ ਦੇ ਨਾਮ ਵਿੱਚ ਲਿਵ ਲਾ ਕੇ ਜੀਵਨ ਬਤੀਤ ਕਰੇਗਾ, ਤਾਂ ਇਸ ਦੁਨੀਆ ਦੇ ਰਣ ਵਿੱਚ ਵੀ ਜਿੱਤ ਜਾਏਗਾ ਤੇ ਪਰਮਾਤਮਾ ਦੀ ਦਰਗਾਹ ਵਿੱਚ ਵੀ ਸੁਰਖਰੂ ਹੋ ਕੇ ਜਾਏਗਾ। ਰਹਿਤ ਰਹਿਤ ਰਹਿ ਜਾਹੇ ਬਿਕਾਰਾ। ਰਹਿਤ ਜਿਹੜੀ ਗੁਰੂ ਮਹਾਰਾਜ ਦੀ ਦੱਸੀ ਰਹਿਣੀ ਹੈ, ਇਹਦੇ 'ਚ ਰਹਿੰਦਿਆਂ ਹੋਇਆਂ ਰਹਿ ਜਾਹੇ ਵਿਕਾਰਾ, ਸਾਰੇ ਵਿਕਾਰ ਰਹਿ ਜਾਣਗੇ, ਭਾਵ ਮੁੱਕ ਜਾਣਗੇ। ਇਸੇ ਤਰ੍ਹਾਂ ਰਹਿਤ ਰਹਿਤ ਹਟਦਿਆਂ ਹਟਦਿਆਂ ਸਾਰੇ ਵਿਕਾਰ ਤੇਰਾ ਪਿੱਛਾ ਛੱਡ ਜਾਣਗੇ, ਪਿੱਛੇ ਰਹਿ ਜਾਣਗੇ। ਗੁਰਪੂਰੇ ਕੈ ਸ਼ਬਦ ਅਪਾਰਾ। ਜੇ ਪੂਰਿਆਂ ਸਤਿਗੁਰਾਂ ਦੇ ਮਹਾਨ ਪਵਿੱਤਰ ਸ਼ਬਦ ਉਪਦੇਸ਼ ਦੁਆਰਾ ਅਪਾਰਾ ਬੇਅੰਤ ਜੋ ਪਰਮੇਸ਼ਰ ਉਹਦੇ ਨਾਲ ਜੁੜ ਜਾਏਗਾ, ਤਾਂ ਸੋ ਅਪਾਰ ਬੇਅੰਤ ਸਰੂਪ ਸਤਿਗੁਰੂ ਮਹਾਰਾਜ, ਜਿਨ੍ਹਾਂ ਦਾ ਸ਼ਬਦ ਬਹੁਤ ਮਹਾਨ ਬੇਅੰਤ ਅਪਾਰ ਹੈ, ਜਿਸ ਸ਼ਬਦ ਵਿਧੀਆਂ ਕਲਾ ਸ਼ਕਤੀਆਂ ਦਾ ਕੋਈ ਅੰਤ ਪਾਰਾਵਾਰ ਨਹੀਂ। ਰਾਤੇ ਰੰਗ ਨਾਮ ਰਸ ਮਾਤੇ। ਜਿਹੜੇ ਰੰਗੇ ਹਨ ਵਾਹਿਗੁਰੂ ਪਰਮਾਤਮਾ ਦੇ ਰੰਗ ਵਿੱਚ, ਆਨੰਦ ਵਿੱਚ ਤੇ ਨਾਮ ਦੇ ਰਸ ਵਿੱਚ ਮਾਤੇ ਮਸਤ ਹੋਏ ਹੋਏ ਨੇ। ਨਾਨਕ ਹਰ ਗੁਰ ਕੀਨੀ ਦਾਤੇ। ਉਹੋ ਹੀ ਨਾਮ ਰੰਗ ਵਿੱਚ ਰਤੇ ਹੋਏ ਨੇ, ਉਹੋ ਹੀ ਨਾਮ ਦੇ ਰਸ ਵਿੱਚ ਮਸਤੇ ਹੋਏ ਨੇ, ਜਿਨ੍ਹਾਂ ਦੇ ਤਾਈਂ ਸਤਿਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਹਰੀ ਸਰੂਪ ਸਤਿਗੁਰਾਂ ਨੇ ਦਾਤ ਕੀਤੀ ਹੈ। ਦਾਤ ਕਰੋ ਮੇਰੇ ਦਾਤਾਰਾ। ਦਾਤ ਕਰਨ ਤੋਂ ਮਤਲਬ ਦਾਤ ਦੇਣੀ। ਸੋ ਜਿਨ੍ਹਾਂ ਦੇ ਤਾਈਂ ਹਰੀ ਸਤਿਗੁਰੂ ਜੀ ਨੇ, ਹਰੀ ਸਰੂਪ ਸਤਿਗੁਰੂ ਜੀ ਨੇ ਦਾਤ ਬਖਸ਼ੀ। ਅਸੀਂ ਦਾਤੇ ਪਾਠ ਕਰਨਾ ਦਿਖਲਾ ਕੇ ਸਤਿਗੁਰਾਂ ਨੇ ਜਿਨ੍ਹਾਂ ਦੇ ਤਾਈਂ ਦਾਤ ਬਖਸ਼ੀ ਹੈ ਨਾ, ਉਹ ਹੀ ਇਸ ਰੰਗ ਵਿੱਚ ਰਤੇ ਹੋਏ ਨੇ, ਉਹ ਹੀ ਨਾਮ ਦੇ ਰਸ ਦੀ ਮਸਤੀ ਵਿੱਚ ਨੇ। ਸ਼ਲੋਕ। ਲਾਲਚ ਝੂਠ ਬਿਖੈ ਵਿਆਦ, ਇਆ ਦੇਹੀ ਮਹਿ ਬਾਸ। ਜੀਆਂ ਦੇ ਮਨਾਂ ਅੰਦਰ ਲਾਲਚ ਬਹੁਤ ਪ੍ਰਬਲ ਹੋ ਰਿਹਾ ਹੈ, ਔਰ ਝੂਠ ਜਿਹੜਾ ਸੰਸਾਰ ਹੈ ਇਹ ਵਸਿਆ ਹੋਇਆ। ਸੰਸਾਰ ਦੇ ਝੂਠੇ ਪਦਾਰਥ ਵਸੇ ਹੋਏ ਨੇ। ਇਹਨਾਂ ਪਦਾਰਥਾਂ ਦੀ ਖਾਤਰ ਜਾਂ ਦੁਨੀਆ ਵਿੱਚ ਆਪਣੀ ਇੱਜ਼ਤ ਬਣਾਉਣ ਦੀ ਖਾਤਰ ਝੂਠ ਵੀ ਬੋਲਦੇ ਨੇ, ਮਨ ਵਿੱਚ ਝੂਠ ਵਸਿਆ ਹੋਇਆ। ਅਤੇ ਵਿਖੇ ਜਿਹੜੇ ਵਿਸ਼ੇ ਵਿਕਾਰ ਹਨ, ਵਿਆਦ, ਇਹ ਰੋਗ ਬਣ ਕੇ ਅੰਦਰ ਚੰਬੜੇ ਹੋਏ ਨੇ ਜੀਵ ਨੂੰ। ਯਾ ਦੇਹੀ ਮੈਂ ਬਾਸ। ਇਸ ਦੇਹੀ ਦੇ ਅੰਦਰ ਹੀ ਸਾਰੀਆਂ ਚੀਜ਼ਾਂ ਦਾ ਵਾਸਾ ਹੈ।
ਲਾਲਚ ਦਾ, ਝੂਠ ਦਾ ਤੇ ਵਿਸ਼ਿਆਂ ਰੂਪੀ ਵਿਆਧ ਰੋਗਾਂ ਦਾ ਇਸ ਦੇਹ ਅੰਦਰ ਵਾਸਾ ਹੋਇਆ। ਵੈਸੇ ਤਾਂ ਇਹ ਮਨ ਦਾ ਵਿਸ਼ਾ ਨੇ। ਕਾਮ, ਕ੍ਰੋਧ, ਮੋਹ, ਹੰਕਾਰ ਮਨ ਦਾ ਵਿਸ਼ਾ। ਮਨ ਵਿੱਚ ਹੈਨ ਤਾਂ ਹੀ ਇੰਦਰੀਆਂ ਨੂੰ ਅਧੀਨ ਕਰ ਲੈਂਦੇ ਆ, ਤਾਂ ਹੀ ਮਨੁੱਖ ਦਾ ਸਰੀਰ ਵੀ ਅਧੀਨ ਹੋ ਜਾਂਦਾ ਤੇ ਫਿਰ ਇਹ ਉਹੋ ਜਿਹੇ ਕਰਮ ਕਮਾਉਂਦਾ ਸਰੀਰਕ ਤੌਰ 'ਤੇ। ਇਸ ਕਰਕੇ ਦੇਹ ਦੇ ਅੰਦਰ ਹੀ ਸਾਰੀਆਂ ਦਾ ਵਾਸਾ ਹੋਇਆ ਨਾ ਚੀਜ਼ਾਂ ਦਾ। ਹਰ ਹਰ ਅੰਮ੍ਰਿਤ ਗੁਰਮੁਖ ਪੀਆ, ਨਾਨਕ ਸੂਖ ਨਿਵਾਸ। ਹਜ਼ੂਰ ਕਹਿੰਦੇ ਨੇ ਜਿਹਨੇ ਗੁਰਾਂ ਦੇ ਸਨਮੁਖ ਹੋ ਕੇ ਵਾਹਿਗੁਰੂ ਵਾਹਿਗੁਰੂ ਪਰਮਾਤਮਾ ਦੇ ਨਾਮ ਦਾ ਅੰਮ੍ਰਿਤ ਪੀਤਾ ਹੈ, ਉਹ ਨਾਮ ਜਿਹੜਾ ਆਤਮਿਕ ਮੌਤ ਨੂੰ ਖਤਮ ਕਰ ਦਿੰਦਾ, ਆਤਮਿਕ ਮੌਤ ਤੋਂ ਬਿਨਾਂ ਕਰ ਦਿੰਦਾ, ਆਤਮਿਕ ਜੀਵਨ ਦਿੰਦਾ। ਜਿਸ ਨੇ ਇਹ ਨਾਮ ਅੰਮ੍ਰਿਤ ਪੀਤਾ, ਸੂਖ ਨਿਵਾਸ। ਹਜ਼ੂਰ ਗੁਰੂ ਅਰਜਨ ਦੇਵ ਜੀ ਕਹਿੰਦੇ ਉਸ ਦਾ ਆਤਮਿਕ ਸੁਖ ਵਿੱਚ ਨਿਵਾਸ ਹੋ ਜਾਂਦਾ ਹੈ। ਪੌੜੀ। ਲੱਲਾ ਲਾਵੋ ਔਖਦ ਜਾਹੂ। ਹੇ ਵਾਹਿਗੁਰੂ ਅਕਾਲ ਪੁਰਖ ਜੀ, ਜਿਸ ਦੇ ਤਾਈਂ ਤੁਸੀਂ ਇਹ ਔਖਦੀ ਲਾ ਦਿੰਦੇ ਹੋ। ਔਖਦੀ ਹੁੰਦੀ ਹੈ ਦਵਾਈ। ਜਿਵੇਂ ਕਹਿੰਦੇ ਨੇ ਫਲਾਣੇ ਨੂੰ ਪੱਕੀ ਦਵਾਈ ਲੱਗੀ ਹੋਈ ਹੈ। ਕੋਈ ਰੋਗ ਹੈ ਤੇ ਰੋਗ ਦਾ ਇਲਾਜ ਕਰਨ ਵਾਸਤੇ ਦਵਾਈ ਲੱਗੀ ਹੋਈ ਹੈ। ਹੇ ਵਾਹਿਗੁਰੂ ਜੀ, ਲੱਲੇ ਅੱਖਰ ਰਾਹੀਂ ਸਤਿਗੁਰੂ ਅਰਜਨ ਦੇਵ ਫਰਮਾਉਂਦੇ ਨੇ, ਜਿਸ ਦੇ ਤਾਈਂ ਮਹਾਰਾਜ ਤੁਸੀਂ ਆਪਣੇ ਨਾਮ ਦੀ ਔਸ਼ਧੀ ਦਵਾਈ ਲਾ ਦਿੰਦੇ ਹੋ ਜਿਹਦੇ ਹਿਰਦੇ ਅੰਦਰ, ਦੁੱਖ ਦਰਦ ਤੇ ਮਿਟਹਿ ਖਿਨਾਹੂ। ਜਦੋਂ ਇਹ ਦਵਾਈ ਪੱਕੀ ਲੱਗ ਜਾਂਦੀ ਹੈ ਨਾ, ਜਿਵੇਂ ਅਮਲ ਲੱਗ ਜਾਂਦਾ ਹੈ, ਅਮਲੀ ਜੀਵ ਅਮਲ ਖਾਏ, ਇਸ ਪ੍ਰਕਾਰ ਇਹ ਦਵਾਈ ਲੱਗ ਜਾਂਦੀ ਹੈ ਰੋਗਾਂ ਦਾ ਇਲਾਜ ਕਰਨ ਲਈ। ਜਿਹੜੇ ਕਾਮ, ਕ੍ਰੋਧ, ਮੋਹ, ਲੋਭ, ਹੰਕਾਰ ਆਦਿਕ ਰੋਗ ਲੱਗੇ ਹੋਏ ਨੇ। ਕਿਉਂਕਿ ਮੇਰਾ ਵੈਦ ਗੁਰੂ ਗੋਵਿੰਦਾ, ਹਰ ਹਰ ਨਾਮ ਔਖਦ ਮੁਖ ਦੇਵੈ, ਕਾਟੈ ਜਮ ਕੀ ਫੰਦਾ। ਜਿਸ ਦੇ ਅੰਦਰ ਸੱਚੇ ਪਾਤਸ਼ਾਹ ਸਤਿਗੁਰੂ ਜੀ ਅਕਾਲ ਪੁਰਖ ਪਰਮਾਤਮਾ ਹੀ ਗੁਰੂ ਰੂਪ ਹੋਇਆ, ਜਿਸ ਦੇ ਤਾਈਂ ਮਹਾਰਾਜ ਤੁਸੀਂ ਇਹ ਦਵਾਈ ਲਾ ਦਿੰਦੇ ਹੋ ਆਪ ਬਖਸ਼ਿਸ਼ ਕਰਕੇ। ਉਹਦੇ ਦੁੱਖ ਜਿਹੜੇ ਹਨ, ਵਿਛੋੜੇ ਦਾ ਦੁੱਖ ਹੈ ਵੱਡਾ, ਹੋਰ ਅਨੇਕਾਂ ਦੁੱਖ ਨੇ ਇਸ ਦੁੱਖ ਤੋਂ ਅੱਗੇ ਜਨਮ ਲਏ ਹੋਏ, ਅਤੇ ਦਰਦਾਂ ਜਿਹੜੀਆਂ ਜੰਮਣ ਮਰਨ ਦੀਆਂ ਪੀੜਾਂ ਹਨ, ਇਹ ਉਸ ਦੀਆਂ ਸਾਰੀਆਂ ਖਿਣ ਵਿੱਚ ਹੀ ਸੱਚੇ ਪਾਤਸ਼ਾਹ ਤੁਸੀਂ ਮਿਟਾ ਦਿੰਦੇ ਹੋ। ਖਿਣ ਵਿੱਚ ਹੀ ਦਰਦਾਂ ਮਿਟ ਜਾਂਦੀਆਂ ਹਨ। ਨਾਮ ਔਖਦ ਜੇ ਹਿਰਦੈ ਹਿਤਾਵੈ। ਜਿਸ ਵਿਅਕਤੀ ਦੇ ਹਿਰਦੇ ਅੰਦਰ ਵਾਹਿਗੁਰੂ ਦੇ ਨਾਮ ਦੀ ਔਸ਼ਧੀ ਨਾਲ ਪ੍ਰੇਮ ਲੱਗ ਜਾਂਦਾ ਹੈ, ਸੋ ਹਿੱਤ ਲੱਗ ਜਾਂਦਾ ਹੈ, ਜਿਹੜਾ ਲਗਾਓ ਕਰ ਰੱਖਦਾ ਇਸ ਨਾਮ ਰੂਪੀ ਔਖਧੀ ਨਾਲ ਆਪਣੇ ਹਿਰਦੇ 'ਚੋਂ, ਤਾਹੇ ਰੋਗ ਸੁਪਨੇ ਨਹੀਂ ਆਵੈ। ਤਾਂ ਫਿਰ ਪ੍ਰਤੱਖ ਰੂਪ ਵਿੱਚ ਤਾਂ ਰੋਗ ਉਹਦੇ ਨੇੜੇ ਕੀ ਆਉਣਾ ਹੈ। ਮਹਾਰਾਜ ਕਹਿੰਦੇ ਸੁਪਨੇ ਵਿੱਚ ਵੀ, ਸੁਪਨੇ ਮਾਤਰ ਵੀ ਰੋਗ ਉਸ ਦੇ ਕੋਲ ਨਹੀਂ ਆਉਂਦਾ ਹੈ। ਭਾਵ ਭੋਰਾ ਜਿੰਨਾ ਵੀ ਰੋਗ ਨੇੜੇ ਨਹੀਂ ਆਉਂਦਾ ਹੈ। ਕਾਮ, ਕ੍ਰੋਧ, ਮੋਹ, ਲੋਭ, ਹੰਕਾਰ ਇਹ ਸਾਰੇ ਰੋਗ ਚੰਬੜੇ ਹੋਏ ਨੇ। ਹਉਮੈ ਰੋਗ ਮਨੁੱਖ ਕੋ ਦੀਨਾ, ਕਾਮ ਰੋਗ ਮੈਗਲ ਬਸ ਲੀਨਾ ਆਦਿਕ। ਹਰ ਔਖਦ ਸਭ ਘਟ ਹੈ ਭਾਈ। ਜੇ ਪੁੱਛੀਏ ਮਹਾਰਾਜ ਇਹ ਗੁਰੂ ਮਹਾਰਾਜ ਕਿੱਥੋਂ ਦਿੰਦੇ ਆ ਇਹ ਔਖ ਦੀ ਦਵਾਈ, ਤਾਂ ਸਤਿਗੁਰੂ ਕਹਿੰਦੇ ਨੇ ਹਰੀ ਪਰਮਾਤਮਾ ਦੇ ਨਾਮ ਦੀ ਜਿਹੜੀ ਔਸ਼ਧੀ ਹੈ, ਇਹ ਸਭ ਘਟ ਹਿਰਦਿਆਂ ਦੇ ਅੰਦਰ ਭਾਈ ਹੈ, ਮੌਜੂਦ ਹੈ। ਸੋ ਕਿਸੇ ਹਿਰਦਾ ਕੋਈ ਹਿਰਦਾ ਵੀ ਖਾਲੀ ਨਹੀਂ ਇਸ ਦਵਾਈ ਤੋਂ। ਪਰ ਗੁਰ ਪੂਰੇ ਬਿਨ ਬਿਧ ਨਾ ਬਣਾਈ। ਜਿਵੇਂ ਕੋਈ ਔਸ਼ਧੀ ਹੋਵੇ ਤਾਂ ਸਹੀ ਕੋਲ, ਪਰ ਉਹਦਾ ਗਿਆਨ ਨਾ ਸਾਨੂੰ ਹੋਵੇ ਕਿ ਕਿਸ ਰੋਗ ਵਾਸਤੇ ਕਿਹੜੀ ਦਵਾਈ ਹੈ। ਅਜਾਣ ਵਿਅਕਤੀ ਰੋਗ ਹੋਰ ਹੋਵੇ, ਦਵਾਈ ਹੋਰ ਖਾ ਲੈ ਤੇ ਨੁਕਸਾਨ ਹੋ ਜਾਏਗਾ। ਜਿਵੇਂ ਇੱਕ ਮਹਾਂਪੁਰਸ਼ਾਂ ਬਚਨ ਦੱਸਿਆ ਵੀ ਇੱਕ ਵੈਦ ਤਾਂ ਸੀ, ਪਰ ਉਹਨੇ ਖਿਆਲ ਨਾ ਕੀਤਾ, ਤੇਜ਼ਾਬ ਪੀ ਲਿਆ ਤਾਂ ਉਹਦਾ ਪੇਟ ਹੀ ਫਟ ਗਿਆ ਸੀ ਸਾਰਾ। ਉਸ ਵੇਲੇ ਅੱਗ ਲੱਗ ਗਈ ਅੰਦਰ ਉਹਦੇ, ਤੇ ਵੈਦ ਹੀ ਮਰ ਗਿਆ। ਸੋ ਇਸ ਪ੍ਰਕਾਰ ਔਸ਼ਧੀ ਜਿਹੜੀ ਆ, ਬੜੀਆਂ ਔਖਦੀਆਂ ਦਵਾਈਆਂ ਸੰਸਾਰ 'ਤੇ ਮੌਜੂਦ ਨੇ। ਪੁਰਾਣੇ ਸਮੇਂ ਤਾਂ ਕੇਵਲ ਆਯੁਰਵੈਦਿਕ ਹੀ ਹੁੰਦੀਆਂ ਸੀ, ਹੁਣ ਤਾਂ ਅਨੇਕਾਂ ਤਰ੍ਹਾਂ ਦੀਆਂ। ਪਰ ਉਹਨਾਂ ਦਵਾਈਆਂ ਦਾ ਗਿਆਨ ਨਹੀਂ ਜਿਸ ਨੂੰ, ਉਹ ਵਿਅਕਤੀ ਕਿਸੇ ਨੂੰ ਗਲਤ ਦਵਾਈ ਦੇ ਮਾਰ ਦੇਵੇਗਾ। ਸੋ ਇਸ ਕਰਕੇ ਹਰੀ ਪਰਮੇਸ਼ਰ ਦੇ ਨਾਮ ਦੀ ਔਸ਼ਧੀ ਸਾਰੇ ਘਟ ਹਿਰਦਿਆਂ 'ਚ ਮੌਜੂਦ ਹੈ। ਪਰ ਗੁਰ ਪੂਰੇ ਬਿਨ ਬਿਧ ਨਾ ਬਣਾਈ। ਪੂਰਾ ਗੁਰੂ ਹੋਵੇ, ਰੋਗ ਦਾਰੂ ਦੋਵੇਂ ਬੁੱਝੈ ਤਾਂ ਵੈਦ ਸੁਜਾਨ। ਜਿਹੜਾ ਰੋਗ ਨੂੰ ਵੀ ਬੁੱਝਦਾ ਹੋਵੇ ਤੇ ਉਸ ਰੋਗ ਦੀ ਦਵਾਈ ਨੂੰ ਵੀ ਬੁੱਝਦਾ ਜਾਣਦਾ ਹੋਵੇ, ਉਹ ਹੀ ਸਿਆਣਾ ਵੈਦ ਆ, ਹਕੀਮ ਹੈ। ਇਉਂ ਸੱਚੇ ਪਾਤਸ਼ਾਹ ਜੀ ਪੂਰੇ ਵੈਦ ਹਨ। ਪੂਰੇ ਗੁਰੂ ਤੋਂ ਬਗੈਰ ਇਸ ਦਵਾਈ ਦੀ ਵਰਤੋਂ ਤੇ ਇਲਾਜ ਬਾਰੇ ਵਿਧ ਨਹੀਂ ਬਣਾਈ ਕਿਸੇ ਨੇ। ਕੋਈ ਵਿਧ ਨਹੀਂ ਬਣਾ ਸਕਦਾ ਇਸ ਔਸ਼ਧੀ ਨੂੰ ਵਰਤਣ ਵਾਸਤੇ, ਕਿਵੇਂ ਰੋਗਾਂ ਦੀ ਨਿਵਰਤੀ ਇਹ ਕਰਦੀ ਹੈ। ਗੁਰਪੂਰੈ ਸੰਜਮ ਕਰ ਦੀਆ। ਜਿਵੇਂ ਵੈਦ ਲੋਕ, ਹਕੀਮ ਲੋਕ ਨਾਲ ਪਰਹੇਜ਼ ਵੀ ਦੱਸਦੇ ਨੇ, ਇਸੇ ਤਰ੍ਹਾਂ ਪੂਰੇ ਸਤਿਗੁਰੂ ਮਹਾਰਾਜ ਨੇ ਆਪਣੇ ਸਿੱਖਾਂ ਨੂੰ ਸੰਜਮ ਕਰਕੇ ਦਿੱਤਾ। ਸੰਜਮ ਜਿਹੜੀ ਰਹਿਤ ਮਰਿਆਦਾ ਹੈ। ਸੋ ਜਿਹੜੀਆਂ ਬੱਜਰ ਕਰੈਤਾਂ ਨੂੰ ਤਿਆਗਣਾ ਹੈ,
ਤੇ ਜੀਵਨ ਦੀ ਰਹਿਣੀ ਜਿਸ ਤਰ੍ਹਾਂ ਰਹਿਣੀ ਹੈ ਸੱਚੇ ਪਾਤਸ਼ਾਹ ਨੇ ਦੱਸੀ ਹੋਈ। ਸੋ ਇਸ ਤਰ੍ਹਾਂ ਆਪਣੇ ਸਰੀਰ ਨੂੰ, ਆਪਣੇ ਜੀਵਨ ਨੂੰ ਸੰਜਮ ਵਿੱਚ, ਕੰਟਰੋਲ 'ਚ, ਸਵੈ ਕਾਬੂ 'ਚ ਰੱਖਣਾ, ਇਹ ਪਰਹੇਜ਼ ਹੈ। ਦਵਾਈ ਵਾਹਿਗੁਰੂ ਦੇ ਨਾਮ ਦੀ ਹੈ। ਅਤੇ ਜਿਹੜਾ ਮਰਿਆਦਾ 'ਚ ਰਹਿਣਾ, ਨਿੰਦਿਆ ਚੁਗਲੀ ਤਿਆਗਣੀ। ਸੋ ਇਸੇ ਤਰ੍ਹਾਂ ਬੁਰਾ ਕਰਨ ਦਾ ਫੁਰਨਾ ਤਿਆਗਣਾ ਮਨ ਅੰਦਰੋਂ, ਹੋਰ ਵੀ ਸਾਰੇ ਕਰਮ ਤਿਆਗਣੇ ਬੁਰੇ ਜੋ ਹਨ, ਇਹ ਸਤਿਗੁਰੂ ਮਹਾਰਾਜ ਨੇ ਸੰਜਮ ਕਰਕੇ ਦਿੱਤਾ ਹੈ। ਨਾਨਕ ਤਉ ਫਿਰ ਦੁਖ ਨ ਥੀਆ। ਅਤੇ ਜਿਹੜੇ ਸਤਿਗੁਰੂ ਦੇ ਦੱਸੇ ਪਰਹੇਜ਼ ਨੂੰ ਅਤੇ ਦਵਾਈ ਨੂੰ ਵਰਤਦੇ ਹਨ ਸੱਚੇ ਪਾਤਸ਼ਾਹ ਦੇ ਆਖੇ ਲੱਗ ਕੇ, ਤਾਂ ਸਤਿਗੁਰੂ ਅਰਜਨ ਦੇਵ ਜੀ ਕਹਿੰਦੇ ਤਾਂ ਫਿਰ ਉਹਨਾਂ ਨੂੰ ਦੁਖ ਨਾ ਥੀਆ ਹੋਇਆ, ਉਹਨਾਂ ਨੂੰ ਫਿਰ ਦੁੱਖ ਨਹੀਂ ਹੋਇਆ ਹੈ। ਸਾਰੇ ਦੁੱਖ ਉਹਨਾਂ ਦੇ ਨਿਵਰਤ ਹੋ ਜਾਂਦੇ ਹਨ। ਸ਼ਲੋਕ ਹਜ਼ੂਰ ਅਗਲਾ ਸ਼ਲੋਕ ਉਚਾਰਦੇ ਨੇ, ਵਾਸੁਦੇਵ ਸਰਬੱਤਰ ਮੈਂ। ਸਾਰਿਆਂ ਨੂੰ ਆਪਣੇ 'ਚ ਵਾਸਾ ਦੇਣ ਵਾਲਾ ਅਤੇ ਆਪ ਸਾਰਿਆਂ 'ਚ ਵਾਸ ਕਰਨ ਵਾਲਾ ਦੇਵ ਪ੍ਰਕਾਸ਼ ਰੂਪ ਜੋ ਵਾਹਿਗੁਰੂ ਪਰਮੇਸ਼ਰ ਹੈ, ਸਰਬੱਤਰ ਮੈਂ, ਸਾਰਿਆਂ ਜੀਆਂ ਦੇ ਅੰਦਰ ਹੈ ਸਮਾਇਆ ਹੋਇਆ। ਊਣ ਨਾ ਕਤਹੂ ਠਾਏ। ਕੋਈ ਥਾਂ ਐਸੀ ਨਹੀਂ ਜਿੱਥੇ ਊਣਤਾ ਹੋਏ ਪਰਮਾਤਮਾ ਦੀ, ਭਾਵ ਕਿਸੇ ਥਾਂ 'ਤੇ ਵੀ ਵਾਹਿਗੁਰੂ ਦੀ ਅਣਹੋਂਦ ਨਹੀਂ ਹੈ। ਸੋ ਕਿਸੇ ਥਾਂ 'ਤੇ ਵੀ ਘੱਟ ਨਹੀਂ ਪਰਮੇਸ਼ਰ। ਜਿਵੇਂ ਉਹ ਜਮਾਨ ਕੇ ਵਿਖੇ ਸਮਸਤ ਇੱਕ ਜੋਤ ਹੈ, ਨਾ ਘਾਟ ਹੈ ਨਾ ਬਾੜ ਹੈ, ਨਾ ਘਾਟ ਬਾੜ ਹੋਤ ਹੈ। ਅੰਤਰ ਬਾਹਰ ਸੰਗ ਹੈ, ਜੀਆਂ ਦੇ ਹਿਰਦੇ ਅੰਦਰ ਵੀ ਅਤੇ ਬਾਹਰ ਸਾਰੇ ਇਲਾਕੇ 'ਚ ਵੀ, ਧਰਤੀ 'ਤੇ ਵੀ। ਸੋ ਸੰਗ ਸਾਥ ਹੀ ਹੈ। ਸੋ ਅੰਤਰ ਬਸੇ ਬਾਹਰ ਪੀ ਉਹੀ, ਨਾਨਕ ਦਰਸ਼ਨ ਦੇਖ ਸਭ ਮੋਹੀ। ਸੋ ਇਸ ਪ੍ਰਕਾਰ ਉਹ ਸੰਗ ਹੀ ਹੈ। ਨਾਨਕ ਕਾਏ ਦੁਰਾਏ। ਫਿਰ ਉਸ ਵਾਹਿਗੁਰੂ ਤੋਂ ਕੀ ਲੁਕਾ ਹੋ ਸਕਦਾ, ਕਿੱਥੇ ਲੁਕਿਆ ਜਾ ਸਕਦਾ, ਉਸ ਤੋਂ ਕੀ ਛੁਪਾਇਆ ਜਾ ਸਕਦਾ। ਭਾਵ ਕੁਝ ਵੀ ਪਰਮਾਤਮਾ ਤੋਂ ਛੁਪਿਆ ਹੋਇਆ ਨਹੀਂ, ਕੁਝ ਵੀ ਲੁਕਿਆ ਹੋਇਆ ਨਹੀਂ। ਸਭ ਕੁਝ ਪਰਮਾਤਮਾ ਜਾਣਦਾ, ਅੰਦਰ ਵੀ ਬੈਠਾ ਜਾਣਦਾ ਸਾਡੇ ਅੰਦਰ ਕੀ ਹੈ। ਸਾਡੇ ਕਰਮ ਜੋ ਹਨ ਉਹਨਾਂ ਨੂੰ ਵੀ ਵੇਖਦਾ ਹੈ ਵਾਹਿਗੁਰੂ। ਪੌੜੀ ਵਵਾ ਵੈਰ ਨਾ ਕਰੀਏ ਕਾਹੂ। ਵਵੇ ਅੱਖਰ ਰਾਹੀਂ ਹਜ਼ੂਰ ਉਪਦੇਸ਼ ਦਿੰਦੇ ਨੇ, ਭਾਈ ਕਾਹੂ ਕਿਸੇ ਦੇ ਨਾਲ ਵੀ ਵੈਰ ਨਹੀਂ ਕਰਨਾ ਚਾਹੀਦਾ। ਵੈਰ ਪੁਰਾਣਾ ਹੁੰਦਾ, ਵਿਰੋਧ ਨਵਾਂ ਜਿਹੜਾ ਹੁਣ ਪੈਦਾ ਹੋਏ ਕਿਸੇ ਦੀ ਖਿਲਾਫ ਵਰਜੀ। ਇਸ ਪ੍ਰਕਾਰ ਕਹਿੰਦੇ ਕਿਸੇ ਦੇ ਨਾਲ ਵੀ ਵੈਰ ਨਹੀਂ ਕਰਨਾ ਚਾਹੀਦਾ। ਦਿਲ 'ਚ ਈਰਖਾ ਨਹੀਂ ਰੱਖਣੀ ਚਾਹੀਦੀ, ਵੈਰ ਭਾਵ ਨਹੀਂ ਰੱਖਣਾ ਚਾਹੀਦਾ। ਘਟ ਘਟ ਅੰਤਰ ਬ੍ਰਹਮ ਸਮਾਹੂ। ਹਰੇਕ ਹਿਰਦੇ ਦੇ ਅੰਦਰ ਬ੍ਰਹਮ ਪਰਮੇਸ਼ਰ ਦੀ ਜੋਤ ਸਮਾਈ ਹੋਈ ਹੈ। ਵਾਹਿਗੁਰੂ ਚੇਤਨ ਸੱਤਾ ਹੋ ਕੇ ਸਭ ਦੇ ਅੰਦਰ ਹੀ ਸਮਾਇਆ ਹੋਇਆ ਨਿਸ਼ਚੇ ਕਰਕੇ। ਵਾਸੁਦੇਵ ਜਲ ਥਲ ਮਹਿ ਰਵਿਆ। ਵਾਸੁਦੇਵ ਪਰਮੇਸ਼ਰ ਜਲਾਂ ਵਿੱਚ ਵੀ ਹੈ, ਥਲਾਂ ਵਿੱਚ ਵੀ ਵਿਆਪਕ ਹੋ ਰਿਹਾ ਹੈ। ਸੋ ਇਸੇ ਤਰ੍ਹਾਂ ਜਲ ਦੀ ਨਿਆਈ ਜਿਹੜੇ ਨਿਰਮਲ ਹਿਰਦੇ ਆ ਉਹਨਾਂ ਵਿੱਚ ਵੀ ਹੈ, ਥਲ ਦੀ ਨਿਆਈ ਜਿਹੜੇ ਖੁਸ਼ਕ ਹਿਰਦੇ ਆ ਉਹਨਾਂ ਦੇ ਵਿੱਚ ਵੀ ਪਰਮੇਸ਼ਰ ਸਮਾਇਆ ਹੋਇਆ, ਪਰ ਗੁਪਤ ਹੈ। ਗੁਰ ਪ੍ਰਸਾਦ ਵਿਰਲੇ ਹੀ ਗਵਿਆ। ਪਰ ਵਿਰਲੇ ਟਾਵੇਂ ਉਹ ਜੀਵ ਹਨ ਜਿਨ੍ਹਾਂ 'ਤੇ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਹੋਈ ਹੈ। ਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਕਿਸੇ ਵਿਰਲੇ ਵਿਅਕਤੀ ਨੇ ਗਵਿਆ ਗਾਇਆ ਹੈ ਉਸ ਪਰਮੇਸ਼ਰ ਦੇ ਜਸ ਨੂੰ, ਔਰ ਵਿਰਲੇ ਹੀ ਗਵਿਆ ਗਮਨ ਕੀਤਾ, ਪਰਮਾਤਮਾ ਤੱਕ ਪਹੁੰਚ ਕੀਤੀ ਹੈ। ਵਾਹਿਗੁਰੂ ਦੀ ਨਜ਼ਦੀਕੀ ਪਹੁੰਚ ਹਾਸਲ ਕੀਤੀ ਹੈ ਗੁਰਾਂ ਦੀ ਕਿਰਪਾ ਨਾਲ ਕਿਸੇ ਵਿਰਲੇ ਨੇ। ਹੈ ਤਾਂ ਸਾਰੇ ਸਮਾਇਆ ਹੋਇਆ ਵਾਹਿਗੁਰੂ, ਪਰ ਹਿਰਦੇ 'ਚ ਵਸਦੇ ਵਾਹਿਗੁਰੂ ਤੱਕ ਪਹੁੰਚ ਕਿਸੇ ਵਿਰਲੇ ਨੇ ਕੀਤੀ ਹੈ। ਵੈਰ ਵਿਰੋਧ ਮਿਟੇ ਤੇ ਮਨ ਤੇ। ਉਸ ਵਿਅਕਤੀ ਦੇ ਮਨ ਤੋਂ ਪੁਰਾਣਾ ਵੈਰ, ਨਵਾਂ ਵਿਰੋਧ ਸਾਰਾ ਕੁਝ ਮਿਟ ਗਿਆ ਹੈ। ਹਰ ਕੀਰਤਨ ਗੁਰਮੁਖ ਜੋ ਸੁਣਤੇ। ਜਿਹੜੇ ਗੁਰਾਂ ਦੇ ਸਨਮੁਖ ਹੋ ਕੇ, ਗੁਰਾਂ ਦੇ ਆਖੇ ਲੱਗ ਕੇ, ਗੁਰੂ ਦੇ ਅਨੁਸਾਰੀ ਹੋ ਕੇ ਉਸ ਹਜ਼ੂਰ ਅਕਾਲ ਪੁਰਖ ਪਰਮਾਤਮਾ ਦੇ ਜਸ ਨੂੰ, ਕੀਰਤਨ ਨੂੰ ਸੁਣਦੇ ਹਨ ਭਾਵਨਾ ਸਹਿਤ, ਸਰਦਾ ਵਿਸ਼ਵਾਸ ਰੂਪੀ ਕੰਨਾਂ ਦੇ ਨਾਲ ਜਿਹੜੇ ਸੁਣਦੇ ਨੇ। ਵਰਨ ਚਿਹਨ ਸਗਲਹ ਤੇ ਰਹਿਤਾ। ਜੋ ਪਰਮੇਸ਼ਰ ਹੈ ਉਹ ਜਾਤ ਵਰਨ ਜਿਹੜੇ ਜਾਤਾਂ ਪਾਤਾਂ ਹਨ ਇਹਨਾਂ ਤੋਂ, ਅਤੇ ਚਿਹਨ ਜਿਹੜੇ ਰੇਖਾ ਹਨ, ਰੂਪ ਰੇਖਾ ਜਿਹੜੀ, ਇਹ ਸਾਰਿਆਂ ਤੋਂ ਰਹਿਤ ਹੈ, ਨਿਰਲੇਪ ਹੈ। ਉਸ ਦੀ ਕੋਈ ਖਾਸ ਜਾਤ ਨਹੀਂ, ਖਾਸ ਚਿੰਨ੍ਹ ਨਿਸ਼ਾਨੀਆਂ, ਆਕਾਰ, ਰੂਪ ਰੇਖ ਉਹਦਾ ਨਹੀਂ ਕੋਈ ਵੀ। ਜਿਵੇਂ ਚੱਕਰ ਚਿਹਨ ਵਰਨ ਜਾਤ ਰਪਾਤ ਨਹਿਨ, ਜੇ ਰੂਪ ਰੰਗ ਰੇਖ ਭੇਖ ਕੋ ਕਹਿ ਨਾ ਸਕਤ ਕਿਹ। ਅਚਲ ਮੂਰਤਨ ਭਉ ਪ੍ਰਕਾਸ਼ ਤੋਜ ਕਿਹਜੈ, ਕੋਟ ਇੰਦਰ ਇੰਦਰਾਣ ਸਾਹੇ ਸਾਹਾਣ ਗਣਿਜੈ। ਸੋ ਜਿਵੇਂ ਪਰਮਾਤਮਾ ਸਰੂਪ ਕ੍ਰਿਸ਼ਨ ਜੀ ਨੂੰ ਕਹਿ ਕੇ ਜਾਦਮ ਬੰਸੀ ਜਾਂ ਰਾਮ ਜੀ ਨੂੰ ਰਘੂਬੰਸੀ ਆਦਿ ਕਿਹਾ ਜਾਂਦਾ। ਮਹਾਰਾਜ ਕਹਿੰਦੇ ਉਹ ਜਾਤਾਂ ਵਰਨਾਂ ਤੋਂ ਰਹਿਤ ਹੈ ਪਰਮਾਤਮਾ, ਅਤੇ ਮਾਇਕੀ ਆਕਾਰਾਂ ਤੋਂ, ਰੂਪ ਰੇਖ ਤੋਂ ਰਹਿਤ ਹੈ। ਨਾਨਕ ਹਰ ਹਰ ਗੁਰਮੁਖ ਜੋ ਕਹਿਤਾ। ਹਜ਼ੂਰ ਸਤਿਗੁਰੂ ਅਰਜਨ ਦੇਵ ਫਰਮਾਉਂਦੇ ਨੇ, ਜਿਹੜਾ ਗੁਰਾਂ ਦੇ ਸਨਮੁਖ ਹੋ ਕੇ ਐਸੇ ਹਰੀ ਪਰਮਾਤਮਾ ਦਾ ਹਰੀ ਹਰੀ ਨਾਮ ਜੋ ਕਹਿਤਾ ਹੈ, ਵਾਹਿਗੁਰੂ ਵਾਹਿਗੁਰੂ ਨਾਮ ਜੋ
ਉਚਾਰਨ ਕਰਦਾ ਹੈ ਉਹ ਵੀ ਉਸ ਵਾਹਿਗੁਰੂ ਪਰਮੇਸ਼ਰ ਦਾ ਸਰੂਪ ਹੀ ਬਣ ਜਾਂਦਾ, ਉਸੇ ਨੂੰ ਉਸ ਵਾਹਿਗੁਰੂ ਦੀ ਪ੍ਰਾਪਤੀ ਹੁੰਦੀ ਹੈ। ਸ਼ਲੋਕ। ਹਉ ਹਉ ਕਰਤ ਬਿਹਾਨੀਆਂ ਸਾਖਤ ਮੁਗਧ ਜਾਨ। ਹਜ਼ੂਰ ਫਰਮਾਉਂਦੇ ਨੇ ਕਿ ਜਿਹੜੇ ਸਾਖਤ ਸ਼ਕਤੀ ਮਾਇਆ ਦੇ ਉਪਾਸ਼ਕ ਬਣੇ ਰਹਿੰਦੇ ਆ ਉਹ ਮੁਗਧ ਮੂਰਖ ਹਨ, ਅਜਾਨ ਬੇਸਮਝ ਹਨ। ਉਹਨਾਂ ਬੇਸਮਝਾਂ ਮੂਰਖਾਂ ਸਾਗਤਾਂ ਨੇ, ਰੱਬ ਤੋਂ ਟੁੱਟੇ ਹੋਏ ਬੇਮੁਖ ਬੰਦਿਆਂ ਨੇ ਮੈਂ ਵੱਡਾ ਹੋ ਜਾਵਾਂ, ਮੈਂ ਕਰਦਿਆਂ ਆਪਣੀ ਉਮਰ ਬਿਹਾਨੀਆਂ ਗੁਜ਼ਾਰ ਛੱਡੀ ਆ। ਇਉਂ ਆਪਣੀ ਉਮਰ ਹਉ ਕਰਦਿਆਂ ਮੈਂ ਕਰਦਿਆਂ ਹੀ ਬਤੀਤ ਕਰ ਜਾਂਦੇ ਹਨ। ਰੜਕ ਮੋਏ ਜਿਉ ਤ੍ਰਿਖਾਵੰਤ ਨਾਨਕ ਕਿਰਤ ਕਮਾਨ। ਇਸ ਪ੍ਰਕਾਰ ਹਜ਼ੂਰ ਕਹਿੰਦੇ ਨੇ ਕਿ ਜਿਸ ਤਰ੍ਹਾਂ ਤ੍ਰਿਖਾਵੰਤ ਪਿਆਸੇ, ਪਾਣੀ ਤੋਂ ਪਿਆਸੇ ਜੀਵ ਜਿਸ ਤਰ੍ਹਾਂ ਰੜਕਦੇ ਆ, ਰੜਕਣ ਦਾ ਮਤਲਬ ਜਿਵੇਂ ਕੰਡਾ ਚੁੱਭਦਾ ਅਤੇ ਉਹਦੀ ਚੋਭ ਨਾਲ ਦੁਖੀ ਹੁੰਦੇ ਆ, ਅਤੇ ਰੜਕ ਮੋਏ ਇਸ ਪ੍ਰਕਾਰ ਝਗੜੇ ਕਰਦੇ ਹੋਏ ਉਹ ਮਰ ਗਏ। ਜਿਵੇਂ ਤ੍ਰਿਖਾਵੰਤ ਪਿਆਸਾ ਜੀਵ ਲੁੱਛਦਾ ਤੜਫਦਾ ਹੈ, ਸੋ ਜਿਹੜਾ ਲਾਗੇ ਉਹਦੇ ਗਲ ਪੈਂਦਾ ਜੇ ਪਾਣੀ ਨਾ ਮਿਲੇ ਤਾਂ। ਇਸੇ ਪ੍ਰਕਾਰ ਰੜਕ ਜਿਵੇਂ ਹੁੰਦੀ ਹੈ ਕੰਡਿਆਂ ਦੀ, ਉਹਦੀ ਚੋਭ ਦੇ ਨਾਲ ਜਿਵੇਂ ਦੁਖੀ ਹੁੰਦਾ ਮਨੁੱਖ, ਇਸ ਤਰ੍ਹਾਂ ਵਿਕਾਰਾਂ ਦੀ ਚੋਭ ਕਰਕੇ, ਪਦਾਰਥਾਂ ਦੇ ਤ੍ਰਿਸ਼ਨਾਲੂ ਹੋਣ ਕਰਕੇ ਪਿਆਸੇ ਜੀਵ ਦੇ ਵਾਂਗ ਜਿਹੜਾ ਆਤਮਿਕ ਜੀਵਨ ਉਹਦੇ ਵੱਲੋਂ ਮਰ ਗਏ। ਨਾਨਕ ਕਿਰਤ ਕਮਾਨ। ਜਿਹੜੇ ਸਾਗਤ ਆ ਉਹ ਕਿਰਤ ਹੀ ਇਹੋ ਜਿਹੀ ਕਮਾਉਂਦੇ ਆ, ਆਪਣੇ ਕਿਰਤਾਂ ਦੀ ਕਰਮਾਂ ਦੀ ਕਮਾਈ ਕਰਨ ਕਰਕੇ ਐਸੀ ਹਾਲਤ ਹੁੰਦੀ। ਪੌੜੀ। ਰਾੜ ਮਿਟੈ ਸੰਗ ਸਾਧੂ। ਜਿਹੜਾ ਮਨ ਦਾ ਝਗੜਾ ਰਾੜੇ ਅੱਖਰ ਰਾਹੀਂ ਉਪਦੇਸ਼ ਦਿੰਦੇ ਹਨ ਕਿ ਜਿਹੜੀ ਅੰਦਰਲੀ ਰਾਰ ਝਗੜਾ ਨਾ ਸਾਡੇ ਅੰਦਰ ਵਿਕਾਰਾਂ ਦਾ, ਇਹ ਸਾਧੂਆਂ ਦੀ ਸੰਗਤ ਵਿੱਚ ਮਿਟਦਾ ਹੈ। ਸੋ ਇਸੇ ਤਰ੍ਹਾਂ ਹਉਮੈ ਦੇ ਕੰਡੇ ਦੀ ਚੋਭ, ਇਹ ਵੀ ਅਰਥ ਕੀਤਾ ਹੈ ਅੜਾੜ ਸ਼ਬਦ ਦਾ। ਸੋ ਰਾਰ ਝਗੜੇ ਤੋਂ ਲਿਆ ਅੜਾੜ, ਅਤੇ ਇਸੇ ਪ੍ਰਕਾਰ ਜਿਹੜਾ ਰੜਕ ਹੈ ਜਿਹੜੀ ਮਤਲਬ ਕੰਡੇ ਦੀ ਚੋਭ ਜਿਵੇਂ ਹੁੰਦੀ ਹੈ, ਇਸ ਤਰ੍ਹਾਂ ਹਉਮੈ ਦੇ ਕੰਡੇ ਦੀ ਚੋਭ ਕਰਕੇ ਜਿਹੜਾ ਮਨੁੱਖ ਦੁਖੀ ਹੈ, ਇਹਦੀ ਇਹ ਰੜਕ ਜਿਹੜੀ ਇਹ ਚੋਭ ਦੀ ਦੁੱਖ ਜਿਹੜਾ ਹੈ ਇਹ ਸਾਧੂਆਂ ਦੀ ਸੰਗਤ, ਸਾਧੂ ਸਤਿਗੁਰਾਂ ਦੇ ਸੰਗ ਸਾਥ ਰਹਿ ਕੇ ਗੁਰਾਂ ਦੇ ਸ਼ਬਦ ਨਾਲ ਜੁੜ ਕੇ ਮਿਲਦਾ। ਕਰਮ ਧਰਮ ਤਤ ਨਾਮ ਅਰਾਧੂ। ਸਾਰੇ ਧਰਮ ਦੇ ਕਰਮਾਂ ਦਾ ਜਿਹੜਾ ਤੱਤ ਹੈ, ਜਿਵੇਂ ਬਚਨ ਕੀਤਾ ਹਜ਼ੂਰ ਨੇ, ਸਰਬ ਧਰਮ ਮੈਂ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ। ਹਰੀ ਦਾ ਨਾਮ ਜਪ ਕੇ ਕਰਮ ਨਿਰਮਲ ਹੁੰਦੇ ਆ। ਇਹ ਸਭ ਤੋਂ ਵੱਡਾ ਸਾਰੇ ਧਰਮਾਂ ਸਿਰ ਸ਼੍ਰੋਮਣੀ ਧਰਮ ਹੈ। ਸਾਰੇ ਕਰਮਾਂ ਧਰਮਾਂ ਦਾ ਤੱਤ ਪਰਮੇਸ਼ਰ ਦਾ ਨਾਮ ਹੈ। ਉਸ ਦੇ ਜੇ ਅਰਾਧੀ ਬਣ ਜਾਈਏ, ਨਾਮ ਦਾ ਆਰਾਧਨ ਕਰਨ ਲੱਗ ਪੈਣ ਜੀਵ, ਤਾਂ ਉਹਨਾਂ ਦੀ ਡੜਕ ਮਿਟਦੀ ਹੈ। ਰੂੜੋ ਜਿਹੇ ਬਸਿਓ ਰਦਮਾਹੀ। ਜਿਸ ਜੀਵ ਦੇ ਹਿਰਦੇ ਅੰਦਰ ਰੂੜੋ ਸੁੰਦਰ ਸਰੂਪ ਵਾਹਿਗੁਰੂ ਜੀ ਵਸ ਜਾਂਦੇ ਹਨ, ਉਹ ਆ ਗਈ ੜਾੜ ਮਿਟਤ ਬਿਨ ਸਾਹੀ। ਫਿਰ ਉਹਨਾਂ ਦੇ ਹਿਰਦੇ ਦਾ ਜਿਹੜਾ ੜਾੜ ਝਗੜਾ ਹੈ, ਸੋ ਇਸ ਪ੍ਰਕਾਰ ਝਗੜਾ ਝਾਂਜਾ ਹੈ ਮਨ ਦਾ ਵਿਕਾਰਾਂ ਦਾ, ਇਹ ਮਿਟਦਿਆਂ ਫਿਰ ਬਿਨਸਾ ਬਿਨਸ ਜਾਏਗਾ, ਲਗਭਗ ਖਤਮ ਹੋ ਜਾਏਗਾ। ਪਰ ਪੂਰਨ ਤੌਰ 'ਤੇ ਮਿਟਦਾ ਬਿਨਸ ਜਾਏਗਾ। ਉਹਨਾਂ ਦੀ ੜਾੜ ਮਿਟ ਜਾਏਗੀ, ਹਉਮੈ ਦੇ ਕੰਡੇ ਦੀ ਚੋਭ ਮਿਟ ਜਾਏਗੀ। ੜਾੜ ਕਰਤ ਸਾਗਤ ਗਵਾਰਾ। ਜਿਹੜਾ ਸਾਗਤ ਸ਼ਕਤੀ ਮਾਇਆ ਦਾ ਉਪਾਸ਼ਕ ਹੈ, ਗਵਾਰ ਮੂਰਖ ਪਰਮੇਸ਼ਰ ਨੂੰ ਭੁਲਾਇਆ ਹੋਇਆ ਜਿਸ ਨੇ, ਉਹੀ ੜਾੜ ਝਗੜਾ ਕਰਦਾ ਸੰਸਾਰ ਦੇ ਹੋਰਨਾਂ ਜੀਆਂ ਨਾਲ, ਬਹੁਤ ਤਰ੍ਹਾਂ ਦੇ ਪਵਾੜੇ ਪਾਉਂਦਾ। ਇਸੇ ਤਰ੍ਹਾਂ ਸੋ ਉਹ ੜਾੜ ਕਰਦਾ ਹੈ, ਹਉਮੈ ਦੇ ਕੰਡੇ ਦੀ ਜਿਹੜੀ ਚੋਭ ਹੈ ਉਹਨੂੰ ਸਤਾਉਂਦੀ ਹੈ। ਜੇ ਹੀਐ ਅਹੰ ਬੁੱਧ ਬੇਕਾਰਾ। ਜਿਸ ਦੇ ਹੀਏ ਹਿਰਦੇ ਦੇ ਅੰਦਰ ਹੰਗਤਾ ਵਾਲੀ ਬੁੱਧ ਕਰਕੇ ਹੋਰ ਸਾਰੇ ਵਿਕਾਰ ਵਸੇ ਹੋਏ ਨੇ। ੜਾੜਾ ਗੁਰਮੁਖ ੜਾੜ ਮਿਟਾਈ। ਹਜ਼ੂਰ ਕਹਿੰਦੇ ੜਾੜੇ ਅੱਖਰ ਨੇ ਉਪਦੇਸ਼ ਦਿੰਦੇ ਆ ਭਾਈ। ੜਾੜਾ ਅੱਖਰ ਉਪਦੇਸ਼ ਦਿੰਦਾ ਗੁਰਾਂ ਦੇ ਸਨਮੁਖ ਹੋ ਕੇ, ਜਿਹਨੇ ਆਪਣੀ ੜਾੜ ਜਿਹੜਾ ਸੜਨਾ ਝਗੜਾ ਅੰਦਰ ਵਿਕਾਰਾਂ ਦਾ ਇਹ ਮਿਟਾ ਲਿਆ ਜਿਸ ਨੇ। ਨਿਮਖ ਮਾਹੇ ਨਾਨਕ ਸਮਝਾਈ। ਨਿਮਖ ਮਾਤਰ ਹੀ ਸੱਚੇ ਪਾਤਸ਼ਾਹ ਉਸ ਨੂੰ ਸਮਝ ਬਖਸ਼ ਦਿੰਦੇ ਨੇ। ਨਿਮਖ ਦੇ ਵਿੱਚ ਹੀ ਸੱਚੇ ਪਾਤਸ਼ਾਹ ਸਮਝਾ ਦਿੰਦੇ ਆ ਜਿਹੜਾ ਗੁਰਮੁਖ ਬਣਦਾ, ਅਤੇ ਉਹਦੀ ਜਿਹੜੀ ੜਾੜ ਆ ਨਾ, ਉਹਦੇ ਅੰਦਰ ਜਿਹੜਾ ਝਗੜਾ ਹੈ ਮਿਟ ਜਾਂਦਾ ਹੈ। ਸ਼ਲੋਕ। ਸਾਧੂ ਕੀ ਮਨ ਓਟ ਗਹੋ। ਸਤਿਗੁਰੂ ਕਹਿੰਦੇ ਭਾਈ ਆਪਣੇ ਮਨ ਨੂੰ ਉਪਦੇਸ਼ ਦਿਓ ਕਿ ਸਾਧੂ ਸਤਿਗੁਰਾਂ ਦੀ ਇਹ ਮਨਾ ਓਟ ਗ੍ਰਹਿਣ ਕਰ, ਟੇਕ ਲੈ, ਸਹਾਰਾ ਲੈ ਸਤਿਗੁਰਾਂ ਦਾ। ਸਾਧੂ ਪੁੱਗੇ ਹੋਏ ਮਹਾਤਮਾ ਗੁਰਮੁਖ ਪਿਆਰਿਆਂ ਦੀ ਸੰਗਤ ਦਾ ਸਹਾਰਾ ਲੈ। ਉਕਤ ਸਿਆਣਪ ਤਿਆਗ। ਜਿਹੜੀਆਂ ਉਗਤੀਆਂ ਜੁਗਤੀਆਂ ਦਲੀਲਬਾਜ਼ੀ ਹੈ ਨਾ, ਇਹ ਤੇ ਮਨ ਦੀਆਂ ਸਿਆਣਪਾਂ ਚਤੁਰਾਈਆਂ ਦਾ ਤਿਆਗ ਕਰਦੇ। ਗੁਰ ਦੀਖਿਆ ਜਿਹ ਮਨ ਵਸੈ। ਗੁਰਾਂ ਦੀ ਜਿਹੜੀ ਦਿੱਤੀ ਸਿੱਖਿਆ ਹੈ, ਜਦੋਂ ਗੁਰੂ ਧਾਰਨ ਕਰੀਦਾ ਉਸ ਵੇਲੇ ਜਿਹੜਾ ਸਤਿਗੁਰਾਂ ਵੱਲੋਂ ਉਪਦੇਸ਼ ਮਿਲਦਾ ਉਹਨੂੰ ਦੀਖਿਆ ਕਿਹਾ ਜਾਂਦਾ। ਦੀਖਿਆ ਨਾਮ ਸਿੱਖਿਆ ਦਾ ਹੀ ਹੈ।
ਭਈ ਗੁਰਾਂ ਦੀ ਦਿੱਤੀ ਦੀਖਿਆ ਸਿੱਖਿਆ ਜਿਸ ਦੇ ਮਨ 'ਚ ਵਸ ਜਾਂਦੀ ਹੈ, ਨਾਨਕ ਮਸਤਕ ਭਾਗ। ਸਤਿਗੁਰੂ ਕਹਿੰਦੇ ਸਮਝ ਲਓ ਉਹਦੇ ਮੱਥੇ ਦਾ ਭਾਗ ਉਗੜਿਆ ਹੈ, ਉਹਦੇ ਮੱਥੇ ਦੇ ਸਵੱਲੇ ਭਾਗ ਹਨ, ਚੰਗਾ ਭਾਗ ਆ ਉਹਦੇ ਮੱਥੇ 'ਤੇ ਲਿਖਿਆ ਹੋਇਆ। ਪੌੜੀ ਸੱਸਾ ਸਰਨ ਪਰੇ ਅਬ ਹਾਰੇ। ਹਜ਼ੂਰ ਫਰਮਾਉਂਦੇ ਨੇ ਸੱਸੇ ਅੱਖਰ ਰਾਹੀਂ ਕਿ ਜਿਹੜੇ ਭਾਈ ਹੋਰ ਪਾਸਿਆਂ ਤੋਂ ਕਰਮ ਕਰਦੇ ਕਰਦੇ ਹਾਰ ਹੰਭ ਕੇ ਸਤਿਗੁਰੂ ਦੀ ਵਾਹਿਗੁਰੂ ਦੀ ਸ਼ਰਨ ਪੈ ਜਾਂਦੇ ਆ। ਸ਼ਾਸਤਰ ਸਿਮਰਤ ਵੇਦ ਪੁਕਾਰੇ। 6 ਸ਼ਾਸਤਰ 27 ਸਿਮਰਤੀਆਂ 4 ਵੇਦ ਵੀ ਪੁਕਾਰਦੇ ਨੇ ਵੀ ਹਾਰ ਕੇ ਸ਼ਰਨ ਹੀ ਪੈਣਾ ਪੈਂਦਾ। ਅਥਵਾ ਜਿਨ੍ਹਾਂ ਨੇ ਸ਼ਾਸਤਰ ਵੀ ਪੜ੍ਹੇ, ਸਿਮਰਤੀਆਂ ਵੀ, 4 ਵੇਦ ਵੀ ਪੜ੍ਹ ਕੇ ਪੁਕਾਰ ਕੇ ਸੁਣਾਏ ਲੋਕਾਂ ਨੂੰ। ਸੋਧਤ ਵਿਚਾਰਾ। ਸਾਰੇ ਪੁਰਾਣਾ ਸ਼ਾਸਤਰਾਂ ਵੇਦਾਂ ਨੂੰ ਸੋਧਦਿਆਂ ਵਿਚਾਰਦਿਆਂ ਆਖਰ ਸੋਧ ਕੇ ਖੋਜ ਕਰਕੇ ਮੁਕੰਮਲ ਤੌਰ 'ਤੇ ਹੋਈ ਵਿਚਾਰਿਆ ਹੈ, ਬਿਨ ਹਰ ਭਜਨ ਨਹੀਂ ਛੁਟਕਾਰਾ। ਕਿ ਹਰੀ ਅਕਾਲ ਪੁਰਖ ਦੇ ਭਜਨ ਤੋਂ ਬਗੈਰ ਛੁਟਕਾਰਾ, ਬੰਦ ਖਲਾਸੀ ਨਹੀਂ ਹੁੰਦੀ ਵਿਕਾਰਾਂ ਤੋਂ। ਸਾਸ ਹਮ ਭੂਲਨ ਹਾਰੇ। ਵਾਹਿਗੁਰੂ ਦੇ ਚਰਨਾਂ 'ਚ ਬੇਨਤੀ ਕਰਨੀ ਬਣਦੀ ਹੈ ਕਿ ਇਹ ਸੱਚੇ ਪਾਤਸ਼ਾਹ ਹਰ ਇੱਕ ਆਉਂਦੇ ਜਾਂਦੇ ਸਾਹ ਨਾਲ, ਇਹ ਨਹੀਂ ਵੀ ਕਦੇ ਕਦਾਈ ਅਸੀਂ ਭੁੱਲ ਜਾਂਦੇ ਹਾਂ, ਨਹੀਂ, ਹਰ ਇੱਕ ਸਾਹ ਨਾਲ ਸੱਚੇ ਪਾਤਸ਼ਾਹ ਜੀ ਅਸੀਂ ਭੁੱਲਣਹਾਰ ਹਾਂ। ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ। ਭੁੱਲਣ ਵਿੱਚ ਕੀ ਆ, ਸਭ ਕੋਈ ਕਰਤਾ ਆਪ ਨਾ ਭੁੱਲੈ। ਇੱਕ ਵਾਹਿਗੁਰੂ ਹੈ ਜਿਹੜਾ ਕਦੇ ਭੁੱਲਦਾ ਨਹੀਂ, ਕੋਈ ਗਲਤੀ ਨਹੀਂ ਕਰਦਾ। ਅਸੀਂ ਤਾਂ ਮਹਾਰਾਜ ਤੁਹਾਡੇ ਪੈਦਾ ਕੀਤੇ ਤੁਛ ਜੀਵ ਹਾਂ, ਹਰ ਇੱਕ ਸਾਹ ਦੇ ਨਾਲ ਅਸੀਂ ਭੁੱਲਣਹਾਰ ਹਾਂ। ਤੁਮ ਸਮਰੱਥ ਅਗਨਤ ਪਾਰੇ। ਤੁਸੀਂ ਸਾਰੀਆਂ ਸਮਰੱਥਾ ਤਾਕਤਾਂ ਸ਼ਕਤੀਆਂ ਵਾਲੇ ਹੋ, ਸਰਬ ਕਲਾ ਸਮਰੱਥ ਹੋ। ਅਤੇ ਮਹਾਰਾਜ ਸੱਚੇ ਪਾਤਸ਼ਾਹ ਤੁਹਾਡੇ ਗੁਣਾਂ ਦਾ ਕੋਈ ਅੰਤ ਨਹੀਂ ਹੈ, ਅਗਣਤ ਗੁਣ ਹਨ ਤੁਹਾਡੇ, ਅਪਾਰੇ ਬੇਅੰਤ ਹਨ ਸੱਚੇ ਪਾਤਸ਼ਾਹ ਆਪ ਜੀ ਦੀਆਂ ਸ਼ਕਤੀਆਂ। ਤਾਂ ਆਪ ਜੀ ਬੇਅੰਤ ਤੋਂ ਆਪ ਜੀ ਦਾ ਪਾਰ ਨਹੀਂ ਪਾਇਆ ਜਾਂਦਾ। ਸਰਨ ਪਰੇ ਕੀ ਰਾਖ ਦਇਆਲਾ। ਅਸੀਂ ਹੁਣ ਤੁਹਾਡੀ ਸ਼ਰਨ 'ਚ ਪੈ ਗਏ ਹਾਂ ਸੱਚੇ ਪਾਤਸ਼ਾਹ। ਮੈਂ ਸ਼ਰਨ ਪਏ ਹੋਏ ਦੀ ਜਿਹੜੀ ਪਤ ਇੱਜ਼ਤ ਹੈ, ਇਹ ਦਇਆਲੂ ਸਰੂਪ ਜੀ ਰੱਖ ਲਓ। ਨਾਨਕ ਤੁਮਰੇ ਬਾਲ ਗੋਪਾਲਾ। ਹੇ ਸੱਚੇ ਪਾਤਸ਼ਾਹ ਅਸੀਂ ਤੁਹਾਡੇ ਬਾਲਕ ਹਾਂ। ਹੇ ਸ੍ਰਿਸ਼ਟੀ ਧਰਤੀ ਦੇ ਪਾਲਣਹਾਰ ਵਾਹਿਗੁਰੂ ਜੀ, ਅਸੀਂ ਤੁਹਾਡੇ ਛੋਟੇ ਬਾਲਕ ਬੱਚੇ ਹਾਂ। ਸ਼ਲੋਕ ਖੁਦੀ ਮਿਟੀ ਤਬ ਸੁਖ ਪਏ। ਹਜ਼ੂਰ ਫਰਮਾਉਂਦੇ ਨੇ ਜਦੋਂ ਜੀਵ ਦੇ ਅੰਦਰੋਂ ਖੁਦੀ ਤਕੱਬਰੀ ਹੰਕਾਰ ਮਿਟ ਜਾਂਦਾ, ਹਉਮੈ ਮਿਟ ਜਾਂਦੀ ਹੈ, ਤਦੋਂ ਸੁਖ ਪ੍ਰਾਪਤ ਹੋਏ। ਮਨ ਤਨ ਭਏ ਅਰੋਗ। ਤਾਂ ਉਹਦਾ ਮਨ ਵੀ ਤੇ ਤਨ ਦੋਵੇਂ ਹੀ ਅਰੋਗ ਹੋਏ। ਨਾ ਮਨ ਵਿੱਚ ਕੋਈ ਰੋਗ ਰਹਿ ਗਿਆ ਕਾਮ ਕ੍ਰੋਧ ਆਦਿਕ ਦਾ, ਨਾ ਤਨ ਇੰਦਰੀਆਂ ਦਾ ਜਿਹੜਾ ਨੜੱਤਪੁਣਾ ਹੈ, ਖਿੰਜੋ ਤਾੜਾ ਹੈ, ਇਹ ਵੀ ਕੋਈ ਰੋਗ ਨਾ ਰਹਿ ਗਿਆ। ਮਨ ਤੇ ਤਨ ਦੋਵਾਂ ਵਿੱਚੋਂ ਜਿਹੜੇ ਕਾਮ ਕ੍ਰੋਧ ਮੋਹ ਹੰਕਾਰ ਦਾ ਪ੍ਰਭਾਵ ਸੀ, ਖਤਮ ਹੋ ਗਿਆ। ਨਾਨਕ ਦ੍ਰਿਸ਼ਟੀ ਆਇਆ ਉਸਤਤ ਕਰਨੈ ਜੋਗ। ਜਦੋਂ ਖੁਸ਼ੀ ਮਿਟੀ, ਇਹ ਬਾਕੀ ਵਿਕਾਰ ਸਾਰੇ ਮਿਟ ਗਏ, ਰੋਗ ਜਿਹੜੇ ਚੰਬੜੇ ਹੋਏ ਸੀ, ਜੀਵ ਅਰੋਗ ਹੋ ਗਿਆ ਮਨ ਕਰਕੇ। ਤਾਂ ਹਜ਼ੂਰ ਕਹਿੰਦੇ ਨੇ ਫਿਰ ਦ੍ਰਿਸ਼ਟੀ ਨਜ਼ਰੀ ਆਇਆ। ਕੌਣ? ਉਸਤਤ ਕਰਨੈ ਜੋਗ। ਵਾਹਿਗੁਰੂ ਪਰਮਾਤਮਾ ਜਿਹੜਾ ਉਸਤਤ ਵਡਿਆਈ ਕਰਨ ਦੇ ਯੋਗ ਹੈ, ਉਹ ਮਨ ਬੁੱਧ ਰੂਪੀ ਨੇਤਰਾਂ ਦੁਆਰਾ, ਵਿਰਾਗ ਤੇ ਵਿਵੇਕ ਦੇ ਨੇਤਰਾਂ ਦੁਆਰਾ ਦ੍ਰਿਸ਼ਟੀ ਨਜ਼ਰੀ ਆ ਗਿਆ ਹੈ। ਪੌੜੀ ਵਿੱਚ ਸਤਿਗੁਰੂ ਉਪਦੇਸ਼ ਦਿੰਦੇ ਨੇ, ਖੱਖਾ ਖਰਾ ਸਰਾਹ ਤਾਹੂ। ਹਜ਼ੂਰ ਕਹਿੰਦੇ ਖੱਖੇ ਅੱਖਰ ਰਾਹੀਂ ਵੀ ਖਰਾ ਜਿਹੜਾ ਸਾਰੀਆਂ ਖੋਟਾਂ ਤੋਂ ਰਹਿਤ ਹੈ, ਜਿਹਦੇ 'ਚ ਕੋਈ ਖੋਟ ਨਹੀਂ। ਖਰਾ ਚੰਗੀ ਤਰ੍ਹਾਂ ਜਿਹੜਾ ਚੰਗਾ ਸਭ ਤੋਂ ਪਰਮੇਸ਼ਰ, ਉਸ ਵਾਹਿਗੁਰੂ ਨੂੰ ਸਲਾਉਣਾ ਚਾਹੀਦਾ ਭਾਈ। ਜੋ ਖਿਨਮੈ ਊਨੇ ਸੁਭਰ ਪੁਰਾਹੀ। ਜੋ ਇੱਕ ਖਿੰਨ ਦੇ ਵਿੱਚ ਵੀ ਸੁੱਕੇ ਹੋਏ ਜਿਹੜੇ ਸੁਭਰ ਸਰੋਵਰ ਹਨ ਉਹਨਾਂ ਨੂੰ ਭਰ ਦਿੰਦਾ ਹੈ, ਸੁੱਕੇ ਹੋਏ ਤਲਾਬਾਂ ਨੂੰ ਚੰਗੀ ਤਰ੍ਹਾਂ ਨਕਾ ਨਕ ਭਰ ਦੇਣ ਵਾਲਾ ਹੈ। ਇਸੇ ਤਰ੍ਹਾਂ ਖਾਲੀ ਜਿਹੜੇ ਹਿਰਦੇ ਹੈ ਉਹਨਾਂ ਨੂੰ ਜੇ ਚਾਹੇ ਤਾਂ ਖਿਣ ਦੇ ਵਿੱਚ ਹੀ ਸ਼ੁਭ ਗੁਣਾਂ ਦੇ ਪਾਣੀ ਦੇ ਨਾਲ ਵਾਹਿਗੁਰੂ ਸ਼ੁਭ ਗੁਣਾ ਰੂਪੀ ਜਲ ਦੇ ਨਾਲ ਸੱਚੇ ਪਾਤਸ਼ਾਹ ਨਕਾ ਨਕ ਭਰ ਦੇਣ ਵਾਲੇ ਹਨ। ਖਰਾ ਨਿਮਾਣਾ ਹੋਤ ਪ੍ਰਾਨੀ। ਸੋ ਜਿਹੜਾ ਖਰਾ ਚੰਗੀ ਤਰ੍ਹਾਂ ਨਿਮਾਣਾ ਹੋ ਜਾਂਦਾ ਨਾ, ਪ੍ਰਾਣੀ ਭਾਵ ਸਵਾਸਾਂ ਦਾ ਪੁਤਲਾ ਇਹ ਜੀਵ, ਜਿਹੜਾ ਮਨੁੱਖ ਚੰਗੀ ਤਰ੍ਹਾਂ ਨਿਮਾਣਾ ਹੋ ਜਾਂਦਾ, ਆਪਣੀ ਹੰਗਤਾ ਛੱਡ ਦਿੰਦਾ, ਅਨ ਦਿਨ ਜਾਪੈ ਪ੍ਰਭ ਨਿਰਵਾਣੀ। ਫਿਰ ਉਹ ਰਾਤ ਦਿਨੇ ਜਿਹੜਾ ਨਿਰਵਾਣੀ ਵਾਸ਼ਨਾ ਰਹਿਤ ਪਰਮਾਤਮਾ ਨਿਰਬੰਧ ਸਰੂਪ ਹੈ, ਉਸੇ ਦਾ ਜਾਪ ਕਰਦਾ, ਉਹਨੂੰ ਹੀ ਸਿਮਰਦਾ ਫਿਰ ਦਿਨੇ ਰਾਤ। ਭਾਵੈ ਖਸਮ ਤਾਂ ਉਹ ਸੁਖ ਦੇਤਾ। ਜੇ ਉਹ ਫਿਰ ਜੀਵ ਖਸਮ ਪਰਮਾਤਮਾ ਅਕਾਲ ਪੁਰਖ ਨੂੰ ਜਦੋਂ ਭਾ ਜਾਂਦਾ ਹੈ ਤਾਂ ਉਹ ਵਾਹਿਗੁਰੂ ਪਰਮਾਤਮਾ ਨੂੰ ਆਤਮਿਕ ਸੁਖ ਬਖਸ਼ਦਾ ਹੈ। ਪਾਰ ਬ੍ਰਹਮ ਐਸੋ ਆਗਨਤਾ। ਪਾਪਾਂ ਪੁੰਨਾਂ ਤੋਂ ਪਰੇ, ਮਾਇਆ ਤੋਂ ਪਰੇ ਜੋ ਬ੍ਰਹਮ ਸ਼ੁੱਧ ਸਰੂਪ ਵਾਹਿਗੁਰੂ ਹੈ,
ਉਹ ਇਹੋ ਜਿਹਾ ਅਣਗਿਣਤ ਸ਼ਕਤੀਆਂ ਦਾ ਮਾਲਕ ਹੈ ਜਿਹਦੀ ਗਿਣਤੀ ਨਹੀਂ ਹੋ ਸਕਦੀ, ਜਿਹਦੇ ਗੁਣਾਂ ਦੀ, ਸ਼ਕਤੀਆਂ ਦੀ, ਸਮਰੱਥਾ ਦੀ ਗਿਣਤੀ ਨਹੀਂ ਹੋ ਸਕਦੀ। ਅਸੰਖ ਖਤੇ ਖਿਨ ਬਖਸ਼ਨਹਾਰਾ, ਅਣਗਿਣਤ ਖਤੇ ਗੁਨਾਹ। ਇੱਕ ਖੱਤੇ ਸ਼ਬਦ ਹੁੰਦਾ, ਖੱਤੇ ਖੇਤਾਂ ਦਾ ਨਾਮ ਹੈ, ਤੇ ਖਤੇ ਹੁੰਦੇ ਨੇ ਗੁਨਾਹ। ਪੋਲਾ ਸ਼ਬਦ ਬੋਲਣਾ ਹੈ। ਫਾਰਸੀ 'ਚ ਗੁਨਾਹਾਂ ਨੂੰ, ਪਾਪਾਂ ਵਿਕਾਰਾਂ ਨੂੰ ਖਤੇ ਕਿਹਾ ਜਾਂਦਾ। ਅਸੀਂ ਖਤੇ ਬਹੁਤ ਕਮਾਵਦੇ ਅੰਤ ਨਾ ਪਾਰਾਵਾਰ, ਹਰ ਕਿਰਪਾ ਕਰਕੇ ਬਖਸ਼ ਲੈ ਹੋ ਹਉ ਪਾਪੀ ਵੱਡ ਗੁਨਹਗਾਰ। ਹਰ ਜੀਉ ਲੇਖੈ ਵਾਰ ਨਾ ਆਵਈ ਤੂੰ ਬਖਸ਼ ਮਿਲਾਵਣ ਹਾਰ। ਇਸ ਤਰ੍ਹਾਂ ਅਸੰਖ ਅਣਗਿਣਤ, ਜਿਨ੍ਹਾਂ ਦੀ ਗਿਣਤੀ ਕੋਈ ਨਹੀਂ, ਐਸੇ ਕਮਾਏ ਹੋਏ ਜਿਹੜੇ ਅਸੀਂ ਖਤੇ ਹਨ ਗੁਨਾਹ, ਜੇ ਵਾਹਿਗੁਰੂ ਚਾਹੇ ਤਾਂ ਖਿਣ ਦੇ ਵਿੱਚ ਹੀ ਬਖਸ਼ਣ ਵਾਲਾ ਹੈ। ਨਾਨਕ ਸਾਹਿਬ ਸਦਾ ਦਇਆਰਾ, ਅਸੀਂ ਪਾਤਰ ਨਹੀਂ ਬਣਦੇ। ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ, ਉਹ ਸਾਹਿਬ ਅਕਾਲ ਪੁਰਖ ਤਾਂ ਸਦਾ ਦਿਆਲੂ ਕਿਰਪਾਲੂ ਹੈ। ਜਿਵੇਂ ਬਚਨ ਆਉਂਦੇ ਨੇ, ਸਭ ਨਿਧਾਨ ਦਸ ਅਸ਼ਟ ਸਿਧਾਨ, ਠਾਕੁਰ ਕਰ ਤਲ ਤਰਿਆ। ਠਾਕੁਰ ਅਕਾਲ ਪੁਰਖ ਨੇ ਸਾਰੇ ਖਜ਼ਾਨੇ ਤੇ 18 ਸਿੱਧੀਆਂ ਆਪਣੇ ਹੱਥ ਦੀ ਤਲੀ ਤੇ ਰੱਖੀਆਂ ਹੋਈਆਂ ਹਨ। ਅਸੀਂ ਪਾਤਰ ਬਣੀਏ ਤੇ ਵਾਹਿਗੁਰੂ ਜੀ ਝੱਟ ਬਖਸ਼ਦੇ ਨੇ। ਸ਼ਲੋਕ। ਸਤ ਕਹਾਓ ਸੁਨ ਮਨ ਮੇਰੇ, ਸਰਨ ਪਰੋ ਹਰ ਰਾਏ। ਹਜ਼ੂਰ ਕਹਿੰਦੇ ਨੇ, ਮਨ ਨੂੰ ਇੰਜ ਸਮਝਾਓ ਕਿ ਮੇਰੇ ਮਨਾ ਸੁਣ, ਮੈਂ ਤੈਨੂੰ ਸੱਚੀ ਗੱਲ ਦੱਸਦਾ ਹਾਂ, ਮੈਂ ਜੋ ਕੁਝ ਕਹਿੰਦਾ ਸੱਤ ਕਹਿੰਦਾ। ਸਰਨ ਪਰੋ ਹਰ ਰਾਏ, ਹਰੀ ਜੋ ਰਾਜਾ ਹੈ ਪ੍ਰਮਾਤਮਾ ਅਕਾਲ ਪੁਰਖ, ਉਹਦੀ ਸ਼ਰਨ 'ਚ ਪੈ ਜਾ ਭੱਜ ਕੇ। ਉਗਤ ਸਿਆਣਪ ਸਗਲ ਤਿਆਗ, ਇੰਜ ਕਹੋ ਉਗਤ ਸਿਆਣਪ ਕਿਛੂ ਨਾ ਜਾਨਾ, ਦਿਨ ਰਹਿਣ ਤੇਰਾ ਨਾਮ ਵਖਾਨਾ। ਮਹਾਰਾਜ ਮੈਂ ਦਲੀਲਾਂ ਸਿਆਣਪਾਂ ਕੁਛ ਨਹੀਂ ਜਾਣਦਾ। ਉਗਤ ਸਿਆਣਪ, ਦਲੀਲਬਾਜੀ ਮਨ ਦੀ, ਬੁੱਧੀ ਦੀਆਂ ਚਤੁਰਾਈਆਂ, ਇਹ ਸਾਰੀਆਂ ਤਿਆਗ ਦੇ, ਨਾਨਕ ਲਏ ਸਮਾਏ। ਜੇ ਇੰਜ ਕਰੇਗਾ ਤੇ ਵਾਹਿਗੁਰੂ ਪ੍ਰਮਾਤਮਾ ਆਪਣੇ ਵਿੱਚ ਹੀ ਸਮਾ ਲਵੇਗਾ, ਆਪਣੇ ਵਿੱਚ ਹੀ ਲੀਨ ਕਰ ਲਵੇਗਾ, ਭੇਦ ਕਰ ਲਵੇਗਾ ਵਾਹਿਗੁਰੂ। ਪੌੜੀ। ਸੱਸਾ ਸਿਆਣਪ ਛਾੜ ਇਆਨਾ। ਸੱਸੇ ਅੱਖਰ ਰਾਹੀਂ ਹਜ਼ੂਰ ਉਪਦੇਸ਼ ਦਿੰਦੇ ਨੇ ਵੀ ਇਹ ਅਣਜਾਣੇ ਬੇਸਮਝ ਮੂਰਖ ਮਨ, ਸਿਆਣਪਾਂ ਛੱਡ ਦੇ। ਹਿਕਮਤ ਹੁਕਮ ਨਾ ਪ੍ਰਭ ਪਤੀ ਆਨਾ, ਜਿਹੜੀ ਹਿਕਮਤ ਹੈ ਨਾ ਚਤੁਰਾਈ, ਤੇ ਇਸੇ ਤਰ੍ਹਾਂ ਹੁਕਮ ਹੈ ਜਿਹੜਾ, ਹਿਕਮਤ ਹੁਕਮ ਨਾ ਪਾਇਆ ਜਾਏ। ਭਾਵ ਕਿਸੇ ਜ਼ੋਰ ਦੇ ਨਾਲ ਵਾਹਿਗੁਰੂ ਨੂੰ ਹੁਕਮ ਕਰੀ ਇੰਜ ਕਰ, ਇੰਜ ਨਹੀਂ ਇੰਜ ਕਰ। ਜਿਵੇਂ ਵਜੀਦੇ ਨੇ ਲਿਖਿਆ ਹੈ ਕਿ ਮੂਰਖ ਨੂੰ ਅਸਵਾਰੀ ਹਾਥੀ ਘੋੜਿਆਂ, ਪੰਡਤ ਪੈਰ ਪਿਆਦੇ ਪਾਟੇ ਜੋੜਿਆਂ, ਕਰਨ ਮਜ਼ੂਰੀ ਸੁੱਗੜ ਮੂਰਖ ਦੇ ਜਾਏ ਘਰ। ਵਜੀਦਾ ਕੌਣ ਸਾਹਿਬ ਨੂੰ ਆਖੇ ਇਉਂ ਨਹੀਂ ਇੰਜ ਕਰ। ਕੌਣ ਹੈ ਐਡੀ ਸਮਰੱਥਾ ਵਾਲਾ ਜਿਹੜਾ ਵਾਹਿਗੁਰੂ ਤੇ ਹੁਕਮ ਕਰ ਸਕੇ ਵੀ ਇੰਜ ਕਿਉਂ ਕੀਤਾ, ਇੰਜ ਕਰਨਾ ਸੀ, ਇੰਜ ਕਰ। ਨਹੀਂ, ਨਾ ਚਤੁਰਾਈਆਂ ਨਾਲ, ਹਿਕਮਤਾਂ ਨਾਲ, ਸਿਆਣਪਾਂ ਨਾਲ, ਨਾ ਹੁਕਮ ਦੁਆਰਾ ਜ਼ੋਰ ਦੇ ਨਾਲ ਹੀ ਪ੍ਰਭੂ ਪਰਮਾਤਮਾ ਨੂੰ ਪਤਿਆਇਆ ਜਾ ਸਕਦਾ। ਸੋ ਇਸ ਪ੍ਰਕਾਰ ਖੁਸ਼ ਕੀਤਾ ਜਾ ਸਕਦਾ ਹੈ। ਸਹਿਸ ਭਾਂਤ ਕਰਹਿ ਚਤੁਰਾਈ, ਹਜ਼ਾਰਾਂ ਤਰੀਕਿਆਂ ਦੇ ਨਾਲ ਇਹ ਜੀਵ ਜੇ ਤੂੰ ਚਤੁਰਾਈਆਂ ਕਰੇ ਤਾਂ ਸੰਗ ਤੁਹਾਰਾ ਏਕ ਨਾ ਜਾਏ। ਇਹ ਕੀਤੀਆਂ ਚਤੁਰਾਈਆਂ ਸਿਆਣਪਾਂ ਦੁਨੀਆ ਚੱਲ ਸਕਦੀਆਂ, ਦੁਨੀਆ ਨੂੰ ਬੁੱਧੂ ਬਣਾਇਆ ਜਾ ਸਕਦਾ, ਪਰ ਮਨ ਬੁੱਧੀ ਦੀਆਂ ਚਤੁਰਾਈਆਂ ਸਿਆਣਪਾਂ ਨਹੀਂ ਕਿਤੇ ਵਾਹਿਗੁਰੂ ਦੇ ਅੱਗੇ ਚੱਲਦੀਆਂ। ਇਹ ਚਤੁਰਾਈਆਂ, ਚਤੁਰਾਈ ਸਿਆਣਪਾਂ ਕਿਤੇ ਕੰਮ ਨਾ ਆਈ ਹੈ। ਤੁੱਠਾ ਸਾਹਿਬ ਜੋ ਦੇਵੈ ਸੋਈ ਸੁਖ ਪਾਈ ਹੈ। ਇਹ ਇਹਨਾਂ ਵਿੱਚੋਂ ਇੱਕ ਵੀ ਤੇਰੇ ਨਾਲ ਨਹੀਂ ਜਾਏਗੀ ਪਰਲੋਕ ਨੂੰ। ਸੌ ਸੌ ਜਪ ਦਿਨ ਰਾਤੀ, ਉਹੀ ਪਰਮਾਤਮਾ ਜਿਹੜਾ ਪਹਿਲਾਂ ਸੀ ਸਰਬ ਸ਼ਕਤੀਮਾਨ, ਹੁਣ ਵੀ ਉਹੋ ਹੀ, ਅੱਗੇ ਨੂੰ ਵੀ ਉਹੋ ਹੀ ਹੋਵੇਗਾ। ਉਸੇ ਨੂੰ ਦਿਨੇ ਰਾਤ ਜਪ, ਮਨ ਕਰਕੇ, ਬਾਣੀ ਕਰਕੇ ਉਸੇ ਦਾ ਜਾਪ ਕਰ, ਦਿਨੇ ਰਾਤ ਕਰ। ਰੇ ਜੀ ਚੱਲੈ ਤੁਹਾਰੈ ਸਾਥੀ, ਰੇ ਜੀ ਹੈ ਮੇਰੀ ਜਿੰਦ ਹੈ ਜੀ ਮਨ। ਜੇ ਵਾਹਿਗੁਰੂ ਦਾ ਨਾਮ ਜਪੇ ਤਾਂ ਤੁਹਾਰਾ, ਤੁਹਾਡੇ ਸਾਥੀ ਬਣ ਕੇ, ਤੁਹਾਡੇ ਸਾਥ ਨਾਲ ਪਰਮੇਸ਼ਰ ਚੱਲਦਾ ਦੋਹਾਂ ਜਹਾਨਾਂ 'ਚ। ਭਾਵ ਨਾਲ ਹੀ ਰਹਿੰਦਾ। ਜਿੱਥੇ ਹਰ ਅਰਾਧੀ ਹੈ ਤਿੱਥੇ ਹਰ ਮਿੱਤ ਸਹਾਈ, ਉੱਥੇ ਹੀ ਮਿੱਤਰ ਬਣ ਕੇ ਸਹਾਈ ਹੁੰਦਾ। ਪਰ ਸਾਧ ਸੇਵਾ ਲਾਵੈ ਜਿਹ ਆਪੈ, ਸਾਧੂ ਸਤਿਗੁਰਾਂ ਦੀ, ਸਾਧੂ ਪੁਗੇ ਮਹਾਤਮਾ ਗੁਰਮੁਖਾਂ ਦੀ ਸੇਵਾ 'ਚ ਵੀ ਜਿਸ ਜੀਵ ਨੂੰ ਆਪ ਬਖਸ਼ਿਸ਼ ਕਰਕੇ ਲਾਉਂਦਾ ਹੈ, ਨਾਨਕ ਤਾ ਕੋ ਦੁੱਖ ਨਾ ਵਿਆਪੈ। ਸਤਿਗੁਰੂ ਅਰਜਨ ਦੇਵ ਫਰਮਾਉਂਦੇ ਨੇ ਕਿ ਤਿਸ ਦੇ ਤਾਈਂ ਫਿਰ ਕੋਈ ਦੁੱਖ ਨਹੀਂ ਵਿਆਪਦਾ। ਦੁੱਖ ਦਾ ਵਿਆਪਣਾ, ਕੋਈ ਦੁੱਖ ਆਪਣਾ ਜ਼ੋਰ ਨਹੀਂ ਪਾ ਸਕਦਾ, ਕੋਈ ਦੁੱਖ ਆਪਣਾ ਪ੍ਰਭਾਵ ਨਹੀਂ ਪਾ ਸਕਦਾ, ਅਸਰ ਨਹੀਂ ਪਾ ਸਕਦਾ। ਸ਼ਲੋਕ। ਹਰ ਹਰ ਮੁਖ ਤੇ ਬੋਲਣਾ, ਮਨ ਬੂਠੈ ਸੁਖ ਹੋਏ। ਵਾਹਿਗੁਰੂ ਵਾਹਿਗੁਰੂ ਪਰਮੇਸ਼ਰ ਦਾ ਨਾਮ ਮੁਖ ਤੇ ਬੋਲਣਾ ਚਾਹੀਦਾ, ਮੁਖ ਤੋਂ, ਮੂੰਹ ਤੋਂ। ਤੇ ਇੰਜ ਬੋਲਦਿਆਂ ਜਦੋਂ ਮਨ ਬੂਠਾ, ਮਨ 'ਚ ਵਸ ਜਾਂਦਾ ਤਾਂ ਉਦੋਂ ਫਿਰ ਆਤਮਿਕ ਸੁਖ ਦੀ ਪ੍ਰਾਪਤੀ ਹੁੰਦੀ ਹੈ। ਨਾਨਕ ਸਭ ਮੈਂ ਰਵ ਰਹਿਆ ਥਾਨ ਥਨ ਅੰਤਰ ਸੋਏ,
ਫਿਰ ਇਹ ਗਿਆਨ ਹੁੰਦਾ। ਸਤਿਗੁਰੂ ਅਰਜਨ ਦੇਵ ਫਰਮਾਉਂਦੇ ਨੇ, ਫਿਰ ਇਹ ਪਤਾ ਲੱਗ ਜਾਂਦਾ, ਗਿਆਨ ਦੀ ਸੋਝੀ ਪ੍ਰਾਪਤ ਹੋ ਜਾਂਦੀ ਹੈ ਵਾਹਿਗੁਰੂ ਬਾਰੇ, ਕਿ ਸਭਨਾਂ ਵਿੱਚ ਰਵ ਰਿਹਾ, ਅਭੇਦ ਹੋ ਰਿਹਾ, ਸਭਨਾਂ ਵਿੱਚ ਵਿਆਪਕ ਹੋ ਰਿਹਾ ਹੈ। ਤੇ ਸਾਰੇ ਅਸਥਾਨਾਂ ਤੇ ਥਨੰਤਰੀ ਅਸਥਾਨਾਂ ਦੇ ਅੰਦਰ ਜਿਹੜੇ ਲੋਕ ਰਹਿੰਦੇ ਜੀਵ, ਉਹਨਾਂ ਦੇ ਅੰਦਰ ਪਰਮੇਸ਼ਰ ਆਪ ਸੋਏ ਉਹੀ ਹੈ। ਪੌੜੀ ਹੇਰਾਓ ਘਟ ਘਟ ਸਗਲ ਕੈ ਪੂਰ ਰਹੇ ਭਗਵਾਨ। ਹਜ਼ੂਰ ਕਹਿੰਦੇ ਭਾਈ ਵਾਹਿਗੁਰੂ ਪਰਮਾਤਮਾ ਪੂਰਨ ਹੋ ਰਹੇ ਹਨ, ਖਟ ਭੰਗਾ ਸੁਪੰਨ ਵਾਹਿਗੁਰੂ ਜੀ। ਹਰੇਕ ਸਗਲ ਸਾਰਿਆਂ ਘਟ ਘਟ ਹਿਰਦਿਆਂ ਦੇ ਅੰਦਰ ਮੈਂ ਵੇਖਦਾ ਹਾਂ ਵਾਹਿਗੁਰੂ ਜੀ ਪਰਿਪੂਰਨ ਹੋ ਰਹੇ ਹਨ। ਹੋਵਤ ਆਏ ਸਦ ਸਦੀਵ ਦੁਖ ਭੰਜਨ ਗੁਰ ਗਿਆਨ। ਪਿੱਛੇ ਵੀ ਹੋਂਦ ਵਾਲਾ ਸੀ ਵਾਹਿਗੁਰੂ, ਹੁਣ ਤੱਕ ਹੁੰਦਾ ਹੀ ਆਇਆ ਹੈ। ਸਦ ਹੁਣ ਵੀ ਹਮੇਸ਼ਾ ਅੱਗੇ ਆਉਣ ਵਾਲੇ ਸਮੇਂ ਲਈ ਵੀ ਸਦੀਵ ਕਾਲ ਲਈ ਉਹ ਹੁੰਦਾ ਹੀ ਆਇਆ। ਵਾਹਿਗੁਰੂ ਪਰਮਾਤਮਾ ਹੋਂਦ ਵਾਲਾ ਹੀ ਚੱਲਿਆ ਆ ਰਿਹਾ ਹੈ। ਦੁੱਖ ਭੰਜਨ ਗੁਰ ਗਿਆਨ। ਸਾਡੇ ਜਿਹੜੇ ਦੁੱਖ ਹਨ, ਇਹਨਾਂ ਸਾਰਿਆਂ ਦੁੱਖਾਂ ਨੂੰ ਭੰਨਣ ਵਾਲਾ ਸਤਿਗੁਰਾਂ ਦਾ ਗਿਆਨ ਹੈ। ਸਤਿਗੁਰੂ ਦੇ ਗਿਆਨ ਦੁਆਰਾ ਹੀ ਸਾਰੇ ਦੁੱਖ ਭੱਜ ਜਾਂਦੇ, ਨਾਸ ਹੁੰਦੇ ਹਨ। ਹਉ ਛੁਟਕੈ ਹੋਏ ਆਨੰਦ ਤੇ। ਉਸ ਜੀਵ ਦੀ ਹੰਗਤਾ ਛੁੱਟ ਜਾਂਦੀ, ਮੁੱਕ ਜਾਂਦੀ ਹੈ, ਤੇ ਉਸ ਦੇ ਹਿਰਦੇ 'ਚ ਆਨੰਦ ਛਾ ਜਾਂਦਾ ਹੈ। ਹਉ ਨਾ ਹੀ ਤਹ ਆਪ। ਜਿੱਥੇ ਹੰਗਤਾ ਨਹੀਂ ਰਹਿੰਦੀ ਉੱਥੇ ਫਿਰ ਪਰਮੇਸ਼ਰ ਆਪ ਆ ਵਸਦਾ, ਪ੍ਰਗਟ ਹੋ ਜਾਂਦਾ ਹੈ। ਹਤੇ ਦੁਖ ਜਨਮ ਹੈ ਮਰਨ ਸੰਤ ਸੰਗ ਪ੍ਰਤਾਪ। ਜਿਨ੍ਹਾਂ ਨੇ ਸੰਤ ਜਨਾਂ ਦਾ ਸੰਗ ਸਾਥ ਕੀਤਾ ਹੈ, ਉਹਨਾਂ ਸੰਤ ਜਨਾਂ ਦੀ ਸੰਗਤ ਦੇ ਪ੍ਰਤਾਪ ਬਰਕਤ ਦੇ ਨਾਲ ਹਤੇ ਦੁਖ ਜਨਮ ਹੈ ਮਰਨ, ਉਹਨਾਂ ਦੇ ਜਨਮ ਮਰਨ ਦੇ ਜਿਹੜੇ ਦੁੱਖ ਹਨ ਹਤੇ ਨਾਸ ਹੋ ਗਏ ਹਨ, ਨਾਸ ਹੋ ਜਾਂਦੇ। ਜਿਹੜਾ ਵੀ ਰੱਬ ਦੇ ਸੰਤ ਜਨਾਂ ਦਾ ਸੰਗ ਪ੍ਰਾਪਤ ਕਰੇ, ਸੰਤ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਸੰਗ ਪ੍ਰਤਾਪ ਦੁਆਰਾ ਦੁੱਖ ਜਿਹੜੇ ਹਨ ਜੰਮਣ ਮਰਨ ਦੇ, ਇਹ ਸਾਰੇ ਨਾਸ ਹੋ ਜਾਂਦੇ ਨੇ। ਹਿਤ ਕਰ ਨਾਮ ਦ੍ਰਿੜਾ ਦਇਆਲਾ। ਜਿਹੜਾ ਮਨ ਦੇ ਹਿੱਤ ਕਰਕੇ ਪ੍ਰੇਮ ਦੇ ਸਹਿਤ ਹੋ ਕੇ ਦਇਆ ਦੇ ਘਰ ਵਾਹਿਗੁਰੂ ਦੇ ਨਾਮ ਨੂੰ ਹਿਰਦੇ 'ਚ ਪ੍ਰਪੱਕ ਕਰਦਾ, ਟਿਕਾਉਂਦਾ, ਦ੍ਰਿੜ ਕਰਦਾ ਹੈ। ਸੰਤਹ ਸੰਗ ਹੋਤ ਕਿਰਪਾਲਾ। ਔਰ ਸੰਤ ਜਨਾਂ ਦੀ ਸੰਗਤ ਵਿੱਚ ਵਸਦਾ ਉਹ ਜੀਵ, ਤਾਂ ਸੰਤਾਂ ਦੇ ਸੰਗਤ ਕਰਕੇ ਪ੍ਰਮਾਤਮਾ ਕਿਰਪਾਲੂ ਹੋ ਜਾਂਦਾ। ਉਰੈ ਕਛੂ ਨ ਕਿਨਹੂ ਕੀਆ। ਉਰੈ ਉਸ ਪਰਮਾਤਮਾ ਤੋਂ ਉਰੇ ਕਿਸੇ ਹੋਰ ਨੇ ਕੁਛ ਨਹੀਂ ਕੀਤਾ ਹੈ। ਨਾਨਕ ਸਭ ਕਛ ਪ੍ਰਭ ਤੇ ਹੂਆ। ਉਸ ਵਾਹਿਗੁਰੂ ਦੀ ਸੱਤਾ ਤੋਂ ਬਗੈਰ ਕਿਸੇ ਨੇ ਕੁਛ ਨਹੀਂ ਕੀਤਾ ਹੈ। ਹਜ਼ੂਰ ਗੁਰੂ ਅਰਜਨ ਦੇਵ ਫਰਮਾਉਂਦੇ ਵੀ ਸਭ ਕੁਛ ਉਸ ਪਰਮਾਤਮਾ ਤੋਂ ਹੀ ਹੋਇਆ ਬਣਿਆ ਹੈ, ਉਸੇ ਨੇ ਸਭ ਨੂੰ ਰਚਿਆ, ਹੁਣ ਵੀ ਸਾਰੇ ਕਰਤੱਵ ਉਹੀ ਕਰ ਰਿਹਾ। ਸ਼ਲੋਕ ਲੇਖੈ ਕਤ ਹੈ ਨਾ ਛੂਟੀਐ ਖਿਨ ਖਿਨ ਭੂਲਨ ਹਾਰ। ਅਸੀਂ ਗੁਨਾਹ ਹੀ ਇੰਨੇ ਕੀਤੇ ਹੈ ਵੀ ਖਿਨ ਖਿਨ ਕਾਲ ਦੀ ਸੰਗਿਆ 'ਚ ਪਲ ਪਲ ਵਿੱਚ ਅਸੀਂ ਭੁੱਲਣ ਹਾਰ ਹਾਂ। ਅਤੇ ਜੇ ਮਹਾਰਾਜ ਸਾਡੇ ਕਰਮਾਂ ਦਾ ਲੇਖਾ ਜੋਖਾ ਕੀਤਾ ਜਾਏ ਕਿ ਕਿੰਨੇ ਕਰਮ ਨੇ ਚੰਗੇ ਕੀਤੇ, ਕਿੰਨੇ ਬੁਰੇ ਕੀਤੇ ਨੇ, ਅਤੇ ਉਹ ਹਿਸਾਬ ਕਿਤਾਬ ਗੁਣਾ ਕਟੌਤੀ ਕਰਕੇ ਲੇਖਾ ਜੋਖਾ ਕਰਕੇ ਕਤ ਹੈ ਕਿਤੇ ਵੀ ਜਾ ਕੇ ਅਸੀਂ ਛੁੱਟ ਨਹੀਂ ਸਕਦੇ, ਕਦੇ ਵੀ ਨਹੀਂ ਛੁੱਟ ਸਕਦੇ, ਕਿਸੇ ਤਰ੍ਹਾਂ ਵੀ ਨਹੀਂ ਛੁੱਟ ਸਕਦੇ। ਬਖਸ਼ਣਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਅਸੀਂ ਭੁੱਲਣਹਾਰ ਹਾਂ, ਤੁਸੀਂ ਬਖਸ਼ਣਹਾਰ ਹੋ। ਹੇ ਵਾਹਿਗੁਰੂ ਜੀ, ਹੇ ਬਖਸ਼ਣਹਾਰ ਜੀ, ਸਾਨੂੰ ਬਖਸ਼ ਲਓ ਸੱਚੇ ਪਾਤਸ਼ਾਹ, ਬਖਸ਼ ਕੇ ਆਪਣੇ ਬਣਾ ਲਓ ਅਤੇ ਸੰਸਾਰ ਸਮੁੰਦਰ ਤੋਂ ਪਾਰ ਉਤਾਰ ਦਿਓ। ਪੌੜੀ ਲੂਣ ਹਰਾਮੀ ਗੁਨਹਗਾਰ। ਹੇ ਵਾਹਿਗੁਰੂ ਜੀ, ਅਸੀਂ ਲੂਣ ਹਰਾਮੀ ਨਾ ਸ਼ੁਕਰੇ। ਲੂਣ ਹਰਾਮੀ, ਲੂਣ ਖਾਏ ਕਰੇ ਹਰਾਮ ਖੋਰੀ ਪੇਖਤ ਨੈਣ ਬਿਦਾਰਿਓ। ਜਿਹੜਾ ਕਿਸੇ ਦਾ ਲੂਣ ਖਾ ਕੇ ਫਿਰ ਉਹਦੇ ਉਲਟ ਚੱਲੇ, ਉਹਦਾ ਜਸ ਨਾ ਕਰੇ, ਵਡਿਆਈ ਨਾ ਕਰੇ, ਮਹਿਮਾ ਨਾ ਕਰੇ, ਉਹਨੂੰ ਲੂਣ ਹਰਾਮੀ ਕਿਹਾ ਜਾਂਦਾ, ਨਾ ਸ਼ੁਕਰਾ। ਅਸੀਂ ਵਾਹਿਗੁਰੂ ਪਰਮਾਤਮਾ ਦਾ ਦਿੱਤਾ ਖਾਂਦੇ, ਸਭ ਕੁਛ ਵਾਹਿਗੁਰੂ ਨੇ ਸਾਨੂੰ ਬਖਸ਼ਿਆ, ਜੋ ਕੁਝ ਵੀ ਸਾਡੇ ਪਾਸ ਹੈ। ਅਤੇ ਇਸ ਪ੍ਰਕਾਰ ਅਸੀਂ ਲੂਣ ਹਰਾਮੀ ਹਾਂ, ਗੁਨਾਹਗਾਰ, ਅਤੇ ਗੁਨਾਹਗਾਰ ਹਾਂ। ਬੜੇ ਬੜੇ ਵੱਡੇ ਗੁਨਾਹ ਪਾਪ ਦੋਸ਼ ਅਸੀਂ ਕਮਾਏ ਹੋਏ ਨੇ। ਬੇਗਾਨਾ ਵਾਹਿਗੁਰੂ ਦਾ ਆਪਣਾ ਨਹੀਂ ਸਮਝਦੇ, ਵਾਹਿਗੁਰੂ ਦੇ ਅਸੀਂ ਨਹੀਂ ਬਣਦੇ, ਇਸ ਕਰਕੇ ਬੇਗਾਨੇ ਬਣ ਰਹੇ ਹਾਂ ਸੱਚੇ ਪਾਤਸ਼ਾਹ। ਅਲਪ ਮਤ ਹੋਸ਼ੀ ਮਤ ਵਾਲੇ, ਤੁਸ਼ ਮਤ ਬੁੱਧੀ ਹੈ ਸਾਡੀ। ਜੀਓ ਪਿੰਡ ਜਿਨ ਸੁਖ ਦੀ। ਜਿਸ ਆਪ ਜੀ ਨੇ ਸਾਨੂੰ ਜਿੰਦ ਬਖਸ਼ੀ, ਜਿਸ ਆਪ ਜੀ ਨੇ ਸਾਨੂੰ ਪਿੰਡ ਸਰੀਰ ਬਖਸ਼ਿਆ ਹੈ ਅਤੇ ਸੁਖ ਬਖਸ਼ੇ ਹਨ, ਤਾਹੇ ਨ ਜਾਣਤ ਤਤ। ਤਿਸ ਆਪ ਜੀ ਜੋ ਤਤ ਸਰੂਪ ਉਸ ਸੱਚੇ ਪਾਤਸ਼ਾਹ, ਉਸ ਆਪ ਜੀ ਨੂੰ ਅਸੀਂ ਜਾਣਦੇ ਹੀ ਨਹੀਂ ਹਾਂ। ਲਾਹਾ ਮਾਇਆ ਕਾਰਨੇ ਦਹਿ ਦਿਸ ਢੂੰਡਨ ਜਾਏ। ਸਾਡੀ ਇਹ ਹਾਲਤ ਹੈ ਮਾਇਆ ਬਹੁਤੀ ਇਕੱਠੀ ਕਰਨ ਵਾਸਤੇ, ਮਾਇਆ ਦਾ ਲਾਹਾ ਖੱਟਣ ਵਾਸਤੇ ਹੋਰ ਮਾਇਆ ਜੋੜ ਲਈਏ। ਮਾਇਆ ਦਾ ਲਾਭ ਪ੍ਰਾਪਤ ਕਰਨ ਵਾਸਤੇ ਦਸਾਂ ਦਿਸ਼ਾਂ 'ਚ ਹੀ ਅਸੀਂ ਢੂੰਡਣ ਖੋਜਣ ਵਾਸਤੇ ਜਾਂਦੇ ਹਾਂ ਮਾਇਆ ਨੂੰ, ਪਦਾਰਥਾਂ ਨੂੰ। ਔਰ ਦੇਵਨਹਾਰ ਦਾ ਤਾਰ ਪ੍ਰਭ ਨਿਮਖ ਨ ਮਨ ਹੈ ਵਸਾਏ।
ਜੋ ਆਪ ਦੇਵਨਹਾਰ ਹੋ। हे ਦਾਤਾਰ ਅਕਾਲ ਪੁਰਖ ਜੀ, ਪ੍ਰਭੂ ਜੀ, ਅਸੀਂ ਨਿਮਖ ਮਾਤਰ ਵੀ ਤੁਹਾਨੂੰ ਆਪਣੇ ਮਨ 'ਚ ਨਹੀਂ ਵਸਾਉਂਦੇ ਹਾਂ। ਲਾਲਚ ਝੂਠ ਬੇਕਾਰ ਮੋਹ, ਇਹ ਸੰਪੈ ਮਨ ਮਾਹੇ। ਲਾਲਚ ਪਦਾਰਥਾਂ ਨੂੰ ਜਮ੍ਹਾਂ ਕਰਨ ਦਾ ਲੋਭ ਤੇ ਝੂਠ ਜ਼ਬਾਨ ਤੋਂ ਬੋਲਣਾ ਤੇ ਮਨ ਵਿੱਚ ਵੀ ਝੂਠੇ ਪਦਾਰਥਾਂ ਨਾਲ ਲਗਾ ਹੋਣਾ ਤੇ ਬੇਕਾਰ ਕਾਮ ਕ੍ਰੋਧ ਆਦਿਕ ਜਿਹੜੇ ਚੰਬੜੇ ਹੋਏ ਆ ਤੇ ਮੋਹ ਜਿਹੜਾ ਸੰਸਾਰ ਦੇ ਪਦਾਰਥਾਂ ਦੇ ਸਰੀਰਾਂ ਨਾਲ, ਇਹ ਸੰਪੈ ਮਨ ਮਾਹੇ। ਮੇਰੇ ਮਨ ਦੇ ਅੰਦਰ ਸੱਚੇ ਪਾਤਸ਼ਾਹ ਇਹੋ ਹੀ ਜਾਇਦਾਦ, ਇਹੋ ਹੀ ਧਨ ਇਕੱਠਾ ਹੋਇਆ। ਲੰਪਟ ਚੋਰ ਨਿੰਦਕ ਮਹਾ ਤਿਨਹੂ ਸੰਗ ਬਿਹਾਏ। ਜਿਹੜੇ ਲੰਪਟ ਚੰਬੜੇ ਹੋਏ ਆ ਨਾ, ਵਿਕਾਰਾਂ ਵਿੱਚ ਖਚਿਤ ਹੋਏ ਨੇ ਤੇ ਚੋਰ ਹਨ ਜਿਹੜੇ ਲੋਕ। ਸੋ ਨਾਮ ਦੁਰਾਏ ਚੱਲੈ ਸੋ ਚੋਰ ਵੀ ਕਿਹਾ ਹਜ਼ੂਰ ਨੇ। ਜਿਹੜੇ ਵਾਹਿਗੁਰੂ ਦੇ ਨਾਮ ਤੋਂ ਸਖੜੇ ਰਹਿੰਦੇ ਉਹ ਚੋਰ ਹੀ ਹਨ, ਮਹਾਰਾਜ ਦੇ ਨਾਮ ਨੂੰ ਛਪਾ ਕੇ ਚੱਲਦੇ। ਤੇ ਨਿੰਦਕ ਮਹਾਨ ਨਿੰਦਕ ਜਿਹੜੇ ਲੋਕ ਹਨ, ਤਿਨਹੂ ਸੰਗ ਬਿਹਾਏ। ਉਹਨਾਂ ਦੀ ਸੰਗਤ ਵਿੱਚ ਹੀ ਮੈਂ ਜੀਵਨ ਗੁਜ਼ਾਰ ਰਿਹਾ, ਮੇਰੀ ਉਮਰ ਬਤੀਤ ਹੁੰਦੀ ਜਾਂਦੀ ਹੈ। ਤੁਧ ਭਾਵੈ ਤਾਂ ਬਖਸ਼ ਲੈ ਹੈ, ਖੋਟੇ ਸੰਗ ਖਰੇ। ਪਰ ਮਹਾਰਾਜ ਤੁਹਾਡੇ ਪਾਸ ਬੇਨਤੀ ਹੈ, ਜੇ ਤੁਹਾਨੂੰ ਭਾਉਂਦਾ ਚੰਗਾ ਲੱਗਦਾ, ਮੇਰੀ ਬੇਨਤੀ ਚੰਗੀ ਲੱਗਦੀ ਹੈ, ਤਾਂ ਸੱਚੇ ਪਾਤਸ਼ਾਹ ਜਿਹੜੇ ਖਰੇ ਲੋਕ ਨੇ ਨਾ, ਚੰਗੇ ਪੁਰਸ਼ ਨੇ, ਤੁਹਾਡੀ ਬੰਦਗੀ ਕਰਨ ਵਾਲੇ, ਸੋ ਉਹਨਾਂ ਦੇ ਸੰਗ ਰਲਾ ਕੇ ਸਾਨੂੰ ਖੋਟਿਆਂ ਨੂੰ ਸੱਚੇ ਪਾਤਸ਼ਾਹ ਤੁਸੀਂ ਬਖਸ਼ ਲਵੋ। ਨਾਨਕ ਭਾਵੈ ਪਾਰ ਬ੍ਰਹਮ ਪਾਹਨ ਨੀਰ ਤਰੇ। ਹਜ਼ੂਰ ਗੁਰੂ ਅਰਜਨ ਦੇਵ ਫਰਮਾਉਂਦੇ ਨੇ ਵੀ ਜੇ ਪਾਰ ਬ੍ਰਹਮ ਪਰਮੇਸ਼ਰ ਨੂੰ ਭਾ ਜਾਂਦਾ ਤਾਂ ਜਿਹੜੇ ਪਾਹਣ ਪੱਥਰ ਹੈ ਉਹ ਵੀ ਪਾਣੀ ਵਿੱਚ ਤਰ ਜਾਂਦੇ ਆ। ਭਾਵ ਉਪਦੇਸ਼ ਰੂਪੀ ਪਾਣੀ ਦੇ ਨਾਲ, ਉਪਦੇਸ਼ ਰੂਪੀ ਜਲ ਦੇ ਨਾਲ ਜਿਹੜੇ ਪਾਹਨ ਸਾਡੇ ਵਰਗੇ ਪੱਥਰ ਜੀਵ ਹੈ ਨਾ, ਪਾਪਾਂ ਦੇ ਨਾਲ ਪੱਥਰ ਭਾਰੇ ਹੋਏ ਪੱਥਰਾਂ ਵਾਂਗ, ਉਹਨਾਂ ਨੂੰ ਸੱਚੇ ਪਾਤਸ਼ਾਹ ਉਪਦੇਸ਼ ਦੁਆਰਾ ਆਪਣੀ ਮਿਹਰ ਦੀ ਨਜ਼ਰ ਰੂਪੀ ਜਲ ਦੇ ਨਾਲ ਸੱਚੇ ਪਾਤਸ਼ਾਹ ਤਾਰ ਦਿੰਦੇ ਆ। ਸ਼ਲੋਕ ਖਾਤ ਪੀਤ ਖੇਲਤ ਹਸਤ ਭਰਮੇ ਜਨਮਾਂ ਅਨੇਕ। ਸੱਚੇ ਪਾਤਸ਼ਾਹ ਅਨੇਕਾਂ ਜਨਮਾਂ ਤੋਂ ਹੇ ਮਹਾਰਾਜ ਜੀ ਭੋਜਨ ਖਾਂਦੇ ਆ ਤੇ ਪੀਣ ਵਾਲੇ ਪਦਾਰਥਾਂ ਨੂੰ ਪੀਂਦੇ ਆ। ਪਦਾਰਥ ਜਿਹੜਾ ਦੁੱਧ ਤੇ ਪਾਣੀ ਦਾ ਕਿਤੇ ਰਹਿ ਗਿਆ, ਫਲਾਂ ਆਦਿਕਾਂ ਦਾ ਜੂਸ ਰਸ ਤਾਂ ਕਿਤੇ ਰਹਿ ਗਿਆ, ਜਿਹੜੀ ਅਵੇਹਤ ਹੈ ਸ਼ਰਾਬ ਆਦਿਕ ਉਹ ਵੀ ਪੀ ਜਾਂਦੇ ਹਾਂ ਅਸੀਂ ਜੀਵ ਸੰਸਾਰ ਦੇ। ਸੋ ਕਹਿੰਦੇ ਹੋਰ ਰਸ ਚਾਹੀਦਾ, ਅਜੇ ਨਹੀਂ ਗੱਲ ਬਣੀ। ਇਸ ਤਰ੍ਹਾਂ ਅਨੇਕਾਂ ਤਰ੍ਹਾਂ ਦੇ ਪਦਾਰਥਾਂ ਨੂੰ ਖਾਂਦੇ ਆ, ਅਨੇਕਾਂ ਪੀਣ ਵਾਲਿਆਂ ਨੂੰ ਪੀਂਦਿਆਂ ਹੋਇਆਂ ਤੇ ਖੇਡਦਿਆਂ ਹੋਇਆਂ, ਮੌਜਾਂ ਮਾਣਦਿਆਂ ਸੰਸਾਰ ਦੀਆਂ, ਤੇ ਹੱਸਦਿਆਂ ਖੇਡਦਿਆਂ ਇਸ ਰੰਗ ਤਮਾਸ਼ੇ ਅੰਦਰ ਭਰਮੇ ਜਨਮ ਅਨੇਕਾਂ ਜਨਮਾਂ 'ਚ ਅਸੀਂ ਭਰਮੇ ਭਟਕੇ ਹਾਂ। ਸੱਚੇ ਪਾਤਸ਼ਾਹ ਜੀ ਭਵਜਲ ਤੇ ਕਾਢੋ ਪ੍ਰਭੂ। ਭਵਜਲ ਸੰਸਾਰ ਹੈ ਜਿਹੜਾ, ਭਵ ਡਰ ਦਾ ਜਲ ਪਾਣੀ ਜਿੱਥੇ ਭਰਿਆ ਹੋਇਆ, ਜੰਮਣ ਰੂਪ ਜਿਹੜਾ ਪਾਣੀ ਭਰਿਆ, ਬਾਰ-ਬਾਰ ਜਨਮਦੇ ਮਰਦੇ ਹਾਂ, ਇਸ ਕਰਕੇ ਇਹਨੂੰ ਭਵਜਲ ਕਿਹਾ ਸੰਸਾਰ ਨੂੰ। ਇਸ ਜੰਮਣ ਮਰਨ ਰੂਪੀ ਸੰਸਾਰ ਭਵਜਲ ਤੋਂ ਸਾਨੂੰ ਕੱਢ ਲਵੋ ਪ੍ਰਭੂ ਜੀ, ਨਾਨਕ ਤੇਰੀ ਟੇਕ। ਸਾਨੂੰ ਤਾਂ ਮਹਾਰਾਜ ਤੁਹਾਡੀ ਟੇਕ ਸਹਾਰਾ ਓਟ ਆਸਰਾ ਹੈ। ਸਾਡੇ ਮਨ ਦੀ ਟੇਕ ਓਟ ਤੁਹਾਡੇ ਤੇ ਹੀ ਹੈ। ਪੌੜੀ ਖੇਲਤ ਆਇਓ ਅਨਕ ਜਿਉਨ ਦੁਖ ਪਾਏ। ਹਜ਼ੂਰ ਖੁਲਾਸਾ ਕਰਦੇ ਨੇ, ਖੇਡਦਿਆਂ ਸੰਸਾਰ ਦੇ ਵਿੱਚ ਅਨੇਕਾਂ ਜਨਮਾਂ 'ਚ ਅਨਕ ਜਿਉਨ ਦੁੱਖ ਪਾਏ। ਅਨੇਕਾਂ ਜੂਨਾਂ 'ਚ ਖੇਡਦਿਆਂ ਦੁੱਖ ਪਾਉਂਦੇ ਹੋਏ ਮਹਾਰਾਜ ਹੁਣ ਅਸੀਂ ਆਏ ਹਾਂ ਮਨੁੱਖਾ ਦੇਹ ਦੇ ਅੰਦਰ, ਜਾਂ ਤੁਹਾਡੀ ਸ਼ਰਨ ਵਿੱਚ ਆਏ ਹਾਂ। ਖੇਦ ਮਿਟੇ ਸਾਧੂ ਮਿਲਤ ਸਤਿਗੁਰ ਬਚਨ ਸੁਣਾਏ। ਸਤਿਗੁਰਾਂ ਨੂੰ ਮਿਲਦੇ ਹਾਂ, ਸਾਧੂ ਬਾਬਾ ਬੁੱਢਾ ਜੀ ਵਰਗਿਆਂ ਨੂੰ ਮਿਲਦੇ ਹਾਂ, ਫਿਰ ਸਤਿਗੁਰੂ ਮਹਾਰਾਜ ਦੇ ਬਚਨ ਸੁਣ ਕੇ ਜੇ ਉਹਨਾਂ ਬਚਨਾਂ 'ਚ ਹੀ ਸਮਾ ਜਾਈਏ ਤਾਂ ਖੇਦ ਮਿਟੇ। ਜਿਹੜਾ ਖੇਦ ਆ ਨਾ, ਦੁੱਖ ਤਕਲੀਫ ਹੈ ਸਾਡਾ, ਇਹ ਮਿਟ ਜਾਏਗਾ। ਸੋ ਇਸ ਪ੍ਰਕਾਰ ਖੇਦ ਮਿਟੇ, ਸਾਰੇ ਦੁੱਖ ਤਕਲੀਫਾਂ ਮਿਟ ਗਏ ਸਾਧੂ ਸਤਿਗੁਰਾਂ ਨੂੰ ਮਿਲ ਕੇ, ਸਤਿਗੁਰੂ ਦੇ ਬਚਨਾਂ ਵਿੱਚ ਸਮਾਈ ਹੋਈ, ਬਚਨ ਹਿਰਦੇ 'ਚ ਸਮਾ ਗਏ। ਤਾਂ ਕਰਕੇ ਖਿਮਾ ਗਹੀ ਸੱਚ ਸੰਚਿਓ ਖਾਇਓ ਅੰਮ੍ਰਿਤ ਨਾਮ। ਇਸ ਤਰ੍ਹਾਂ ਖਿਮਾ ਦਾ ਜਿਹੜਾ ਗੁਣ ਹੈ, ਕਿਸੇ ਦੇ ਕੌੜੇ ਕਸੈਲੇ ਵਾਕ ਨੂੰ, ਕਿਸੇ ਦੀ ਵਧੀਕੀ ਨੂੰ ਖਿਮਾ ਕਰ ਦੇਣਾ, ਮਾਫ ਕਰ ਦੇਣਾ, ਇਹ ਖਿਮਾ ਦਾ ਗੁਣ। ਖਿਮਾ ਗਹੀ ਬ੍ਰਤਸ਼ੀਲ ਸੰਤੋਖੰ ਰੋਗ ਨ ਵਿਆਪਿਆ ਨਾ ਜਮ ਦੋਖੰ। ਖਿੰਥਾ ਖਿਮਾ ਹੰਢਾਵੋ ਹਜ਼ੂਰ ਨੇ ਕਿਹਾ ਹੈ। ਸੋ ਇਸ ਪ੍ਰਕਾਰ ਖਿੰਥਾ ਦੀ ਜਿਹੜੀ ਖਿਮਾ ਦੀ ਗੋਦੜੀ ਹੰਡਾਉਣੀ ਚਾਹੀਦੀ ਹੈ। ਜਿਨ੍ਹਾਂ ਨੇ ਖਿਮਾ ਗਹੀ, ਖਿਮਾ ਦੇ ਗੁਣ ਨੂੰ ਗ੍ਰਹਿਣ ਕਰ ਲਿਆ ਹੈ। ਸੱਚ ਸੰਚਿਓ, ਸੱਚੇ ਪਰਮੇਸ਼ਰ ਦਾ ਸੱਚਾ ਨਾਮ ਸੰਚਿਆ, ਇਕੱਠਾ ਕੀਤਾ ਹਿਰਦੇ 'ਚ, ਤੇ ਖਾਇਓ ਅੰਮ੍ਰਿਤ ਨਾਮ। ਵਾਹਿਗੁਰੂ ਦੇ ਸੱਚੇ ਗਿਆਨ ਨੂੰ ਹਿਰਦੇ 'ਚ ਵਸਾਇਆ ਤੇ ਵਾਹਿਗੁਰੂ ਦਾ ਅੰਮ੍ਰਿਤ ਸਰੀਖਾ ਨਾਮ ਖਾਇਆ, ਭਾਵ ਭੋਗਿਆ, ਪੁੰਚਿਆ, ਅੰਦਰ ਵਸਾਇਆ ਹੈ। ਖਰੀ ਕਿਰਪਾ ਠਾਕੁਰ ਭਈ। ਤਾਂ ਫਿਰ ਪ੍ਰਮਾਤਮਾ ਅਕਾਲ ਪੁਰਖ ਜੋ ਠਾਕੁਰ ਹੈ, ਉਹਦੀ ਖਰੀ ਕਿਰਪਾ, ਭਾਵ ਚੰਗੀ ਤਰ੍ਹਾਂ ਕਿਰਪਾ ਹੋਈ, ਬਾਹਲੀ ਕਿਰਪਾ ਉਸ ਦੀ ਹੋਈ ਤਾਂ ਆਨੰਦ ਸੁਖ ਵਿਸਰਾਮ,
ਆਤਮਕ ਆਨੰਦ ਤੇ ਸੁਖ ਦੇ ਵਿੱਚ ਵਿਸਰਾਮ ਟਿਕਾ ਪ੍ਰਾਪਤ ਹੋ ਗਿਆ, ਟਿਕਾਣਾ ਮਿਲ ਗਿਆ। ਖੇਪ ਨਿਵਾਹੀ ਬਹੁਤ ਲਾਭ, ਘਰ ਆਏ ਪਤਵੰਤ। ਖੇਪ ਭਾਵ ਇਕੱਠਾ ਸਮੁਦਾਇ ਪਿਆ ਕਿਸੇ ਵਸਤੂ ਦਾ। ਸੋ ਇਸ ਪ੍ਰਕਾਰ ਸਹਿਲੀ ਖੇਪ ਨਾਨਕ ਲੈ ਆਇਆ। ਇਹ ਖੇਪ ਜਿਹੜੀ ਸ਼ੁਭ ਗੁਣਾਂ ਦੀ, ਵਾਹਿਗੁਰੂ ਦੀ ਬੰਦਗੀ ਦੀ, ਇਹ ਜਿਹੜੀ ਦਾਤ ਬਖਸ਼ੀ ਸੀ ਸਤਿਗੁਰਾਂ ਨੇ, ਇਹ ਤੋੜ ਨਿਭਾਤੀ ਸਤਿਗੁਰਾਂ ਨੇ। ਬਹੁਤ ਲਾਭ ਹੋ ਗਿਆ ਜੀਵਨ ਦਾ। ਨਾਮ ਸਿਮਰਨ ਰੂਪੀ ਖੇਪ ਤੋੜ ਨਿਭਾਤੀ, ਘਰ ਆਏ ਪਤਵੰਤ। ਤਾਂ ਪ੍ਰਲੋਕ ਰੂਪੀ ਘਰ 'ਚ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਪਰਮਾਤਮਾ ਦੇ ਦਰ ਘਰ 'ਤੇ ਪਤਵੰਤ ਬਣ ਕੇ, ਇੱਜ਼ਤ ਵਾਲੇ ਬਣ ਕੇ ਆਏ। ਇਸੇ ਤਰ੍ਹਾਂ ਹਿਰਦੇ ਰੂਪੀ ਘਰ ਦੇ ਅੰਦਰ ਅੰਤਰਾਤਮੇ ਆ ਕੇ ਟਿਕਿਆਂ, ਪਤ ਵਾਲੇ ਬਣ ਗਏ। ਖਰਾ ਦਿਲਾਸਾ ਗੁਰ ਦੀਆ, ਆਏ ਮਿਲੇ ਭਗਵੰਤ। ਖਰਾ ਚੰਗੀ ਤਰ੍ਹਾਂ ਦਿਲਾਸਾ, ਧਰਵਾਸ, ਹੌਸਲਾ ਸਤਿਗੁਰੂ ਮਹਾਰਾਜ ਨੇ ਬਖਸ਼ਿਆ, ਤੇ ਸਤਿਗੁਰੂ ਦੀ ਬਖਸ਼ੀ ਧਰਵਾਸ ਕਰਕੇ ਆ ਕੇ ਮਿਲ ਪਏ ਹਨ ਭਗਵੰਤ ਪਰਮਾਤਮਾ ਅਕਾਲ ਪੁਰਖ ਜੀ। ਆਪਨ ਕੀਆ ਕਰਹਿ ਆਪ ਹੀ ਕੀਤਾ ਸਾਰੇ ਜਗਤ ਨੂੰ ਪੈਦਾ ਵਾਹਿਗੁਰੂ ਨੇ। ਤੇ ਹੁਣ ਵੀ ਸਾਰੇ ਕਰਤੱਬਾਂ ਨੂੰ ਵਾਹਿਗੁਰੂ ਜੀ ਆਪ ਹੀ ਕਰਦੇ ਪਏ ਨੇ। ਆਗੇ ਪਾਤਸ਼ਾਹ ਆਪ, ਅੱਗੇ ਪ੍ਰਲੋਕ ਵਿੱਚ ਵੀ ਤੇ ਪਿੱਛੇ ਇੱਥੇ ਮਾਤ ਲੋਕ 'ਤੇ ਵੀ। ਅੱਗੇ ਜਿਹੜਾ ਪਹਿਲਾਂ ਸਮਾਂ ਬਤੀਤ ਹੋ ਗਿਆ ਤੇ ਹੁਣ ਪਿੱਛੇ ਰਹਿੰਦਾ ਜਿਹੜਾ, ਸਾਰਿਆਂ ਸਮਿਆਂ 'ਚ ਅੱਗੇ ਪਿੱਛੇ ਆਪ ਹੀ ਹਨ ਵਾਹਿਗੁਰੂ ਜੀ। ਨਾਨਕ ਸਉ ਸਰਾਹੀ ਹੈ ਜੇ ਘਟ ਘਟ ਰਹਿਆ ਵਿਆਪ। ਹਜ਼ੂਰ ਗੁਰੂ ਅਰਜਨ ਦੇਵ ਮਹਾਰਾਜ ਫਰਮਾਉਂਦੇ ਨੇ, ਉਸੇ ਨੂੰ ਸਲਾਉਣਾ ਚਾਹੀਦਾ ਜਿਹੜਾ ਹਰੇਕ ਹਿਰਦੇ ਅੰਦਰ ਵਿਆਪਕ ਹੋ ਰਿਹਾ ਹੈ, ਸਮਾਇਆ ਹੋਇਆ ਪਰਮੇਸ਼ਰ। ਸ਼ਲੋਕ ਆਏ ਪ੍ਰਭ ਸਰਨਾਗਤੀ, ਕਿਰਪਾ ਨਿਧ ਦਇਆਲ। ਹੇ ਕਿਰਪਾ ਦੇ ਖਜ਼ਾਨੇ, ਨਿਧੀ ਖਜ਼ਾਨਾ ਰੂਪ, ਹੇ ਦਇਆ ਦੇ ਘਰ ਵਾਹਿਗੁਰੂ ਜੀ। ਹੇ ਪ੍ਰਭੂ ਪਰਮਾਤਮਾ ਜੀ, ਤੁਹਾਡੀ ਸ਼ਰਨ ਵਿੱਚ ਆ ਕੇ ਗਤ ਪ੍ਰਾਪਤ ਹੋਏ ਆ। ਜਿਹੜੇ ਪ੍ਰਾਪਤ ਹੋਏ ਆ ਸ਼ਰਨ ਵਿੱਚ, ਫਿਰ ਕੀ ਹੋਇਆ? ਏਕ ਅੱਖਰ ਹਰ ਮਨ ਬਸਤ। ਇਹ ਅੱਖਰ ਸ਼ਬਦ ਦੇ ਦੋ ਤਰ੍ਹਾਂ ਅਰਥ ਹੁੰਦੇ ਨੇ। ਅਖਰ ਅਬਿਨਾਸੀ ਜਿਹੜਾ ਪਰਮਾਤਮਾ ਹੈ, ਇੱਕੋ ਅਬਿਨਾਸੀ ਹਰੀ ਅਕਾਲ ਪੁਰਖ ਜਿਹਨਾਂ ਦੇ ਮਨ 'ਚ ਵੱਸਦਾ। ਤੇ ਏਕ ਅੱਖਰ ਹਰ, ਹਰੀ ਅਕਾਲ ਪੁਰਖ ਦੇ ਨਾਮ ਦਾ ਜਿਹੜਾ ਇੱਕ ਅੱਖਰ ਹੈ, ਜਿਵੇਂ ਵਾਹਿਗੁਰੂ ਮੰਤਰ ਨੂੰ ਇੱਕ ਅੱਖਰ ਕਿਹਾ ਜਾਂਦਾ ਹੈ। ਹਰੀ ਪ੍ਰਮਾਤਮਾ ਦਾ ਨਾਮ, ਰਾਮ ਹੈ, ਅਨੇਕਾਂ ਨਾਮ ਨੇ, ਅੱਲਾ ਹੈ। ਸੋ ਇੱਕ ਵਾਹਿਗੁਰੂ ਦੇ ਨਾਮ ਦਾ ਅੱਖਰ ਜਿਨ੍ਹਾਂ ਦੇ ਹਿਰਦੇ 'ਚ ਵੱਸਦਾ ਹੈ, ਨਾਨਕ ਹੋਤ ਨਿਹਾਲ। ਹਿਰਦੇ 'ਚ ਮਨ 'ਚ ਵਸਦਿਆਂ ਸਾਰੀ ਜੀਵ ਹੋ ਜਾਂਦਾ ਨਿਹਾਲ, ਦੁੱਖਾਂ ਤੋਂ ਰਹਿਤ ਅਵਸਥਾ ਪ੍ਰਾਪਤ ਹੁੰਦੀ ਹੈ, ਖੜਾਵੜ ਦੇ ਸਹਿਤ ਹੋ ਜਾਂਦਾ। ਪੌੜੀ ਅੱਖਰ ਮਹਿ ਤ੍ਰਿਭਵਨ ਪ੍ਰਭ ਧਾਰੇ। ਅੱਖਰ ਹੈ ਜਿਹੜਾ ਵਾਹਿਗੁਰੂ ਪਰਮਾਤਮਾ ਵਿਨਾਸੀ, ਉਸ ਦੇ ਸਰੂਪ ਅੰਦਰ ਹੀ ਤਿੰਨੇ ਭਵਨ ਜਿਹੜੇ ਹਨ ਧਾਰੇ ਬਣਾਏ ਹੋਏ, ਟਿਕਾਏ ਹੋਏ ਨੇ ਪਰਮੇਸ਼ਰ ਨੇ। ਸੋ ਇਸੇ ਤਰ੍ਹਾਂ ਅੱਖਰ ਜਿਹੜੇ ਹਨ ਪਰਮੇਸ਼ਰ ਦੇ ਨਾਮ ਦੇ, ਇਹਨਾਂ ਅੱਖਰਾਂ ਅੰਦਰ, ਕਿਉਂਕਿ ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ, ਨਾਮ ਦੇ ਸਹਾਰੇ ਹੀ ਖੰਡ ਬ੍ਰਹਿਮੰਡ ਹਨ ਸਾਰੇ। ਤਿੰਨੇ ਭਵਨ ਪਰਮਾਤਮਾ ਨੇ ਧਾਰੇ ਟਿਕਾਏ ਹੋਏ ਹਨ ਆਪਣੇ ਨਾਮ ਦੇ ਆਸਰੇ। ਅੱਖਰ ਕਰ ਕਰ ਵੇਦ ਵਿਚਾਰੇ। ਜਿਹੜਾ ਅੱਖਰ ਪਰਮੇਸ਼ਰ ਹੈ ਅਥਵਾ ਉਹਦੇ ਨਾਮ ਦਾ ਜਿਹੜਾ ਅੱਖਰ ਹੈ, ਅੱਖਰ ਹਨ ਜਿਵੇਂ ਕਿਸੇ ਭਾਸ਼ਾ ਦੇ ਬਾਣੀਆਂ ਦੇ ਅੱਖਰ ਨੇ। ਸੋ ਇਸ ਪ੍ਰਕਾਰ ਅੱਖਰਾਂ ਕਰਕੇ ਤੇ ਕੀਤੇ ਵੇਦ ਰਚੇ ਹਨ ਬ੍ਰਹਮਾ ਨੇ, ਤੇ ਫਿਰ ਵਿਚਾਰਨ ਵਾਲੇ ਨੇ ਅੱਖਰਾਂ ਦੁਆਰਾ ਹੀ ਵਿਚਾਰੇ ਹਨ। ਅੱਖਰ ਸ਼ਾਸਤਰ ਸਿਮਰਤ ਪੁਰਾਨਾ। 6 ਸ਼ਾਸਤਰਾਂ, 27 ਸਿਮਰਤੀਆਂ, 18 ਪੁਰਾਣਾ 'ਚ ਅੱਖਰ ਹੀ ਹਨ। ਅੱਖਰਾਂ ਦੁਆਰਾ ਹੀ ਅੱਗੇ ਉਪਦੇਸ਼ ਲਿਖਿਆ ਹੋਇਆ। ਅੱਖਰ ਨਾਦ ਕਥਨ ਵਖਿਆਨਾ। ਅੱਖਰਾਂ ਦੁਆਰਾ ਹੀ ਨਾਦ ਜਿਹੜੇ ਸਾਜ਼ ਵੱਜਦੇ ਨੇ, ਕਥਨੀ ਹੁੰਦੀ, ਵਖਿਆਨ ਹੁੰਦੇ ਨੇ ਅੱਖਰਾਂ ਦੁਆਰਾ ਹੀ। ਸੋ ਵਖਿਆਨ ਕਥਨ ਕੀਤੇ ਜਾਂਦੇ। ਅੱਖਰ ਮੁਕਤ ਜੁਗਤ ਭੈ ਭਰਮਾ। ਇੱਥੇ ਖੱਖੇ ਦੇ ਜਿਹੜਾ ਵਖਿਆਨਾ ਸ਼ਬਦ ਹੈ, ਉਂਝ ਵੇਖਣ ਨੂੰ ਵਖਾਨਾ ਜਾਪਦਾ, ਖੱਖੇ ਦੇ ਥੱਲੇ ਯਕਸ਼ਚਨ ਲੱਗਾ ਹੋਇਆ, ਇਹਦੇ 'ਚੋਂ ਸਿਹਾਰੀ ਤੇ ਐੜਾ ਨਿਕਲਦਾ ਹੈ। ਸੋ ਇਸ ਪ੍ਰਕਾਰ ਇਹ ਵਖਿਆਨਾ ਪਾਠ ਕਰਨਾ। ਅੱਗੇ ਅੱਖਰ ਮੁਕਤ ਜੁਗਤ ਭੈ ਭਰਮਾ। ਅੱਖਰ ਦੁਆਰਾ ਹੀ ਜਿਹੜੀ ਭੈ, ਡਰ ਤੇ ਭਰਮ ਦੀ ਨਿਵਰਤੀ ਵਾਲੀ, ਤੇ ਇਸੇ ਤਰ੍ਹਾਂ ਭਰਮ ਦੀ ਨਿਵਰਤੀ ਵਾਲੀ ਜੁਗਤੀ ਤੇ ਮੁਕਤੀ ਪ੍ਰਾਪਤ ਹੁੰਦੀਆਂ ਹਨ। ਸੋ ਇਸ ਪ੍ਰਕਾਰ ਮੁਕਤੀ ਦੀ ਜੁਗਤੀ ਤੇ ਭਰਮ ਤੇ ਭੈ ਨੂੰ ਦੂਰ ਕਰਨ ਵਾਲੀ ਜੁਗਤੀ ਅੱਖਰਾਂ ਦੁਆਰਾ ਹੀ ਪ੍ਰਾਪਤ ਹੁੰਦੀ ਹੈ। ਅੱਖਰ ਕਰਮ ਕਿਰਤ ਸੁਚ ਧਰਮਾ। ਸੋ ਅੱਖਰ ਦੁਆਰਾ ਹੀ ਜਿਹੜੀ ਸ਼ੁਭ ਕਰਮਾਂ ਦੀ ਕਿਰਤ ਕਰਨੀ ਸਿਖਾਈ ਜਾਂਦੀ ਹੈ। ਸੁਚ ਪਵਿੱਤਰਤਾ, ਮਾਨਸਿਕ ਪਵਿੱਤਰਤਾ ਵਾਲਾ ਜਿਹੜਾ ਧਰਮ ਹੈ, ਉਹ ਅੱਖਰਾਂ ਦੁਆਰਾ ਹੀ ਸਿੱਖਿਆ ਜਾ ਸਕਦਾ, ਪ੍ਰਾਪਤ ਹੁੰਦਾ, ਉਹ ਵੀ ਅੱਖਰਾਂ 'ਚ ਹੀ ਆਉਂਦਾ। ਦ੍ਰਿਸ਼ਟਮਾਨ ਅੱਖਰ ਹੈ ਜੇਤਾ। ਜਿੰਨਾ ਸੰਸਾਰ ਹੈ ਵੀ ਅੱਖਰਾਂ ਦੇ ਵਿੱਚ ਹੀ ਹੈ। ਦ੍ਰਿਸ਼ਟਮਾਨ ਜਿਹੜਾ ਦਿਖਾਈ ਦੇ ਰਿਹਾ, ਜਿੰਨਾ ਵੀ ਆਕਾਰ ਹੈ। ਨਾਨਕ ਪਾਰ ਬ੍ਰਹਮ ਨਿਰਲੇਪਾ। ਪਰ ਪਾਰ ਬ੍ਰਹਮ ਪਰਮਾਤਮਾ ਅਕਾਲ ਪੁਰਖ
ਇਹ ਸਾਰੇ ਸੰਸਾਰ ਤੋਂ ਨਿਰਲੇਪ ਹੈ। ਸ਼ਲੋਕ ਹੱਥ ਕਲਮ ਅਗੰਮ ਮਸਤਕ ਲੇਖਾਵਤੀ। ਜਿਹੜਾ ਅਗੰਮ ਪਰਮਾਤਮਾ ਪਹੁੰਚ ਤੋਂ ਪਰੇ ਹੈ ਨਾ, ਉਸ ਪਰਮਾਤਮਾ ਦੇ ਹਸਤ ਕਮਲਾਂ ਦੇ ਵਿੱਚ ਹੀ ਅਗੰਮੀ ਕਲਮ ਹੈ। ਤੇ ਉਹ ਜਿਹੜੀ ਕਲਮ ਹੈ ਸਾਰਿਆਂ ਜੀਆਂ ਦੇ ਮਸਤਕ ਤੇ ਮੱਥੇ ਤੇ ਸਾਰੇ ਲੇਖ ਲਿਖਦੀ ਹੈ। ਉਰਜ ਰਹਿਓ ਸਭ ਸੰਗ ਅਨੂਪ ਰੂਪਾਵਤੀ। ਸੋ ਇਸ ਪ੍ਰਕਾਰ ਜਿਹੜਾ ਅਨੂਪ ਲਸਾਨੀ ਹੈ, ਸੁੰਦਰ ਸਰੂਪ, ਰੂਪਾਵਤੀ ਸੋਹਣੇ ਰੂਪ ਵਾਲਾ ਪਰਮਾਤਮਾ ਉਰਜ ਰਹਿਓ ਸਾਰਿਆਂ ਵਿੱਚ ਸਮਾਇਆ ਹੋਇਆ, ਸਾਰਿਆਂ ਦੇ ਸੰਗ ਸਾਥ ਹੀ ਵਾਹਿਗੁਰੂ। ਇਸੇ ਤਰ੍ਹਾਂ ਜਿਹੜੀ ਰੂਪ ਵਾਲੀ ਸੋਹਣੇ ਰੂਪ ਵਾਲੀ ਮਾਇਆ ਹੈ, ਸੋ ਸਾਰਾ ਸੰਸਾਰ ਉਸ ਮਾਇਆ ਦੇ ਸੰਗ ਸਾਥ ਹੀ ਉਲਝਿਆ ਹੋਇਆ ਹੈ। ਤੇ ਉਸਤਤ ਕਹਿਣ ਨਾ ਜਾਏ ਮੁਖੋਂ ਤੁਹਾਰੀ ਆ। ਹੇ ਵਾਹਿਗੁਰੂ ਅਕਾਲ ਪੁਰਖ ਜੀ, ਮੁਖ ਤੋਂ ਤੁਹਾਡੀ ਮੁਕੰਮਲ ਤੌਰ ਤੇ ਉਸਤਤ ਜਿਹੜੀ ਕਥਨ ਨਹੀਂ ਹੋ ਸਕਦੀ, ਕਹਿਣ ਨਾ ਜਾਏ, ਕਹੀ ਨਹੀਂ ਜਾਂਦੀ। ਇਹ ਸੱਚੇ ਪਾਤਸ਼ਾਹ ਏਡੀ ਵੱਡੀ ਉਸਤਤ ਹੈ ਆਪ ਜੀ ਦੀ। ਮੋਹੀ ਦੇਖ ਦਰਸ਼ਨ ਨਾਨਕ ਬਲਿਹਾਰੀਆ। ਹੇ ਸੱਚੇ ਪਾਤਸ਼ਾਹ, ਮੈਂ ਜਿੰਦ, ਮੇਰੀ ਜਿੰਦ ਤੁਹਾਡਾ ਦਰਸ਼ਨ ਵੇਖ ਕੇ ਮੋਹੀ ਗਈ ਹੈ। ਮੈਂ ਤੁਹਾਡੇ ਤੋਂ ਜਾਂ ਮੇਰੀ ਜਿੰਦ ਤੁਹਾਡੇ ਤੋਂ ਬਲਿਹਾਰ ਜਾਂਦੀ ਹੈ ਸੱਚੇ ਪਾਤਸ਼ਾਹ। ਪੌੜੀ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਉਪਦੇਸ਼ ਦਿੰਦੇ ਨੇ, ਹੇ ਅਚੁੱਤ, ਹੇ ਪਾਰ ਬ੍ਰਹਮ, ਹੇ ਅਗੜ ਸਰੂਪ, ਕਦੇ ਵੀ ਨਾਸ ਨਾ ਹੋਣ ਵਾਲੇ, ਹੇ ਪਾਪਾਂ ਪੁੰਨਾਂ ਤੋਂ ਪਰੇ ਬ੍ਰਹਮ ਸ਼ੁੱਧ ਸਰੂਪ ਵਾਹਿਗੁਰੂ, ਅਬਿਨਾਸੀ ਨਾਸ ਤੋਂ ਰਹਿਤ, ਅਗਨਾਸ ਪਾਪਾਂ ਨੂੰ ਨਾਸ ਕਰਨ ਵਾਲੇ ਵਾਹਿਗੁਰੂ ਜੀ। ਹੇ ਪੂਰਨ, ਹੇ ਸਰਬਮੈ, ਹੇ ਸਾਰਿਆਂ ਜੀਆਂ ਦੇ ਅੰਦਰ ਪੂਰਨ ਹੋ ਕੇ ਸਮਾਏ, ਹੇ ਪੂਰਨ ਪਰਿਪੂਰਨ ਪਰਮਾਤਮਾ, ਹੇ ਸਰਬਮੈ ਸਾਰਿਆਂ ਜੀਆਂ ਦੇ ਅੰਦਰ ਸਮਾਏ ਹੋਏ, ਸਭਨਾਂ ਦੇ ਅੰਦਰ ਮੈਂ ਸਰੂਪ, ਸਾਰਿਆਂ ਦਾ ਸਰੂਪ ਆਪ ਹੀ ਬਣਾਇਆ ਹੋਇਆ। ਦੁੱਖ ਭੰਜਨ ਗੁਣਤਾਸ, ਸਾਰੇ ਦੁੱਖਾਂ ਨੂੰ ਭੰਨਣ ਵਾਲੇ ਗੁਣਾਂ ਦੇ ਖਜ਼ਾਨੇ ਵਾਹਿਗੁਰੂ ਜੀ। ਹੇ ਸੰਗੀ, ਹੇ ਨਿਰੰਕਾਰ, ਹੇ ਸਾਰਿਆਂ ਦੇ ਸੰਗੀ ਸਾਥੀ, ਹੇ ਮਾਇਕੀ ਆਕਾਰਾਂ ਤੋਂ ਰਹਿਤ ਵਾਹਿਗੁਰੂ। ਹੇ ਨਿਰਗੁਣ ਸਭ ਟੇਕ, ਮਾਇਆ ਦੇ ਤਿੰਨਾਂ ਗੁਣਾਂ ਤੋਂ ਉੱਪਰ ਪਰਮੇਸ਼ਰ ਜੀ। ਹੇ ਸਾਰਿਆਂ ਦੀ ਟੇਕ ਆਸਰਾ ਰੂਪ ਵਾਹਿਗੁਰੂ। ਹੇ ਗੋਬਿੰਦ, ਹੇ ਗੁਣ ਨਿਧਾਨ, ਹੇ ਪ੍ਰਿਥਵੀ ਦੇ ਬਿੰਦ ਰੱਖਕ, ਹੇ ਗੁਣਾਂ ਦੇ ਖਜ਼ਾਨੇ ਵਾਹਿਗੁਰੂ। ਜਾ ਕੇ ਸਦਾ ਵਿਵੇਕ, ਜਿਸ ਦੇ ਪਾਸ ਸਦਾ ਹੀ ਵਿਵੇਕ ਹੈ, ਬੁਰੇ ਭਲੇ ਦੀ ਪਰਖ ਦਾ ਗਿਆਨ ਜਿਸ ਨੂੰ ਹੈ। ਹੇ ਅਪਰੰਪਰ ਹਰ ਹਰੇ, ਹੇ ਬੇਅੰਤ ਪਰੇ ਤੋਂ ਪਰੇ, ਹੇ ਹਰੀ ਦੁੱਖਾਂ ਦੇ ਹਾਰਕ, ਹੇ ਸਾਰਿਆਂ ਨੂੰ ਹਰੇ ਪਰੇ ਕਰਨ ਵਾਲੇ। ਹੈ ਭੀ ਹੋਵਨਹਾਰ, ਹੈ ਹੁਣ ਵੀ ਹੋ ਆਪ ਜੀ, ਭੀ ਬੜੋ ਪਿੱਛੇ ਵੀ ਸੀ, ਆਉਣ ਵਾਲੇ ਸਮੇਂ 'ਚ ਵੀ ਹੋਵਨਹਾਰ, ਸਦਾ ਵਾਸਤੇ ਰਹਿਣ ਵਾਲੇ ਹੋਂਦ ਵਾਲੇ ਹੋ। ਹੇ ਸੰਤਹਿ ਕੈ ਸਦਾ ਸੰਗ, ਹੇ ਸੰਤ ਜਨਾਂ ਦੇ ਸਦਾ ਸੰਗ ਸਾਥ ਰਹਿਣ ਵਾਲੇ। ਨਿਧਾਰਾ ਆਧਾਰ, ਜਿਨ੍ਹਾਂ ਦਾ ਕੋਈ ਵੀ ਆਧਾਰ ਆਸਰਾ ਨਹੀਂ, ਉਹਨਾਂ ਨਿਆਸਰਿਆਂ ਦੇ ਆਸਰਾ ਰੂਪ ਹੋ। ਹੇ ਠਾਕੁਰ ਹਉ ਦਾਸਰੋ, ਹੇ ਮਾਲਕ ਜੀ ਮੈਂ ਤਾਂ ਤੁਹਾਡਾ ਦਾਸ ਹਾਂ ਸੱਚੇ ਪਾਤਸ਼ਾਹ, ਮੈਂ ਨਿਰਗੁਣ ਗੁਣ ਨਹੀਂ ਕੋਏ। ਹੁਣ ਇੱਥੇ ਨਿਰਗੁਣ ਦਾ ਅਰਥ ਹੈ ਕਿ ਮੈਂ ਗੁਣਾਂ ਤੋਂ ਸਖਣਾ ਹਾਂ, ਗੁਣ ਨਹੀਂ ਕੋਈ ਵੀ ਗੁਣ ਮੇਰੇ ਵਿੱਚ ਨਹੀਂ, ਇੱਕ ਵੀ ਗੁਣ ਨਹੀਂ ਹੈ ਸੱਚੇ ਪਾਤਸ਼ਾਹ। ਨਾਨਕ ਦੀਜੈ ਨਾਮਦਾਨ, ਰਾਖੋ ਹੀ ਹੈ ਪਰੋਏ। ਸਤਿਗੁਰੂ ਅਰਜਨ ਦੇਵ ਮਹਾਰਾਜ ਸਾਨੂੰ ਬੇਨਤੀ ਕਰਨ ਦੀ ਇਜਾਜ਼ਤ ਦੱਸ ਰਹੇ ਨੇ ਕਿ ਹੇ ਵਾਹਿਗੁਰੂ ਜੀ, ਮੈਨੂੰ ਨਾਮ ਦਾ ਦਾਨ ਬਖਸ਼ੋ ਤੇ ਇਹ ਵੀ ਦਾਤ ਬਖਸ਼ੋ ਕਿ ਮੈਂ ਤੁਹਾਡਾ ਨਾਮ ਹਿਰਦੇ 'ਚ ਪਰੋ ਕੇ ਰੱਖਾਂ। ਜਿਵੇਂ ਮਣਕੇ ਪਰੋਏ ਹੁੰਦੇ ਨੇ ਧਾਗੇ ਦੇ ਵਿੱਚ, ਇਸੇ ਤਰ੍ਹਾਂ ਸੱਚੇ ਪਾਤਸ਼ਾਹ ਤੁਹਾਡੇ ਨਾਮ ਰੂਪੀ ਮਣਕੇ ਨੂੰ ਮੈਂ ਆਪਣੇ ਸਵਾਸਾਂ ਦੇ ਧਾਗੇ 'ਚ ਹਿਰਦੇ 'ਚ ਪਰੋ ਕੇ ਰੱਖਾਂ ਸੱਚੇ ਪਾਤਸ਼ਾਹ, ਕਦੇ ਤਿਆਗਾਂ ਨਾ। ਐਸਾ ਨਾਮ ਦਾ ਦਾਨ ਮੈਨੂੰ ਬਖਸ਼ੋ। ਸ਼ਲੋਕ ਇਹ ਸਤਿਗੁਰੂ ਮਹਾਰਾਜ ਨੇ ਜਿਹੜਾ ਇਸ 52 ਅੱਖਰੀ ਬਾਣੀ ਦੇ ਆਰੰਭ ਵਿੱਚ ਸ਼ਲੋਕ ਉਚਾਰਿਆ ਹੈ, ਇੱਥੇ ਹੁਣ ਅਖੀਰ 'ਤੇ ਵੀ ਦੁਬਾਰਾ ਉਚਾਰ ਕੇ, ਸੋ ਮਾਨੋ ਜਿਵੇਂ ਗਹਿਣਾ ਜਿਹੜਾ ਹੁੰਦਾ ਡੱਬੇ 'ਚ ਬੰਦ ਕਰਕੇ ਰੱਖਿਆ ਜਾਂਦਾ, ਥੱਲੇ ਡੱਬੇ 'ਚ ਪਾਇਆ ਹੁੰਦਾ, ਉੱਤੇ ਢੱਕਣ ਦਿੱਤਾ ਹੁੰਦਾ। ਸੋ ਇਸ ਪ੍ਰਕਾਰ ਇਹ ਮਾਨੋ ਸੰਪਟ ਕਰ ਰਹੇ ਨੇ ਸੱਚੇ ਪਾਤਸ਼ਾਹ। ਸੰਪਟ ਨਾਮ ਡੱਬੇ ਦਾ। ਇਸ ਬਾਣੀ ਨੂੰ ਸੰਪਟ ਕਰਕੇ ਸਤਿਗੁਰੂ ਮਹਾਰਾਜ ਪਹਿਲਾਂ ਵੀ ਸ਼ਲੋਕ ਉਚਾਰਿਆ ਹੀ। ਔਰ ਬਾਬਾ ਹਰਨਾਮ ਸਿੰਘ ਜੀ ਜਿਹੜੇ ਸੀ ਰਾਮਪੁਰ ਖੇੜੇ ਵਾਲੇ, ਉਹ ਕਿਆ ਕਰਦੇ ਸੀ, ਇਹ ਸਤਿਗੁਰੂ ਮਹਾਰਾਜ ਦਾ ਪਿਆਰਾ ਸ਼ਲੋਕ ਨਿਤਨੇਮ ਕਰਨ ਤੋਂ ਪਹਿਲਾਂ ਵੀ ਪੜ੍ਹਨਾ ਚਾਹੀਦਾ ਤੇ ਨਿਤਨੇਮ ਕਰਨ ਤੋਂ ਬਾਅਦ ਵੀ ਪੜ੍ਹਨਾ ਚਾਹੀਦਾ। ਇਹ ਉਹਨਾਂ ਦੀ ਭਾਵਨਾ ਸੀ, ਪ੍ਰੇਮ ਦੇ ਸਦਕੇ ਦੇ ਪੜ੍ਹਨਾ ਚਾਹੀਦਾ। ਇੱਥੇ ਉਹ ਸਤਿਗੁਰੂ ਮਹਾਰਾਜ 52 ਅੱਖਰੀ ਬਾਣੀ ਦੀ ਸੰਪੂਰਨਤਾ ਕਰਦੇ ਹੋਏ ਇਹ ਸ਼ਲੋਕ ਦੁਬਾਰਾ ਉਚਾਰਨ ਕਰ ਰਹੇ। ਗੁਰਦੇਵ ਮਾਤਾ, ਗੁਰ ਪੂਜਨੀਕ ਵੱਡੇ ਦੇਵ, ਪ੍ਰਕਾਸ਼ ਰੂਪ ਸਤਿਗੁਰੂ ਜੀ ਸਾਡੇ ਮਾਤਾ ਰੂਪ ਹਨ। ਜਿਉਂ ਰਾਖੈ ਮਾਤਾ ਬਾਰਕ ਕੋ, ਤੈਸੇ ਹੀ ਪ੍ਰਭ ਪਾਲ। ਜਿਉਂ ਰਾਖੈ ਮਹਤਾਰੀ ਬਾਲਕ ਕੋ, ਤੈਸੇ ਹੀ ਪ੍ਰਭ ਪਾਲ। ਜਿਵੇਂ ਮਾਤਾ ਸਾਰਾ ਧਿਆਨ ਪੁੱਤ ਦੇ ਵਿੱਚ ਰੱਖਦੀ ਹੈ, ਇਸੇ ਤਰ੍ਹਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਮਾਤਾ ਦੀ ਨਿਆਈ ਸਾਡੀ ਪ੍ਰਤਪਾਲਾ ਕਰਨ ਵਾਲੇ।
ਗੁਰਦੇਵ ਪਿਤਾ ਗੁਰਪੂਜਨੀਕ ਸਤਿਗੁਰੂ ਮਹਾਰਾਜ ਜੋ ਦੇਵ ਪ੍ਰਕਾਸ਼ ਰੂਪ ਅਕਾਲ ਪੁਰਖ ਸਰੂਪ ਹਨ, ਸਾਡੇ ਪਿਤਾ ਰੂਪ ਵੀ ਹਨ। ਗੁਰਦੇਵ ਸਵਾਮੀ ਪਰਮੇਸ਼ਵਰਾ, ਜਿਵੇਂ ਪਿਤਾ ਬਾਹਰੋਂ ਵੰਨ ਸਵੰਨੀਆਂ ਵਸਤੂਆਂ ਲਿਆ ਜਾਂ ਜਾਇਦਾਦ ਬਣਾ ਕੇ ਪੁੱਤਰਾਂ ਨੂੰ ਦਿੰਦਾ, ਇਸੇ ਤਰ੍ਹਾਂ ਸੱਚੇ ਪਾਤਸ਼ਾਹ ਪਿਤਾ ਦੀ ਨਿਆਈ ਵੀ ਸੋ ਕਰੈ ਪ੍ਰਤਪਾਲ ਬਾਲਕ ਕੀ ਨਿਆਈ। ਸੋ ਇਸ ਪ੍ਰਕਾਰ ਬਾਲਕਾਂ ਦੀ ਨਿਆਈ ਸਾਡੀ ਪ੍ਰਤਪਾਲਾ ਕਰਨ ਵਾਲੇ ਪਿਤਾ ਰੂਪ ਵੀ ਹਨ। ਗੁਰਦੇਵ ਸਵਾਮੀ ਪਰਮੇਸ਼ਵਰਾ ਅਤੇ ਪੂਜਨੀਕ ਸਤਿਗੁਰੂ ਮਹਾਰਾਜ ਸਾਡੇ ਸੁਆਮੀ ਖਸਮ ਹਨ। ਪਰਮੇਸ਼ਵਰਾ ਪਰਮੇਸ਼ਰ ਵਰਗੇ ਪਰਮੇਸ਼ਰ ਸਰੂਪ ਹਨ ਸੱਚੇ ਪਾਤਸ਼ਾਹ। ਗੁਰਦੇਵ ਸਖਾ ਅਗਿਆਨ ਭੰਜਨ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਐਸੇ ਮਿੱਤਰ ਹਨ ਕਿ ਅਗਿਆਨ ਨੂੰ ਭੰਨਣ ਵਾਲੇ ਨੇ। ਸਾਡੇ ਸਖਾ ਸਾਥੀ ਮਿੱਤਰ, ਸਦਾ ਨਾਲ ਰਹਿਣ ਵਾਲੇ, ਅਗਿਆਨ ਨੂੰ ਸਾਡੇ ਹਿਰਦੇ 'ਚੋਂ ਭੰਨ ਦੇਣ ਵਾਲੇ, ਨਾਸ਼ ਕਰਨ ਵਾਲੇ। ਗੁਰਦੇਵ ਬੰਧਪ ਸਹੋਦਰਾ, ਪੂਜਨੀਕ ਸਤਿਗੁਰੂ ਮਹਾਰਾਜ ਸਾਡੇ ਬੰਧਪ ਸੰਬੰਧੀ ਦੀ ਨਿਆਈ ਸੱਚੇ ਪਾਤਸ਼ਾਹ ਸਹਾਈ ਹੁੰਦੇ ਹੈ। ਸਹੋਦਰਾ, ਜਿਵੇਂ ਇੱਕ ਮਾਂ ਦੇ ਪੇਟ ਤੋਂ ਜੰਮੇ ਸਕੇ ਭਰਾ ਹੋਈਏ, ਇਸ ਪ੍ਰਕਾਰ ਉਹ ਜਿਵੇਂ ਭਰਾ ਇੱਕ ਦੂਜੇ ਦੀ ਸਹਾਇਤਾ ਕਰਦੇ ਹਨ, ਸੋ ਇਸੇ ਤਰ੍ਹਾਂ ਭਰਾ ਬਾਹਾਂ ਮੰਨੇ ਗਏ ਸਹਾਇਤਾ ਕਰਨ ਲਈ। ਇਸੇ ਤਰ੍ਹਾਂ ਸੱਚੇ ਪਾਤਸ਼ਾਹ ਆਪਣੀਆਂ ਸ਼ਕਤੀਆਂ ਰੂਪੀ ਬਾਹਾਂ ਦੇ ਨਾਲ ਸਾਡੀ ਸਹਾਇਤਾ ਕਰਨ ਵਾਲੇ ਸਕੇ ਭਰਾ ਦੀ ਨਿਆਈ ਹਨ। ਗੁਰਦੇਵ ਦਾਤਾ ਹਰ ਨਾਮ ਉਪਦੇਸੈ, ਸਤਿਗੁਰੂ ਮਹਾਰਾਜ ਸਾਰਿਆਂ ਪਦਾਰਥਾਂ ਦੇ ਦਾਤਾ ਹਨ ਤੇ ਵੱਡਾ ਦਾਨ ਹਰੀ ਦੇ ਨਾਮ ਦਾ ਉਪਦੇਸ਼ ਦਿੰਦੇ ਹਨ। ਗੁਰਦੇਵ ਮੰਤ ਨਿਰੋਧਰਾ, ਸਤਿਗੁਰੂ ਮਹਾਰਾਜ ਦੇ ਮੁਖਾਰਬਿੰਦ ਤੋਂ ਉਚਾਰਿਆ ਹੋਇਆ ਜਿਹੜਾ ਮੰਤਰ ਹੈ, ਉਹ ਸਾਡੀ ਬਿਰਤੀਆਂ ਨੂੰ ਨਿਰੋਧ ਕਰਨ ਵਾਲਾ, ਵਿਕਾਰਾਂ ਤੋਂ ਬਿਨਾਂ ਕਰਨ ਵਾਲਾ। ਨਿਰੋਧਰਾ, ਬਿਨਾਂ ਹੀ ਕਿਸੇ ਆਸਰੇ ਤੋਂ ਸਾਡਾ ਪਾਰ ਉਤਾਰਾ ਕਰਨ ਵਾਲਾ ਹੈ। ਗੁਰਦੇਵ ਸ਼ਾਂਤ ਸਤ ਬੁੱਧ ਮੂਰਤ, ਸਤਿਗੁਰੂ ਮਹਾਰਾਜ ਸ਼ਾਂਤੀ ਸਰੂਪ ਹਨ, ਸਤ ਸਰੂਪ ਹਨ ਤੇ ਬੁੱਧ ਅਕਲ ਅਕਲ ਦੀ ਮੂਰਤੀ, ਦਨਾਈ ਦੀ ਮੂਰਤੀ ਹਨ। ਸੱਚੇ ਪਾਤਸ਼ਾਹ ਬਹੁਤ ਵੱਡੀ ਸਿਆਣਪ ਦਾ ਸਰੂਪ ਹਨ। ਸਤਿਗੁਰਾਂ ਵਰਗਾ ਸਿਆਣਾ ਹੋਰ ਕੌਣ ਹੋ ਸਕਦਾ। ਗੁਰਦੇਵ ਪਾਰਸ ਪਰਸਪਰਾ, ਸਤਿਗੁਰੂ ਮਹਾਰਾਜ ਪਾਰਸ ਦੀ ਨਿਆਈ, ਸੋ ਜਿਸ ਤਰ੍ਹਾਂ ਪਾਰਸ 8 ਧਾਤਾਂ ਨੂੰ ਸੋਨਾ ਬਣਾ ਦਿੰਦਾ, ਇਸ ਪ੍ਰਕਾਰ ਐਸੇ ਵੱਡੇ ਪਾਰਸ ਨੇ ਕਿ ਉਹਨਾਂ ਦੀ ਜਿਹੜੀ ਸ਼ੋਅ ਹੈ ਪਾਰਸ ਦੀ ਸ਼ੋਅ ਤੋਂ ਵੀ ਪਰੇ ਹੈ, ਸ੍ਰੇਸ਼ਟ ਸ਼ੋਅ ਹੈ ਉਹਨਾਂ ਦੀ। ਕਿਉਂਕਿ ਜਿਵੇਂ ਬਚਨ ਕੀਤੇ ਹਨ ਇੱਕ ਵਿਦਵਾਨ ਨੇ, ਪਾਰਸ ਅਰ ਸੰਤ ਮੈਂ ਵੱਡੋ ਅੰਤਰੋ ਜਾਨ, ਵਹਿ ਲੋਹਾ ਕੰਚਨ ਕਰੈ ਵਹਿ ਕਰੈ ਆਪ ਸਮਾਨ। ਜਿਵੇਂ ਪਾਵਨ ਲਹਿਣਾ ਜੀ ਨੂੰ ਆਪਣਾ ਸਰੂਪ ਬਣਾ ਲਿਆ, ਸੇਵਕ ਨੂੰ ਗੁਰੂ ਰੂਪ ਬਣਾ ਦਿੱਤਾ, ਆਪਣਾ ਸਰੂਪ ਹੀ ਬਣਾ ਲਿਆ ਸੀ। ਸੋ ਇਸ ਪ੍ਰਕਾਰ ਭਾਵਨਾ ਦੀ ਲੋੜ ਹੈ। ਸਤਿਗੁਰੂ ਮਹਾਰਾਜ ਪਾਰਸ ਦੀ ਨਿਆਈ ਹਨ, ਜਿਨ੍ਹਾਂ ਦਾ ਪਰਸਣਾ ਪਾਰਸ ਤੋਂ ਵੀ ਪਰੇ ਹੈ, ਜਿਨ੍ਹਾਂ ਦੀ ਸ਼ੋਅ ਜਿਹੜੀ ਬੜੀ ਮਹਾਨਤਾ ਰੱਖਦੀ ਹੈ। ਗੁਰਦੇਵ ਤੀਰਥ ਅੰਮ੍ਰਿਤ ਸਰੋਵਰ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਤੀਰਥ ਨੇ ਜਿਹੜੇ ਅਨੇਕਾਂ ਨੂੰ ਪਵਿੱਤਰ ਕਰ ਦਿੰਦੇ ਆ। ਅੰਮ੍ਰਿਤ ਸਰੋਵਰ, ਅੰਮ੍ਰਿਤ ਦਾ ਕੁੰਡ ਸਰੋਵਰ ਹਨ ਸੱਚੇ ਪਾਤਸ਼ਾਹ। ਗੁਰ ਗਿਆਨ ਮੱਜਨ ਪਰੰਪਰਾ, ਸੋ ਸਤਿਗੁਰੂ ਮਹਾਰਾਜ ਜਿਹੜਾ ਗਿਆਨ ਹੈ ਨਾ, ਉਸ ਗਿਆਨ ਵਿੱਚ ਜਿਹੜਾ ਮੱਜਨ ਇਸ਼ਨਾਨ ਕਰਨਾ ਹੈ, ਉਹ ਪਰੇ ਤੋਂ ਪਰੇ ਹੈ। ਸਾਰੇ ਤੀਰਥਾਂ ਪੁਰਬਾਂ ਦੇ ਇਸ਼ਨਾਨਾਂ ਤੋਂ ਪਰੇ ਹੈ ਸਤਿਗੁਰੂ ਦੇ ਗਿਆਨ ਦਾ ਇਸ਼ਨਾਨ। ਗੁਰਦੇਵ ਕਰਤਾ ਸਭ ਪਾਪ ਹਰਤਾ, ਗੁਰੂਦੇਵ ਕਰਤਾ ਰੂਪ ਹਨ, ਪਰਮੇਸ਼ਰ ਸਰੂਪ ਹਨ, ਸਾਰੀ ਸ੍ਰਿਸ਼ਟੀ ਨੂੰ ਰਚਣ ਵਾਲੇ ਹਨ, ਸਭ ਕੁਝ ਕਰਤਾ ਕਰਨ ਵਾਲੇ ਨੇ। ਸਭ ਪਾਪ ਹਰਤਾ, ਸਾਰੇ ਪਾਪਾਂ ਨੂੰ ਹਰਤਾ, ਨਾਸ਼ ਕਰਨ ਵਾਲੇ ਹਨ। ਗੁਰਦੇਵ ਪਤਿਤ ਪਵਿੱਤ ਕਰਾ, ਜਿਹੜੇ ਪਤਿਤ ਜੀਵ ਧਰਮ ਤੋਂ ਡਿੱਗੇ ਹੋਏ, ਭ੍ਰਿਸ਼ਟ ਹੋਏ ਨੇ, ਸੋ ਡਿੱਗ ਚੁੱਕੇ ਹਨ ਇਨਸਾਨੀਅਤ ਤੋਂ, ਸੋ ਉਹ ਜਿਹੜੇ ਪਤਿਤ ਲੋਕ ਹਨ ਉਹਨਾਂ ਨੂੰ ਪਤਿਤਾਂ ਨੂੰ ਪਵਿੱਤਰ ਕਰਨ ਵਾਲੇ ਸਤਿਗੁਰੂ ਹਨ। ਪਸ਼ੂ ਪਰੇ ਤੋਂ ਦੇਵ ਕਰ ਪੂਰੇ ਸਤਿਗੁਰੂ ਕੀ ਵਡਿਆਈ। ਸੋ ਇਸ ਪ੍ਰਕਾਰ ਅਨੇਕਾਂ ਪਤਿਤਾਂ ਨੂੰ, ਕੌਡੇ ਰਾਖਸ਼ ਵਰਗਿਆਂ ਨੂੰ, ਸੱਜਣ ਠੱਗ ਵਰਗਿਆਂ ਨੂੰ, ਲਾਜਵਰਤ ਬਾਦਸ਼ਾਹ ਵਰਗਿਆਂ ਨੂੰ, ਅਨੇਕਾਂ ਜਿਹੜੇ ਪਤਿਤ ਹੋ ਚੁੱਕੇ ਜੀਵ ਸੀ ਉਹਨਾਂ ਨੂੰ ਦੇਵਤੇ ਬਣਾ ਦਿੱਤਾ। ਸੋ ਇਸ ਤਰ੍ਹਾਂ ਪਵਿੱਤਰ ਕਰਤਾ ਅਨੇਕਾਂ ਨੂੰ ਕਰ ਦਿੰਦੇ ਹਨ। ਗੁਰਦੇਵ ਆਦ ਜੁਗਾਤ ਜੁਗ ਜੁਗ, ਗੁਰਦੇਵ ਮੰਤ ਹਰ ਜਪ ਉਦਰਾ। ਸਤਿਗੁਰੂ ਮਹਾਰਾਜ ਕੋਈ ਇੱਕ ਦੇਸ਼ੀ ਇੱਕ ਸਮੇਂ 'ਚ ਰਹਿਣ ਵਾਲੇ ਨਹੀਂ, ਆਦ ਮੁੱਢ ਰੂਪ ਵੀ ਹਨ ਸੱਚੇ ਪਾਤਸ਼ਾਹ। ਸੰਸਾਰ ਦੇ ਮੁੱਢ ਵਿੱਚ ਵੀ ਸਨ, ਯੁੱਗ ਆਦਿਕਾਂ, ਯੁੱਗਾਂ ਦੇ ਆਦ ਵਿੱਚ ਵੀ, ਹਰੇਕ ਯੁੱਗ ਦੇ ਅੰਦਰ ਸੱਚੇ ਪਾਤਸ਼ਾਹ ਹਨ। ਗੁਰਦੇਵ ਮੰਤ ਹਰ ਜਪ ਉਦਰਾ, ਗੁਰਦੇਵ ਸਤਿਗੁਰਾਂ ਪੂਜਨੀਕ ਸਤਿਗੁਰਾਂ ਦੇ ਮੁਖ ਤੋਂ ਜਿਹੜਾ ਮੰਤਰ ਉਪਦੇਸ਼ ਮਿਲਿਆ, ਜਾਂ ਵਾਹਿਗੁਰੂ ਗੁਰ ਮੰਤਰ ਹੈ ਜਪ ਹਉਮੈ ਖੋਈ, ਜਿਹੜਾ ਹਰੀ ਨਾਮ ਦਾ ਮੰਤਰ ਸਤਿਗੁਰਾਂ ਨੇ ਬਖਸ਼ਿਆ ਹੈ, ਇਹਨੂੰ ਜਪ ਕੇ ਅਨੇਕਾਂ ਉਧਰ ਗਏ ਸੰਸਾਰ ਸਮੁੰਦਰ ਤੋਂ। ਜਿਹਨੇ ਵੀ ਜਪਿਆ ਉਧਰ ਗਿਆ ਹੈ, ਇਹਨੂੰ ਜਪ ਕੇ ਉਧਰ ਜਾਈਦਾ ਸੰਸਾਰ ਤੋਂ। ਗੁਰਦੇਵ ਸੰਗਤ ਪ੍ਰਭ ਮੇਲ ਕਰ ਕਿਰਪਾ, ਵਾਹਿਗੁਰੂ ਦੇ ਚਰਨਾਂ 'ਚ ਕਹਿੰਦੇ ਬੇਨਤੀ ਕਰੋ ਕਿ ਇਹ ਅਕਾਲ ਪੁਰਖ ਜੀ ਆਪਣੀ ਕਿਰਪਾ ਕਰਕੇ ਐਸੇ ਪੂਜਨੀਕ ਸਤਿਗੁਰਾਂ ਦੀ ਸੰਗਤ ਵਿੱਚ ਸਾਨੂੰ ਮੇਲ ਦਿਓ। ਹਮ ਮੂੜ ਪਾਪੀ ਜਿਤ ਲੱਗ ਤਰਾ, ਅਸੀਂ ਮੂੜ ਮੂਰਖ ਤੇ ਪਾਪੀ ਜੀਵ ਜਿਨ੍ਹਾਂ ਸਤਿਗੁਰਾਂ ਦੇ ਚਰਨਾਂ ਨਾਲ ਲੱਗ ਕੇ, ਜਿਨ੍ਹਾਂ ਦੇ ਸੰਗ ਸਾਥ ਲੱਗ ਕੇ ਤਰ ਜੀ ਇਸ ਸੰਸਾਰ ਸਮੁੰਦਰ ਤੋਂ।
ਗੁਰਦੇਵ ਸਤਿਗੁਰ ਪਾਰ ਬ੍ਰਹਮ ਪਰਮੇਸ਼ਰ, ਗੁਰਦੇਵ ਨਾਨਕ ਹਰ ਨਮਸਕਾਰਾ। ਮੇਰੇ ਪੂਜਨੀਕ ਸਤਿਗੁਰੂ ਸੱਚੇ ਪਾਤਸ਼ਾਹ ਜੀ ਪ੍ਰਕਾਸ਼ ਰੂਪ ਸਤਿਗੁਰੂ ਜੀ ਪਾਰ ਬ੍ਰਹਮ ਪਰਮੇਸ਼ਰ ਸਰੂਪ ਹਨ। ਸੋ ਸੱਚੇ ਪਾਤਸ਼ਾਹ ਕਹਿੰਦੇ ਉਹ ਪਾਰ ਬ੍ਰਹਮ ਤੇ ਪਰਮੇਸ਼ਰ ਹਨ, ਪਾਪਾਂ ਪੁੰਨਾਂ ਤੋਂ ਪਰੇ ਸ਼ੁੱਧ ਸਰੂਪ ਪਰਮ ਈਸ਼ਰ ਹਨ। ਗੁਰਦੇਵ ਨਾਨਕ ਹਰ ਨਮਸਕਾਰਾ। ਸੋ ਗੁਰੂ ਦੇਵ ਨੂੰ ਹਰੀ ਅਕਾਲ ਪੁਰਖ ਜਾਣ ਕੇ ਅਸੀਂ ਨਮਸਕਾਰ ਕੀਤੀ ਹੈ, ਨਮਸਕਾਰ ਕਰਦੇ ਹਾਂ। ਇਹ ਸ਼ਲੋਕ ਆਦ ਅੰਤ ਪੜ੍ਹਨਾ ਸਤਿਗੁਰੂ ਅਰਜਨ ਦੇਵ ਜੀ ਸਾਨੂੰ ਹਦਾਇਤ ਕਰਦੇ ਨੇ ਵੀ ਇਹ 2 ਵਾਰੀ ਸ਼ਲੋਕ ਤਾਂ ਲਿਖਿਆ, ਇਸ ਬਾਣੀ ਦੇ ਆਰੰਭ ਤੇ ਸਮਾਪਤੀ ਤੇ ਜ਼ਰੂਰ ਇਹ ਸ਼ਲੋਕ ਪੜ੍ਹਨਾ ਹੈ, ਆਦ ਵਿੱਚ ਵੀ ਅੰਤ ਸਮਾਪਤੀ ਤੇ ਵੀ ਪੜ੍ਹਨਾ ਹੈ ਸ਼ਲੋਕ ਨੂੰ। ਇਸ ਕਰਕੇ ਹਦਾਇਤ ਕੀਤੀ ਹੈ ਸਤਿਗੁਰੂ ਮਹਾਰਾਜ ਜੀ ਨੇ। ਇੰਜ ਇਹ 52 ਅੱਖਰੀ ਬਾਣੀ ਦੀ ਵਿਚਾਰ ਇੱਥੇ ਸੰਪੂਰਨ ਹੋਈ ਹੈ। ਦਾਸ ਪਾਸੋਂ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਸਤਿਗੁਰੂ ਮਹਾਰਾਜ ਤੇ ਗੁਰੂ ਕੀ ਸੰਗਤ ਨੇ ਖਿਮਾ ਕਰਨੀਆਂ, ਅੱਗੇ ਵਾਸਤੇ ਸੁਮਤ ਬਖਸ਼ਿਸ਼ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।